हैरान मैं भी हैं तो दर्शक भी जरूर होणगे कि एक बूंदा ਜਿਹੜੀਆਂ ਨਾਭੀ 'ਚ ਪਾਉਣ ਦੇ ਨਾਲ ਸਾਰੇ ਸਰੀਰ ਦਾ ਹੱਲ ਕਿਵੇਂ ਹੋ ਸਕਦਾ, ਬਿਮਾਰੀਆਂ ਦਾ ਹੱਲ ਕਿਵੇਂ ਹੋ ਸਕਦਾ। ਡਾਕਟਰ ਸਾਹਿਬ ਜੇ ਇਹ ਸਾਰੀਆਂ ਬਿਮਾਰੀਆਂ ਦਾ ਹੱਲ ਕਰਦਾ ਨੋਬਲ ਅੰਮ੍ਰਿਤ ਤਾਂ ਬਹੁਤ ਮਹਿੰਗਾ ਹੋਊਗਾ। ਅਸੀਂ ਇਹਨੂੰ ਕਮਾਈ ਦਾ ਜ਼ਰੀਆ ਵੀ ਨਹੀਂ ਬਣਾਉਣਾ ਚਾਹੁੰਦੇ। ਸਾਨੂੰ ਇਹ ਸੀ ਵੀ ਇੱਕੋ ਹੀ ਦਵਾਈ ਇੱਦਾਂ ਦੀ ਤਿਆਰ ਕੀਤੀ ਜਾਵੇ ਜਿਹੜੀ ਇਹਨਾਂ ਸਾਰੀਆਂ ਬਿਮਾਰੀਆਂ ਤੇ ਕਾਬੂ ਪਾਵੇ ਕਿਸੇ ਤਰੀਕੇ ਦੇ ਨਾਲ। ਕਿ ਗੋਡੇ ਪਾਉਣ ਤੋਂ ਨਿਜਾਤ ਮਿਲ ਸਕਦੀ ਹੈ। ਬਹੁਤ ਸਾਰੇ ਪੇਸ਼ੈਂਟ ਆ ਜੀ ਜਿਨ੍ਹਾਂ ਦਾ ਆਪਰੇਟ ਲਈ ਗਏ ਹੋਏ ਸੀਗੇ। ਤੁਸੀਂ YouTube ਤੇ ਕਿਤੇ ਸਰਚ ਕਰ ਲਿਓ ਨਾਭੀ ਅੰਮ੍ਰਿਤ ਜਾਂ ਨੇਵਲ ਅੰਮ੍ਰਿਤ ਭਰ ਕੇ, ਉਹ ਪੇਸ਼ੈਂਟ ਆਪਰੇਟ ਕਰਾਉਣ ਲਈ ਟਾਈਮਿੰਗ ਦਿੱਤਾ ਸੀ। ਅੱਜ ਉਹ ਬੰਦੇ ਬੜੇ ਵਧੀਆ ਨਜ਼ਾਰੇ ਨਾਲ ਘੁੰਮ ਰਹੇ ਆ। ਲੋਕ ਆਯੁਰਵੇਦ ਕੋਲ ਉਦੋਂ ਆਉਂਦੇ ਆ ਜਦੋਂ ਸਾਰੇ ਐਲੋਪੈਥੀ ਵਾਲੇ ਜਵਾਬ ਦੇ ਦਿੰਦੇ ਆ। ਹੁਣ ਇਹ ਚਾਹੀਦਾ ਕਿ ਜਦੋਂ ਅਸੀਂ ਥੋੜਾ ਬਹੁਤ ਬਿਮਾਰ ਹੁੰਨੇ ਆ ਅਸੀਂ ਪਹਿਲਾਂ ਹੀ ਆਯੁਰਵੇਦ ਦੀ ਕੁਦਰਤ ਦੀ ਗੋਦ ਵਿੱਚ ਚਲ ਜਾਈਏ, ਉਹਦਾ ਨਿੱਘ ਮਾਣੀਏ ਕੁਦਰਤ ਦਾ, ਔਰ ਬਿਮਾਰੀਆਂ ਤੋਂ ਆਪਾਂ ਸਦਾ ਲਈ ਨਿਜਾਤ ਪਾ ਲਈਏ। ਮਰੀਜ਼ ਦੇ ਅੰਦਰ ਵੀ ਇਹ ਸ਼ੱਕ ਬਣ ਜਾਂਦੀ ਹੈ ਕਿ ਹਰੇਕ ਬਿਮਾਰੀ ਤੇ ਇਲਾਜ ਇਹ ਹੋ ਕਿਵੇਂ ਸੰਭਵ ਕਿਵੇਂ ਹੋ ਸਕਦਾ ਤੇ ਇਹ ਕਿਵੇਂ ਅਸਰ ਕਰਦਾ ਹੈ ਤੇ ਬਣਾਉਣ ਦੀ ਵਿਧੀ ਕੀ ਹੈ। ਮੈਂ ਕਹਿੰਦਾ ਅੱਜ ਵੀ ਰਸੋਈ 'ਚ ਵਾਪਸੀ ਕਰ ਜਾਓ, ਇਹ ਜੋੜਾਂ ਦੇ ਦਰਦ, ਇਹ ਗਠੀਏ, ਇਹ ਪ੍ਰੋਬਲਮਾਂ ਸਾਰੀਆਂ ਯੂਰਿਕ ਐਸਿਡ ਖਤਮ ਹੋ ਜਾਣਗੀਆਂ। ਮਤਲਬ ਬਹੁਤ ਸਾਡੇ ਕੋਲ ਇੱਦਾਂ ਦੇ ਰਿਜ਼ਲਟ ਹੈਗੇ ਆ ਜਿਹੜੇ ਸ਼ੂਗਰ ਦੀ ਸਵੇਰੇ ਉੱਠਦੇ ਹੀ ਗੋਲੀਆਂ ਦਾ ਫੱਕਾ ਮਾਰਦੇ ਸੀ ਜਾਂ ਥਾਇਰਾਇਡ ਦੀ ਗੋਲੀ ਖਾਂਦੇ ਸੀ ਖਾਲੀ ਪੇਟ ਵੇ ਪਾਣੀ ਦੇ ਨਾਲ, ਪਹਿਲਾਂ ਉਹ ਲੈਣੀ ਹੈਗੀ ਆ, ਉਹ ਗੋਲੀਆਂ ਮਰੀਜ਼ ਛੱਡ ਚੁੱਕੇ ਆ। ਤੇ ਕੀ ਗੱਲ ਇਹੋ ਜਿਹੇ ਕੋਈ ਸੁਝਾਅ ਨਹੀਂ ਜਾਂ ਇਹੋ ਜਿਹੇ ਪਰਹੇਜ਼ ਨਹੀਂ ਕਿ ਬਿਮਾਰੀ ਲੱਗੇ ਹੀ ਨਾ? ਬਿਲਕੁਲ ਹੈਗੇ ਆ ਜੀ। ਕਿਸੇ ਨੂੰ ਡਿਪਰੈਸ਼ਨ ਆ, ਸਟ੍ਰੈਸ ਰਹਿੰਦੀ ਹੈ, ਨੀਂਦ ਨਹੀਂ ਆਉਂਦੀ, ਤੁਸੀਂ 15 ਤੋਂ 20 ਦਿਨ ਦੇ ਵਿੱਚ ਰਿਜ਼ਲਟ ਲੈ ਸਕਦੇ ਹੋ। ਉਹ ਲੋਕ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਗੋਲੀ ਵੀ ਖਾ ਲਈਏ ਨੀਂਦ ਦੀ ਤਾਂ ਸੌਂ ਨਹੀਂ ਪਾਉਂਦੇ, ਤੇ ਜਦੋਂ ਨੇਵਲ ਅੰਮ੍ਰਿਤ ਵਰਤਦੇ ਹੈਗੇ ਆ ਤੇ ਸਾਨੂੰ ਫਿਰ ਆ ਕੇ ਦੱਸਦੇ ਆ ਜੀ ਵੀ ਨੀਂਦ ਬੜੀ ਪਿਆਰੀ ਆ ਜੀ। ਇਲਾਜ ਨਾਭੀ ਰਾਹੀਂ ਹੋ ਜਾਂਦਾ, ਨਬਜ਼ ਰਾਹੀਂ ਦੇਖਿਆ ਜਾਂਦਾ। ਸਕੈਨਿੰਗ ਸੈਂਟਰ ਸਾਡਾ ਨਬਜ਼ ਹੈ। ਮੈਨੂੰ ਲੱਗਦਾ ਜਿਹੜੀਆਂ ਲੈਬਾਂ ਆ ਨਾ ਉਹ ਬੰਦ ਕਰਾਓਗੇ ਤੁਸੀਂ। ਰਸੌਲੀਆਂ ਵਾ ਜਾਂ ਹੋਰ ਹੈ ਇਹਨਾਂ ਦੇ ਆਪਰੇਸ਼ਨ ਹੀ ਹੱਲ ਹੈ ਐਲੋਪੈਥੀ ਦੇ ਵਿੱਚ। ਇਹ ਬਹੁਤ ਵੱਡੀ ਤਾਦਾਦ ਵਿੱਚ ਇਹ ਰਸੌਲੀਆਂ ਦੀ ਬਿਮਾਰੀ ਹੈ, ਇਹਦਾ ਵੀ ਹੱਲ ਹੈ ਆਪਣੇ ਕੋਲ। ਕੁੜੀਆਂ ਸਾਡੀਆਂ ਜਿਹੜੀਆਂ ਅੱਜ ਦੀਆਂ ਯੰਗ ਆ ਇਹਨਾਂ ਨੂੰ ਰਸੌਲੀਆਂ ਹੋ ਕਿਉਂ ਰਹੀਆਂ, ਵਜ੍ਹਾ ਕਾਰਨ ਕੀ ਆ? ਠੀਕ ਹੈ, ਸਭ ਤੋਂ ਪਹਿਲਾਂ ਤਾਂ ਜਿਹੜਾ ਪੈਡ ਯੂਜ਼ ਕਰਨੀਆਂ, ਸਿੰਥੈਟਿਕ ਪੈਡ ਹੈ, ਇਹ ਯੂਜ਼ ਕਰਨਾ ਬੰਦ ਕਰ ਦੇਣ। ਮੇਰਾ ਮੈਸੇਜ ਆ ਸਾਰੀਆਂ ਭੈਣਾਂ ਨੂੰ। ਲੋਕ ਸਾਡੇ ਇੱਕ ਵਾਰੀ ਇਹ 'ਤੇ ਵਿਸ਼ਵਾਸ ਕਰਕੇ ਦੇਖਣ। ਸਾਡੇ ਕੋਲ ਹਜ਼ਾਰਾਂ ਲੋਕ ਆ ਜਿਹੜੇ ਠੀਕ ਹੋ ਚੁੱਕੇ, ਤਾਂ ਇੱਕ ਦਿਨ ਇੱਦਾਂ ਆ ਜਾਣਾ ਕਿ ਸਾਡੀ ਪੰਜਾਬੀਅਤ, ਸਾਡੀ ਸਭ ਕੁਝ ਖਤਮ ਹੋ ਜਾਣੀ ਆ। ਜਿਹੜੇ ਸਰੀਰ ਤੁਸੀਂ ਦੇਖੋ ਯੋਧੇ ਹੋਏ ਆ ਸਾਡੇ ਦੇਸ਼ 'ਚ, ਜਿਨ੍ਹਾਂ ਦੀਆਂ 7-7 ਫੁੱਟ ਦੀਆਂ ਹਾਈਟਾਂ ਸੀਗੀਆਂ ਔਰ ਉਹ ਸਵਾ ਮਣ ਦੇ ਹਥਿਆਰ ਚਲਾਉਂਦੇ ਰਹੇ ਆ। ਅੱਜ ਸਵਾ ਮਣ ਕਰਨਾ ਬਹੁਤ ਹੈ। ਮੈਨੂੰ ਮੇਰੇ ਦਾਦਾ ਜੀ ਦੀ ਗੱਲ ਯਾਦ ਆਉਂਦੀ ਆ ਕਿ ਮੈਂ ਗੁੜ ਕੱਢ ਕੇ ਸਵਾ ਮਣ ਫਗਵਾੜੇ ਨੂੰ ਆ ਜਾਂਦਾ ਹੁੰਦਾ ਸੀ ਸਿਰ 'ਤੇ ਰੱਖ ਕੇ, ਤੇ ਉਹ ਬਹੁਤ ਵੱਡੀ ਚੀਜ਼ ਸੀ ਸਾਡੇ ਲਈ। ਮੈਂ ਕਹਿੰਦਾ ਸਾਡੇ ਕੋਲ 10 ਕਿਲੋਮੀਟਰ ਨਹੀਂ ਚੱਲ ਹੋਣਾ। ਜਿਵੇਂ ਜਿਵੇਂ ਧਰਤੀ, ਪਾਣੀ, ਹਵਾ ਗੰਦਲੇ ਹੁੰਦੇ ਜਾ ਰਹੇ ਨੇ ਤਿਵੇਂ ਤਿਵੇਂ ਮਨੁੱਖ ਦੇ ਅੰਦਰ ਬਿਮਾਰੀਆਂ ਨਵੀਆਂ ਤੋਂ ਨਵੀਆਂ ਉਤਪੰਨ ਹੁੰਦੀਆਂ ਜਾ ਰਹੀਆਂ ਨੇ। ਸਾਡੇ ਖਾਣ ਪੀਣ ਦਾ ਢੰਗ, ਮਸ਼ੀਨਰੀ ਯੁੱਗ ਕਰਕੇ ਸਾਡੇ ਕੰਮ ਕਰਨ ਦੇ ਜਿਹੜੇ ਤਰੀਕੇ ਬਦਲ ਗਏ ਨੇ ਤੇ ਬਿਮਾਰੀਆਂ ਨੇ ਮਨੁੱਖ ਦੇ ਅੰਦਰ ਵੱਡੀ ਪੱਧਰ 'ਤੇ ਮਨੁੱਖ ਨੂੰ ਘੇਰ ਰੱਖਿਆ ਹੈ। ਸੋ ਅੱਜ ਇੱਕ ਪੁਰਾਣੀ ਪੈਥੀ ਦੇ ਵਿੱਚ ਨਵੀਂ ਖੋਜ ਦੀ ਗੱਲ ਕਰਾਂਗੇ ਕਿ ਉਹ ਕਿਵੇਂ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ 'ਤੇ ਕਾਬੂ ਪਾਉਂਦੀ ਹੈ। ਸੋ ਖੋਜਕਾਰ ਡਾਕਟਰ ਵੈਦ ਸਾਡੇ ਨਾਲ ਨੇ, ਆਪਾਂ ਗੱਲ ਕਰਾਂਗੇ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ। ਤੇ ਮੈਂ ਕਹੂੰਗਾ ਵੀ ਤੁਸੀਂ ਜਿਹੜਾ ਇੱਕ ਨਵਾਂ ਤਰੀਕਾ ਬਿਮਾਰੀਆਂ 'ਤੇ ਲੈ ਕੇ ਆਏ ਹੋ ਆਪਣਾ, ਨਾਭੀ ਰਾਹੀਂ ਬਿਮਾਰੀ ਠੀਕ ਕਰਨ ਦਾ, ਤੇ ਇਹ ਕਿੱਥੋਂ ਤੁਹਾਨੂੰ ਦਿਮਾਗ 'ਚ ਕਿੱਥੋਂ ਆਇਆ ਕਿ ਇਹ ਇੱਕ ਨਵੀਂ ਤਕਨੀਕ ਕੱਢੀ ਜਾਵੇ? ਕਿਉਂਕਿ ਬਹੁਤ ਸਾਰੀਆਂ ਪੈਥੀਆਂ, ਐਲੋਪੈਥੀ, ਆਯੁਰਵੈਦਿਕ, ਹੋਮੋਪੈਥੀ ਆ, ਸਾਰੀਆਂ ਬਿਮਾਰੀਆਂ 'ਤੇ ਪਕੜ ਕਰਨ ਦਾ ਦਾਅਵਾ ਕਰਦੀਆਂ ਨੇ, ਪਰ ਕੀ ਲੋੜ ਪੈ ਗਈ ਸੀ ਕਿ ਇਸ ਪੈਥੀ ਨੂੰ ਤੁਹਾਨੂੰ ਲਿਆਉਣ ਦੀ? ਪਹਿਲੀ ਗੱਲ ਤਾਂ ਜਿੱਦਾਂ ਸਰ ਤੁਸੀਂ ਇਹ ਗੱਲ ਕੀਤੀ ਹੈਗੀ ਕਿ ਨਵੀਂ ਟੈਕਨੀਕ ਹੈ, ਅਸਲ 'ਚ ਬਿਲਕੁਲ ਵੀ ਨਵੀਂ ਤਕਨੀਕ ਨਹੀਂ ਹੈ। ਇਹ ਸਾਡੀ ਸੈਂਕੜੇ ਸਾਲ ਪੁਰਾਣੀ ਸਾਡੇ ਬਜ਼ੁਰਗਾਂ ਦੀ ਇਹ ਤਕਨੀਕ ਹੈਗੀ ਆ, ਜਿਹਦੇ ਰਾਹੀਂ ਬਜ਼ੁਰਗ ਸਾਡੇ ਇਲਾਜ ਕਰਦੇ ਰਹੇ ਆ। ਉਸੇ ਤਕਨੀਕ ਨੂੰ ਅਸੀਂ ਇੱਕ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਾਡਰਨ ਯੁੱਗ ਦਾ ਥੋੜ੍ਹਾ ਜਿਹਾ ਫਾਇਦਾ ਜ਼ਰੂਰ ਲਿਆ, ਲੇਕਿਨ ਇਹ ਤਕਨੀਕ ਜਿਹੜੀ ਹੈਗੀ ਆ ਇਹ ਬਿਲਕੁਲ ਪੁਰਾਣੀ ਆ।
ਅਸਲ 'ਚ ਨੇਵਲ ਅੰਮ੍ਰਿਤ ਜਿਹੜੀ ਹੈ ਨਾਭੀ ਵਿੱਚ ਪਾ ਕੇ ਦਵਾਈ ਜਿਹੜੀ ਬਿਮਾਰੀਆਂ ਤੇ ਕਾਬੂ ਪਾਉਂਦੀ ਆ, ਇਹਦਾ ਇਜਾਦ ਹੀ ਇਸ ਹਿਸਾਬ ਦੇ ਨਾਲ ਹੋਇਆ ਕਿ ਜਦੋਂ ਆਪਾਂ ਆਪਣੇ ਬਜ਼ੁਰਗਾਂ ਨੂੰ ਦੇਖਦੇ ਹਾਂ, ਬਜ਼ੁਰਗ ਨਹਾਉਣ ਤੋਂ ਬਾਅਦ ਆਪਣੀ ਨਾਭੀ ਨੂੰ ਸਰੋਂ ਦਾ ਤੇਲ ਲਾਉਂਦੇ ਸੀ। ਉਹ ਤੁਹਾਡੇ ਬਜ਼ੁਰਗ ਵੀ ਲਾਉਂਦੇ ਹੋਣਗੇ, ਸਾਡੇ ਬਜ਼ੁਰਗ ਵੀ ਲਾਉਂਦੇ ਸੀ ਜੀ। ਉਹ ਗੱਲਾਂ ਅਸੀਂ ਉਸ ਵੇਲੇ ਅਚਾਨਕ ਕੀਤੀਆਂ, ਉਹਨਾਂ ਦੇ ਨਾਲ ਪੁੱਛਿਆ, ਸਾਨੂੰ ਭਾਵੇਂ ਉਹ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ, ਸਿਰਫ ਇੰਨਾ ਕਹਿ ਕੇ ਸਾਰ ਦਿੰਦੇ ਸੀ ਵੀ ਬਹੁਤ ਸਾਰੀਆਂ ਬਿਮਾਰੀਆਂ ਤੇ ਕੰਮ ਕਰਦੀ ਆ ਜੀ, ਇਹ ਚੰਗਾ ਹੁੰਦਾ, ਇਹ ਲਾਉਣਾ ਚਾਹੀਦਾ। ਲੇਕਿਨ ਉਹ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇੱਕ ਗੱਲ ਜਿਹੜੀ ਆ ਉਹ ਰਹਿੰਦੀ ਸੀ ਵੀ ਜੇ ਨਾਭੀ ਦੇ ਵਿੱਚ, ਧੁੰਨੀ ਦੇ ਵਿੱਚ ਅਸੀਂ ਕੋਈ ਤੇਲ ਲਾਉਣੇ ਹੈਗੇ ਆ ਤਾਂ ਉਹ ਬਿਮਾਰੀਆਂ ਨੂੰ ਕਿੱਦਾਂ ਠੀਕ ਕਰ ਸਕਦੇ ਹੈਗੇ ਆ। ਉਹੀ ਇੱਕ ਜਿਹੜਾ ਕਾਰਨ ਬਣਿਆ ਇਸ ਦਵਾਈ ਦੀ ਖੋਜ ਦਾ। ਤੇ ਜਦੋਂ ਆਯੁਰਵੇਦ ਦੀਆਂ ਆਪਾਂ ਕਿਤਾਬਾਂ ਨੂੰ ਖੰਗਾਲਿਆ ਤੇ ਉਹਦੇ ਵਿੱਚ ਬਹੁਤ ਸਾਰੇ ਤੇਲਾਂ ਦਾ ਜ਼ਿਕਰ ਆਇਆ। ਉਹ ਤੇਲ ਜਿਹੜੇ ਵੱਖ-ਵੱਖ ਬਿਮਾਰੀਆਂ ਨੂੰ ਠੀਕ ਕਰਦੇ ਆ ਜੇ ਅਸੀਂ ਧੁੰਨੀ ਦੇ ਵਿੱਚ ਪਾਈਏ, ਨਾਭੀ ਦੇ ਵਿੱਚ ਪਾਈਏ। ਤੇ ਫਿਰ ਕਿਉਂਕਿ ਇੱਕ ਮਨੁੱਖ ਹੈ ਜਿਹੜਾ ਇਸ ਵੇਲੇ ਇੱਕੋ ਹੀ ਇਨਸਾਨ ਆ ਜਿਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ, ਤੇ ਜੇ ਆਪਾਂ ਨਾਭੀ ਰਾਹੀਂ ਉਹਦਾ ਇਲਾਜ ਕਰਨਾ ਤੇ ਫਿਰ ਇਦਾਂ ਤਾਂ ਹੋ ਨਹੀਂ ਸਕਦੀ ਵੀ ਜੇ ਸ਼ੂਗਰ ਆ ਤਾਂ ਕੋਈ ਹੋਰ ਤੇਲ ਪਾਵੇ, ਜੇ ਜੋੜ ਦੁਖਦੇ ਆ ਤਾਂ ਕੋਈ ਹੋਰ ਤੇਲ ਪਾਵੇ, ਜੇ ਕੋਈ ਹੋਰ ਬਿਮਾਰੀ ਆ ਤਾਂ ਆਪਾਂ ਨਵਾਂ ਤੇਲ ਦੱਸ ਦਈਏ। ਸਾਨੂੰ ਇਹ ਸੀ ਵੀ ਇੱਕੋ ਹੀ ਦਵਾਈ ਇੱਦਾਂ ਦੀ ਤਿਆਰ ਕੀਤੀ ਜਾਵੇ ਜਿਹੜੀ ਇਹਨਾਂ ਸਾਰੀਆਂ ਬਿਮਾਰੀਆਂ ਤੇ ਕਾਬੂ ਪਾਵੇ ਕਿਸੇ ਤਰੀਕੇ ਦੇ ਨਾਲ। ਤਾਂ ਫਿਰ ਸਾਡਾ ਜਿਹੜਾ ਪੈਨਲ ਹੈਗਾ ਆ ਡਾਕਟਰਸ ਦਾ, ਵੈਦ ਜਿਹੜੇ ਹੈਗੇ ਆ ਸਾਡੀ ਟੀਮ ਦੇ, ਉਹ ਬੈਠ ਕੇ ਇਹਦੇ ਉੱਤੇ ਲੰਬੀ ਇੱਕ ਚਰਚਾ ਹੋਈ, ਖੋਜ ਵੀ ਕੀਤੀ ਕਿ ਆਹ ਤੇਲ ਵਰਤ ਸਕਦੇ ਆ, ਕਿੰਨੀ ਰੇਸ਼ੋ ਹੋਣੀ ਚਾਹੀਦੀ ਆ। ਉਹ ਸਾਰਾ ਕੁਝ ਅਸੀਂ ਕਰਨ ਤੋਂ ਬਾਅਦ ਜਦੋਂ ਇੱਕ ਫਾਰਮੂਲੇਸ਼ਨ ਤਿਆਰ ਹੋ ਗਈ, ਇੱਕ ਵੱਖ-ਵੱਖ ਤੇਲਾਂ ਦੀ ਜਿਹੜੀ ਰੇਸ਼ੋ ਹੈਗੀ ਆ ਉਹ ਤਿਆਰ ਹੋ ਗਈ, ਫਿਰ ਅਸੀਂ ਇਹਦਾ ਟੈਸਟੀਮੋਨੀਅਲ ਕੀਤਾ ਹੈਗਾ, ਟੈਸਟ ਕੀਤੇ, ਅਸੀਂ ਖੁਦ ਯੂਜ਼ ਕੀਤੀ, ਆਪਣੇ ਪਰਿਵਾਰਾਂ ਨੂੰ ਇਹ ਯੂਜ਼ ਕਰਵਾਈ ਨੇਵਲ ਅੰਮ੍ਰਿਤ ਮੈਡੀਸਨ ਜਿਹੜੀ ਹੈਗੀ ਆ। ਜਦੋਂ ਸਾਨੂੰ ਰਿਜ਼ਲਟ ਮਿਲੇ, ਕੁਝ ਸਾਨੂੰ ਪਤਾ ਲੱਗਿਆ ਵੀ ਕਿਸੇ ਚੀਜ਼ ਦੀ ਮਿਕਦਾਰ ਅਗਰ ਜ਼ਿਆਦਾ ਹੈਗੀ ਆ ਤਾਂ ਉਹਨੂੰ ਘੱਟ ਕਰਨਾ ਪਊਗਾ, ਜੇ ਘੱਟ ਆ ਤਾਂ ਉਹਨੂੰ ਵੱਧ ਕਰਨਾ ਪਊਗਾ। ਔਰ ਸਾਰਾ ਕੁਝ ਇਹ ਦੇਖਣ ਤੋਂ ਬਾਅਦ ਫਿਰ ਅਸੀਂ ਸਰਕਾਰ ਦੇ ਕੋਲ ਗਏ। ਸਰਕਾਰ ਦੇ ਕੋਲ ਜਾ ਕੇ ਅਸੀਂ ਇਹਦੀ ਫਾਰਮੂਲੇਸ਼ਨ ਰਜਿਸਟਰਡ ਕਰਵਾ ਕੇ ਇਹਦੇ ਜੋ ਵੀ ਸਰਕਾਰ ਦੇ ਜਿਹੜੇ ਮਾਪਦੰਡ ਹੁੰਦੇ ਹੈਗੇ ਆ ਉਹਨਾਂ ਤੇ ਖਰਾ ਉਤਰਦੇ ਹੋਏ, ਉਹਨਾਂ ਦੇ ਲੈਬੋਰਟਰੀ ਟੈਸਟ ਆਪਾਂ ਪਾਸ ਕਰਨ ਤੋਂ ਬਾਅਦ ਫਿਰ ਇਹਨੂੰ ਆਪਾਂ ਮਾਰਕੀਟ ਦੇ ਵਿੱਚ ਮਰੀਜ਼ਾਂ ਦੇ ਲਈ ਲੈ ਕੇ ਆਏ ਹਾਂ। ਨਾਭੀ ਦੇ ਵਿੱਚ ਤੇਲ ਪਾਉਣ ਦੇ ਨਾਲ ਤੇ ਸਰੀਰ ਦੇ ਜਿਹੜਾ ਆਪਾਂ ਸਿਰ ਮੰਨਦੇ ਆ, ਹੈਡ ਮੰਨਦੇ ਆ, ਇਹ ਮਾਈਗ੍ਰੇਨ ਦੀ ਪ੍ਰੋਬਲਮ ਹੈ, ਹੋਰ ਸਾਰੀਆਂ ਬਹੁਤ ਸਾਰੀਆਂ ਪ੍ਰੋਬਲਮ, ਨਾਭੀ 'ਚ ਤੇਲ ਪਾਉਣ ਦੇ ਨਾਲ ਉਹਦੇ ਤੇ ਅਸਰ ਕਿੱਦਾਂ ਹੋ ਸਕਦਾ? ਦੇਖੋ, ਜਿਹੜੀ ਨਾਭੀ ਹੈਗੀ ਆ ਜੀ ਸਾਡੇ ਸਰੀਰ ਦਾ ਕੇਂਦਰ ਬਿੰਦੂ ਆ। ਅਸਲ 'ਚ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ, ਸਭ ਤੋਂ ਪਹਿਲਾਂ ਜਦੋਂ ਟਿਸ਼ੂ ਤਿਆਰ ਹੋ ਜਾਂਦੇ ਹੈਗੇ ਆ, ਇੱਕ ਪਹਿਲਾਂ ਤਾਂ ਲੋਥ ਹੀ ਹੁੰਦੀ ਹੈਗੀ ਆ, ਉਹਦੇ ਜਦੋਂ ਟਿਸ਼ੂ ਤਿਆਰ ਹੁੰਦੇ ਆ, ਸੈੱਲ ਬਣਦੇ ਆ, ਜਦੋਂ ਹੌਲੀ ਹੌਲੀ ਆਰਗਨ ਡਿਵੈਲਪ ਹੁੰਦੇ ਆ, ਤੇ ਸਭ ਤੋਂ ਪਹਿਲਾਂ ਨਾਭੀ ਤਿਆਰ ਹੁੰਦੇ ਆ। ਬੱਚਾ ਜਿਹੜਾ ਆ ਉਹਨੂੰ ਖੁਰਾਕ ਨਾਭੀ ਰਾਹੀਂ ਮਿਲਦੀ ਆ। ਈਵਨ ਬੱਚਾ ਜਿਹੜਾ ਸਾਹ ਵੀ ਆ ਉਹ ਵੀ ਨਾਭੀ ਰਾਹੀਂ ਲੈਂਦਾ ਜਦੋਂ ਮਾਂ ਦੇ ਗਰਭ ਵਿੱਚ ਹੁੰਦਾ। ਨੱਕ ਜਾਂ ਮੂੰਹ ਰਾਹੀਂ ਤਾਂ ਸਾਹ ਉਦੋਂ ਲੈਣਾ ਸ਼ੁਰੂ ਕਰ ਦੇਣਾ ਜਦੋਂ ਮਾਂ ਦੇ ਗਰਭ ਵਿੱਚੋਂ ਬਾਹਰ ਆ ਜਾਂਦਾ ਹੈਗਾ, ਔਲ ਜਿਹੜੀ ਹੈਗੀ ਆ ਉਹ ਫਟ ਜਾਂਦੀ ਹੈਗੀ ਆ, ਬੱਚਾ ਬਾਹਰ ਆ ਗਿਆ। ਉਸ ਵੇਲੇ ਜਦੋਂ ਬੱਚਾ ਰੋਂਦਾ ਹੈਗਾ ਆ, ਨਾੜੂਆ ਕੱਟ ਦਿੰਦੇ ਆ, ਫਿਰ ਉਹ ਸਾਹ ਲੈਂਦਾ ਨੱਕ ਜਾਂ ਮੂੰਹ ਰਾਹੀਂ। ਉਸ ਤੋਂ ਪਹਿਲਾਂ ਦਾ ਜਿਹੜਾ ਜੋ ਵੀ ਸਿਸਟਮ ਹੈਗਾ ਬੱਚੇ ਦਾ ਉਹ ਨਾਭੀ ਰਾਹੀਂ ਜੁੜਿਆ ਹੁੰਦਾ। ਔਰ ਇਸੇ ਨਾਭੀ ਦੇ ਨਾਲ ਸਾਡੇ ਸਰੀਰ ਦੀਆਂ 72,000 ਤੋਂ ਜ਼ਿਆਦਾ ਨਸਾਂ ਜੁੜੀਆਂ ਹੁੰਦੀਆਂ ਜਿਹੜੀਆਂ ਪੂਰੇ ਸਰੀਰ ਦੇ ਵਿੱਚ ਫੈਲੀਆਂ ਹੋਈਆਂ। ਔਰ ਸਰੀਰ ਦੇ ਵਿੱਚ ਨਸਾਂ ਜਿਹੜੀਆਂ ਉਹ ਧਰਤੀ ਦਾ 2 ਵਾਰੀ ਚੱਕਰ ਲੱਗ ਸਕਦਾ, ਇੰਨੀਆਂ ਹੈਗੀਆਂ ਸਾਡੇ ਸਰੀਰ ਦੇ ਵਿੱਚ। ਔਰ 114 ਚੱਕਰ ਹੁੰਦੇ ਆ ਜਿੱਥੇ ਵੀ ਨਸਾਂ ਜੁੜਦੀਆਂ ਹੈਗੀਆਂ, ਜਾ ਕੇ ਉਹਨੂੰ ਆਪਾਂ ਚੱਕਰ ਕਹਿੰਦੇ। 114 ਹੁੰਦੇ ਆ, 72,000 ਨਸਾਂ ਨਾਭੀ ਰਾਹੀਂ ਜੁੜੀਆਂ ਹੁੰਦੀਆਂ। ਔਰ ਨਾਭੀ ਇੱਕ ਕਿਸਮ ਦਾ ਸਾਡੇ ਸਰੀਰ ਦਾ ਅੰਤਰਜਾਮੀ ਅੰਗ ਹੈ। ਇਹਨੂੰ ਪਤਾ ਹੁੰਦਾ ਵੀ ਕਿੱਥੇ ਬਿਮਾਰੀ ਪਨਪ ਰਹੀ ਆ, ਕਿੱਥੇ ਬਲੌਕੇਜ ਆ। ਇੱਥੋਂ ਤੱਕ ਕਿ ਤੁਸੀਂ ਮਤਲਬ ਆਪਾਂ ਗੌਰ ਕਰੀਏ, ਕਈ ਵਾਰੀ ਧਰਨ ਪੈ ਜਾਂਦੀ ਆ ਸਾਡੇ, ਹੈ ਨਾ। ਜਦੋਂ ਧਰਨ ਪੈਂਦੀ ਆ ਤੇ ਬੰਦਾ ਮਰਨੀਆਂ ਧਰਨੀ ਹੋ ਜਾਂਦਾ, ਲੂਜ਼ ਮੋਸ਼ਨ ਹੋ ਜਾਂਦੇ, ਉਲਟੀਆਂ ਲੱਗ ਜਾਂਦੀਆਂ, ਪਿੱਠ 'ਚ ਵੀ ਦਰਦ ਹੁੰਦਾ, ਖਾਧਾ ਪੀਤਾ ਨਹੀਂ ਪਚਦਾ, ਉਲਟੀ ਆਉਂਦੀ ਆ, ਹੈ ਨਾ। ਉਹ ਧਰਨ ਆਪਾਂ ਸੈੱਟ ਕਰ ਲਈਏ, ਮਿਲਾ ਲਈਏ। ਕੋਈ ਬਜ਼ੁਰਗ ਔਰਤਾਂ ਕਈ ਵਾਰੀ ਉਹ ਮਲਦੀਆਂ ਹੈਗੀਆਂ ਪਿੰਡਾਂ ਦੇ ਵਿੱਚ, ਤੇ ਉਹ ਬੜਾ ਸੋਹਣਾ ਬੰਦਾ ਠੀਕ ਹੋ ਜਾਂਦਾ ਹੈਗਾ। ਮੰਨ ਲਓ ਇਹ ਨਾਭੀ ਦਾ ਇੰਨਾ ਇਫੈਕਟ ਆ ਸਾਡੇ ਸਰੀਰ ਦੇ ਉੱਤੇ ਵੀ ਨਾਭੀ 1 ਇੰਚ ਅੱਧਾ ਇੰਚ ਖਿਸਕ ਜਾਏ ਆਪਣੀ ਜਗ੍ਹਾ ਤੋਂ ਤੇ ਬੰਦਾ ਮਰਨੇ ਨੂੰ ਫਿਰਦਾ ਹੁੰਦਾ। ਜਦੋਂ ਆਪਣੀ ਜਗ੍ਹਾ ਤੇ ਆ ਜਾਂਦੀ ਬੰਦਾ ਸੈੱਟ ਹੋ ਜਾਂਦਾ। ਅੱਜ ਕੱਲ ਜਿਹੜੀ ਆ ਕੰਪਿਊਟਰ ਯੁੱਗ ਕਰਕੇ ਛੋਟੇ ਛੋਟੇ ਬੱਚਿਆਂ ਦੀ ਵੀ ਜਿਹੜੀ ਨਜ਼ਰ ਕਮਜ਼ੋਰ ਹੋ ਗਈ ਹੈ, ਕੀ ਇਹ ਤੁਹਾਡਾ ਨੋਬਲ ਅੰਮ੍ਰਿਤ ਹੈ ਜਿਹੜਾ ਉਹ ਅੱਖਾਂ ਤੇ ਵੀ ਅਸਰ ਕਰਦਾ? ਬਿਲਕੁਲ ਅੱਖਾਂ ਤੇ ਵੀ ਅਸਰ ਕਰਦਾ, ਕਿਉਂਕਿ ਇਹ ਦਵਾਈ 3 ਪ੍ਰਕਾਰ ਦੇ ਨਾਲ ਕੰਮ ਕਰਦੀ ਆ। ਇੱਕ ਤਾਂ ਇਹ ਵਾਤ, ਪਿੱਤ ਔਰ ਕਫ ਨੂੰ ਬੈਲੈਂਸ ਕਰਦੇ ਆ। ਸਾਡੇ ਸਰੀਰ ਦੀਆਂ 3 ਪ੍ਰਵਿਰਤੀਆਂ ਹੁੰਦੀਆਂ, ਵਾਤ, ਪਿੱਤ ਔਰ ਕਫ। ਜਦੋਂ ਕੋਈ ਪ੍ਰਵਿਰਤੀ ਵੱਧਦੀ ਹੈ, ਕੋਈ ਦੋਸ਼ ਵੱਧਦਾ ਹੈ,
ਸਾਨੂੰ ਉਹਦੇ ਹਿਸਾਬ ਦੇ ਨਾਲ ਕੋਈ ਨਾ ਕੋਈ ਬਿਮਾਰੀ ਹੋ ਜਾਂਦੀ ਹੈ। ਜਿਵੇਂ ਅਗਰ ਆਪਾਂ ਵਾਤ ਦੀ ਗੱਲ ਕਰੀਏ, ਅਗਰ ਵਾਤ ਦੋਸ਼ ਸਾਡੇ ਸਰੀਰ ਦਾ ਵਧੇ ਤੇ ਕੋਈ 80 ਤੋਂ 90 ਬਿਮਾਰੀਆਂ ਜਿਹੜੀਆਂ ਹੈਗੀਆਂ ਇਕੱਲਾ ਹੀ ਵਾਤ ਦੋਸ਼ ਵਧਣ ਦੇ ਨਾਲ ਲੱਗਦੀਆਂ। ਇੱਦਾਂ ਹੀ ਪਿੱਤ ਦੋਸ਼ ਹੋ ਗਿਆ, ਇੱਦਾਂ ਹੀ ਕਫ ਦੋਸ਼ ਹੋ ਗਿਆ। ਕਈ ਵਾਰੀ ਤਾਂ ਸਾਡੇ ਸਰੀਰ ਦੇ 2 ਦੋਸ਼ ਵੀ ਇਕੱਠੇ ਵੱਧ ਜਾਂਦੇ ਆ, ਕਈ ਵਾਰੀ 3 ਹੀ ਦੋਸ਼ ਇਕੱਠੇ ਵੱਧ ਜਾਂਦੇ ਹੈਗੇ ਆ। ਉਸ ਵੇਲੇ ਮਤਲਬ ਖੁਰਾਕ ਜਿਹੜੀ ਹੈਗੀ ਆ ਉਹ 'ਤੇ ਬੜਾ ਕੁਝ ਡਿਪੈਂਡ ਕਰਦਾ ਬੰਦੇ ਨੇ ਕੀ ਖਾਣਾ ਹੈ। ਲੇਕਿਨ ਇਹ ਦਵਾਈ ਜਿਹੜੀ ਹੈਗੀ ਆ ਵਾਤ ਪਿੱਤ ਔਰ ਕਫ ਨੂੰ ਬੈਲੈਂਸ ਕਰਦੀ ਹੈ। ਇੱਕ ਇਹ ਜਿਹੜੇ ਸਾਡੇ ਸਰੀਰ ਦੇ ਵੀਕ ਹੋਏ ਸੈੱਲ ਹੈਗੇ ਆ ਉਹਨਾਂ ਨੂੰ ਪੋਸ਼ਣ ਦੇ ਕੇ ਰੀਜਨਰੇਟ ਕਰਦੀ ਆ, ਰੀਐਕਟਿਵ ਕਰਦੀ ਆ, ਉਹ ਦੁਬਾਰਾ ਤੋਂ ਤੰਦਰੁਸਤ ਕਰਕੇ ਉਹਨਾਂ ਨੂੰ ਕੰਮ ਕਰਨ ਦੇ ਯੋਗ ਬਣਾਉਂਦੀ ਆ। ਉਸ ਤੋਂ ਬਾਅਦ ਇਹ ਨਸਾਂ ਦੀ ਬਲੋਕੇਜ ਖੋਲ੍ਹਦੀ ਆ, ਚਾਹੇ ਉਹ ਬਲੱਡ ਦੇ ਕਲੋਟੇਜ ਆ, ਡੈਡ ਜਾਂ ਡੈਮੇਜ ਸੈੱਲ ਹੈਗੇ ਆ ਨਸਾਂ 'ਚ ਪਏ, ਜਾਂ ਥਿੰਦਾਪਨ, ਚਿਕਨਾਈ ਆ। ਜਦੋਂ ਨਸਾਂ ਸਾਫ਼ ਹੋ ਗਈਆਂ ਬਲੱਡ ਸਰਕੂਲੇਸ਼ਨ ਪ੍ਰੋਪਰ ਹੋ ਜਾਂਦੀ ਹੈਗੀ ਆ, ਔਰ ਇਹਦੇ ਨਾਲ ਜਦੋਂ ਬਲੱਡ ਸਰਕੂਲੇਸ਼ਨ ਪ੍ਰੋਪਰ ਹੈ, ਆਕਸੀਜਨ ਪ੍ਰਿਆਪਤ ਮਾਤਰਾ 'ਚ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਤੇ ਬਿਮਾਰੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਨਜ਼ਰ ਦੀ ਜਿਹੜੀ ਗੱਲ ਹੈਗੀ ਆ ਇਹ ਵੀ ਇਹਦੇ ਨਾਲ ਹੀ ਸੰਬੰਧਿਤ ਹੈਗੀ ਆ ਵੀ ਕਿਤੇ ਨਾ ਕਿਤੇ ਸੈੱਲ ਵੀਕ ਹੁੰਦੇ ਆ, ਬਸ ਪਿੱਛੇ ਨਜ਼ਰ ਹੋਵੇ ਤੇ ਇਹ ਨਜ਼ਰਾਂ ਦੇ ਜਿਹੜੇ ਸੈੱਲ ਹੈਗੇ ਆ ਪਿਛਲੇ ਪਾਸੇ। ਡਾਕਟਰ ਸਾਹਿਬ ਤੁਸੀਂ ਸੈੱਲ ਵੀਕ ਦੀ ਗੱਲ ਕੀਤੀ ਆ, ਅੱਜ ਕੱਲ ਬਹੁਤੇ ਲੋਕਾਂ ਦੇ ਜਿਹੜੇ ਆ ਇੱਕ ਦਿਨ ਵੀ ਬੁਖਾਰ ਚੜ੍ਹ ਜਾਵੇ ਤਾਂ ਸੈੱਲ ਜਿਹੜੇ ਆ ਉਹ ਵੀਕ ਹੋਏ ਹੁੰਦੇ ਆ। ਤੇ ਬੱਕਰੀ ਦਾ ਦੁੱਧ ਵੀ ਜਿਹੜਾ ਉਹ ਸਮਾਨੀ ਚੜ ਗਿਆ, ਜੋ ਬੱਕਰੀ ਵਾਲੇ ਤੋਂ ਜਾ ਕੇ ਪੁੱਛੋ ਤਾਂ ਕਹਿੰਦੇ ਜੀ 500 ਰੁਪਏ ਲੀਟਰ ਦੁੱਧ ਆ। ਤੇ ਇਹ ਤੁਹਾਡਾ ਜਿਹੜਾ ਨੋਬਲ ਹੈ ਅੰਮ੍ਰਿਤ ਆ ਕਿ ਇਹ ਉਹਨਾਂ ਸੈੱਲਾਂ ਨੂੰ ਜਿਹੜਾ ਇੰਪਰੂਵ ਕਰਦਾ ਹੈ ਬੋਡੀ ਦੇ ਨਾਲ? ਬਿਲਕੁਲ ਕਰਦਾ ਜੀ। ਅਸਲ ਦੇ ਵਿੱਚ ਸਾਡਾ ਦੇਸ਼ ਜਿਹੜਾ ਹੈਗਾ ਆ, ਜੇ ਆਪਾਂ ਇਹਨੂੰ ਦੇਖਿਆ ਜਾਵੇ ਨਾ ਬਨਸਪਤੀ ਦੇ ਹਿਸਾਬ ਦੇ ਨਾਲ, ਜਾਂ ਆਪਾਂ ਦੇਸ਼ ਦੇ ਉੱਤੇ ਅਗਰ ਝਾਤ ਮਾਰ ਕੇ ਦੇਖੀਏ ਤਾਂ ਸਾਡਾ ਦੇਸ਼ ਹਰ ਪਾਸਿਓਂ ਉਪਜਾਊ ਆ। ਮੰਨ ਲਓ ਜੇ ਆਪਾਂ ਅਰਬ ਕੰਟਰੀਆਂ ਜਾਂਦੇ ਉੱਥੇ ਇਕੱਲਾ ਤੇਲ ਹੀ ਨਿਕਲਦਾ, ਹੋਰ ਕੁਝ ਨਹੀਂ ਮਿਲਦਾ ਸਾਨੂੰ ਉੱਥੋਂ। ਲੇਕਿਨ ਜਿਹੜੀ ਪ੍ਰਕਿਰਤੀ ਹੈਗੀ ਆ ਜਾਂ ਕੁਦਰਤ ਆ ਸਾਡੇ ਭਾਰਤ ਦੇ ਉੱਤੇ ਇੰਨੀ ਮਿਹਰਬਾਨ ਆ ਕਿ ਇੱਥੇ ਜੇ ਸਾਨੂੰ ਪਹਾੜ ਮਿਲਦੇ ਆ, ਮੈਦਾਨੀ ਇਲਾਕੇ ਵੀ ਮਿਲਦੇ ਆ, ਧਰਤੀ 'ਚ ਵੀ ਪਾਣੀ ਹੈਗਾ, ਇੱਥੇ ਦਰਿਆ ਵੀ ਹੈਗੇ, ਨਦੀਆਂ ਹੈਗੀਆਂ ਤਾਂ ਸਮੁੰਦਰ ਵੀ ਹੈਗੇ ਆ। ਸਾਡੇ ਦੇਸ਼ 'ਚੋਂ ਸੋਨਾ ਵੀ ਨਿਕਲ ਰਿਹਾ, ਸਾਡੇ ਦੇਸ਼ ਦੇ ਵਿੱਚ ਹਰ ਪ੍ਰਕਾਰ ਦੀ ਫਸਲ ਵੀ ਪੈਦਾ ਹੋ ਰਹੀ ਹੈ, ਹਰ ਚੀਜ਼ ਸਾਡੇ ਦੇਸ਼ 'ਚ ਹੁੰਦੀ ਆ। ਲੇਕਿਨ ਸਾਡੇ ਦੇਸ਼ ਦੀ ਇੱਕ ਤਰਾਸਦੀ ਆ ਵੀ ਜਦੋਂ ਇੱਥੇ ਕੋਈ ਵਿਪਤਾ ਪੈਂਦੀ ਆ ਨਾ, ਸਾਡੇ ਲੋਕ ਜਿਹੜੇ ਹੈਗੇ ਉਹਦਾ ਨਜਾਇਜ਼ ਫਾਇਦਾ ਵੀ ਲੈਣ ਲੱਗ ਪੈਂਦੇ ਆ। ਜਦੋਂ ਤੁਸੀਂ ਬੱਕਰੀ ਦੇ ਦੁੱਧ ਦੀ ਗੱਲ ਕੀਤੀ ਹੈਗੀ ਆ ਵੀ ਉਹ 500 ਰੁਪਏ 1000 ਰੁਪਏ ਕਿਲੋ ਤੱਕ ਚੱਲ ਜਾਂਦਾ, ਕਿਉਂਕਿ ਸਾਡੇ ਲੋਕ ਜਿਹੜੇ ਹੈਗੇ ਆ ਉਹ ਮਨੁੱਖਤਾ ਦੀ ਸੇਵਾ ਕਿਤੇ ਨਾ ਕਿਤੇ ਭੁੱਲ ਜਾਂਦੇ ਆ। ਹਾਲਾਂਕਿ ਸਾਡਾ ਜਿਹੜਾ ਇਤਿਹਾਸ ਆ ਉਹ ਮਨੁੱਖਤਾ ਦੀ ਭਲਾਈ ਵਾਲਾ ਇਤਿਹਾਸ ਆ। ਸਾਨੂੰ ਗੁਰੂਆਂ ਨੇ, ਸਾਨੂੰ ਪੀਰਾਂ ਨੇ, ਸਾਨੂੰ ਜਿੰਨੇ ਵੀ ਸਾਡੇ ਮਹਾਂਪੁਰਸ਼ ਰਹਿਬਰ ਹੋਏ ਆ ਉਹਨਾਂ ਨੇ ਸਾਨੂੰ ਮਨੁੱਖਤਾ ਦੀ ਸੇਵਾ ਕਰਨੀ ਸਿਖਾਈ ਆ। ਪਰ ਆਪਾਂ ਕਿਤੇ ਨਾ ਕਿਤੇ ਲਾਲਚ ਦੇ ਵਸ ਵਿੱਚ ਪੈ ਕੇ ਇਹ ਜਿਹੜਾ ਆਪਾਂ ਮਨੁੱਖਤਾ ਦੀ ਸੇਵਾ ਵਾਲਾ ਆ ਕਲਚਰ, ਆਪਣਾ ਸੱਭਿਆਚਾਰ, ਉਹਨੂੰ ਭੁੱਲ ਜਾਂਦੇ ਆ। ਪਰ ਜੇ ਆਪਾਂ ਨੇਵਲ ਅੰਮ੍ਰਿਤ ਦੀ ਗੱਲ ਕਰੀਏ ਤੇ ਇਹ ਚਾਹੇ ਕਿਸੇ ਵੀ ਪ੍ਰਕਾਰ ਦੇ ਸੈੱਲ ਹੈਗੇ ਆ ਉਹਨਾਂ ਦੇ ਉੱਤੇ ਕੰਮ ਕਰਦੇ ਆ। ਅਗਰ ਡੇਂਗੂ ਹੋ ਗਿਆ ਜਾਂ ਚਿਕਨਗੁਨੀਆ ਹੋ ਗਿਆ, ਉਹਦੇ ਕਰਕੇ ਜਿਹੜੀਆਂ ਇਹ ਸਾਡੇ ਸੈੱਲ ਘਟਦੇ ਹੈਗੇ ਆ ਉਹਨਾਂ ਨੂੰ ਇਹ ਇੰਪਰੂਵ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ ਨੇਵਲ ਅੰਮ੍ਰਿਤ ਜਿਹੜੀ ਮੈਡੀਸਨ ਹੈ। ਤੇ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਕੋਲ ਮਰੀਜ਼ ਆਉਂਦੇ ਆ ਔਰ ਠੀਕ ਹੋ ਜਾਂਦੇ ਆ। ਤੇ ਨੋਬਲ ਅੰਮ੍ਰਿਤ ਤਿਆਰ ਕਰਨ ਨੂੰ ਇੱਕ ਸਾਂਝੀ ਟੀਮ ਨੇ ਕੰਮ ਕੀਤਾ। ਆਪਾਂ ਗੱਲ ਕਰਾਂਗੇ ਕਲਾਕਾਰੀ ਚੋਂ ਇੱਕ ਆਯੁਰਵੈਦਿਕ ਵੱਲ ਜਿਹੜਾ ਬਹੁਤ ਨਾਮਣਾ ਖੱਟ ਚੁੱਕੇ ਆ ਵੈਦ ਆ। ਡਾਕਟਰ ਸਾਹਿਬ ਤੁਹਾਡੀ ਇੱਕ ਮੈਂ ਵੀਡੀਓ ਸੁਣੀ ਜਿਹਦੇ ਵਿੱਚ ਤੁਸੀਂ ਪਿੱਤੇ ਦੀ ਪੱਥਰੀ ਨੂੰ ਕੱਢਣ ਦਾ ਦਾਅਵਾ ਕਰ ਰਹੇ ਹੋ, ਪਰ ਜੇ ਤੁਸੀਂ ਦਾਅਵਾ ਕਰਦੇ ਹੋ ਪਿੱਤੇ ਨੂੰ ਪੱਥਰੀ ਕੱਢਣ ਦਾ ਤਾਂ ਐਲੋਪੈਥੀ ਕਹਿ ਰਿਹਾ ਕਿ ਪਿੱਤੇ ਦੀ ਪੱਥਰੀ ਕਿਸੇ ਤਰੀਕੇ ਕੱਢੀ ਨਹੀਂ ਜਾ ਸਕਦੀ, ਪਿੱਤਾ ਹੀ ਕੱਢਿਆ ਜਾ ਸਕਦਾ। ਜੀ ਬਿਲਕੁਲ, ਐਲੋਪੈਥੀ ਦੇ ਨਾਲ ਮੈਂ ਸਹਿਮਤ ਹੈਗਾ ਜੀ ਇਸ ਗੱਲ ਲਈ ਕਿ ਉਹ ਕਹਿ ਰਿਹਾ ਕਿ ਪਿੱਤਾ ਨਹੀਂ, ਪਰ ਸਾਡੇ ਕੋਲ ਵਿਦ ਪ੍ਰੂਫ, ਵਿਦ ਰਿਪੋਰਟਾਂ, ਮੈਂ ਤੁਹਾਨੂੰ ਸਾਰੀ ਰਿਪੋਰਟਸ ਵੀ ਦਊਂਗਾ। ਕਿਉਂਕਿ ਆਯੁਰਵੈਦਾ ਇੱਕ ਇਹੋ ਜਿਹੀ ਚੀਜ਼ ਹੈਗੀ ਆ ਜੀ। ਦੇਖੋ ਪੁਰਾਣੇ ਬਜ਼ੁਰਗ ਕੀ ਕਰਦੇ ਸੀ, ਕਦੋਂ ਪਿੱਤੇ ਦੀਆਂ ਪੱਥਰੀਆਂ ਪੈਂਦੀਆਂ ਸੀ, ਕਦੋਂ ਇਹ ਪ੍ਰੋਬਲਮਾਂ ਹੁੰਦੀਆਂ ਸੀਗੀਆਂ, ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਸਾਡੀ ਵਿਧੀ ਦਾ, ਉਹ ਵੈਦ ਸੀ। ਸਕੈਨ ਕਦੋਂ ਆਏ ਆ, ਆਪਾਂ ਗੱਲ ਕਰਦੇ ਹਾਂ ਕਿ ਸਕੈਨਾਂ ਆਪਾਂ ਕਦ ਤੋਂ ਦੇਖ ਰਹੇ ਹਾਂ ਕਿ ਅੱਜ ਅਸੀਂ ਮੰਨ ਲਓ ਸਕੈਨ ਕਰਾ ਲਈ ਸੀ, ਸਾਨੂੰ ਪਿੱਤੇ ਦੀ ਪੱਥਰੀ ਦਾ ਪਤਾ ਲੱਗ ਗਿਆ, ਜਾਂ ਸਕੈਨ ਕਰਾ ਲਈ ਸਾਨੂੰ ਕੁਛ ਗਦੂਦਾਂ ਦਾ ਪਤਾ ਲੱਗ ਗਿਆ, ਜਾਂ ਕੋਈ ਹੋਰ ਵੀ ਬਿਮਾਰੀ ਜਿੱਦਾਂ ਪਤਾ ਲੱਗ ਗਿਆ। ਅੱਜ ਤੋਂ 60 ਸਾਲ ਪਹਿਲਾਂ, 70 ਸਾਲ ਪਹਿਲਾਂ ਕਿਹੜੀ ਸਕੈਨ ਸੈਂਟਰ ਸੀ? ਇਹੋ ਹੀ ਸਵਾਲ ਮੇਰਾ ਇਹਦੇ ਤੋਂ ਹੀ ਉਤਪੰਨ ਹੁੰਦਾ ਹੈ ਕਿ ਰੋਗ ਦਾਰੂ ਦੋਵੇਂ ਬੁੱਝੈ ਤਾਂ ਫਿਰ ਵੈਦ ਸੁਜਾਨ, ਤਾਂ ਤੁਸੀਂ ਰੋਗ ਨੂੰ ਬੁੱਝਦੇ ਕਿੱਦਾਂ? ਸਰ ਦੇਖੋ, ਕੁਦਰਤ ਨੇ ਸਾਨੂੰ ਹਰ ਇੱਕ ਚੀਜ਼ ਦਿੱਤੀ ਹੋਈ ਆ। ਜੇ ਅਸੀਂ ਇੱਥੇ ਬੈਠੇ ਆ ਨਾ ਤਾਂ ਕੁਦਰਤ ਨੇ ਸਾਨੂੰ ਇੱਕ ਉੱਪਰ ਚੀਜ਼ ਦਿੱਤੀ, ਸਾਨੂੰ ਆਕਸੀਜਨ ਦੇ ਰਹੀ ਹੈ। ਬੁੱਝਣਾ ਮਤਲਬ ਸਾਡੀ ਪੱਧਤੀ ਰਹੀ ਹੋਈ ਆ। ਭਾਰਤ ਦੀ ਸਭ ਤੋਂ ਪਹਿਲੀ ਪੱਧਤੀ ਆ ਨਬਜ਼ ਔਰ ਨਾਭੀ ਜੀ।
ਨਬਜ਼ ਔਰ ਨਾਭੀ ਸਾਡੇ ਵੈਦ ਸੀ, ਜਿਹੜੇ ਰਾਜੇ ਮਹਾਰਾਜੇ ਜਿਹੜੇ ਰਹੇ ਆ, ਉਹ ਕੀ ਕਰਦੇ ਸੀ, ਇੱਕ ਤੁਹਾਡੀ ਨਬਜ਼ ਫੜਦੇ ਸੀ, ਇਲਾਜ ਤੁਹਾਡਾ ਨਾਭੀ ਤੋਂ ਕਰ ਦਿੰਦੇ ਸੀ। ਮਤਲਬ ਦੇਖਣ ਦਾ ਥਰਮਾਮੀਟਰ ਉਹਨਾਂ ਦਾ ਆ ਸੀਗਾ ਜੀ, ਇਲਾਜ ਸਾਡਾ ਆ ਸੀ। ਸੋ ਨਾਭੀ ਉਹੀ ਚੀਜ਼ ਹੈ, ਇਸੇ ਕਰਕੇ ਜਦੋਂ ਥਰਮਾਮੀਟਰ ਨੂੰ ਚੈੱਕ ਕਰ ਲਈਦਾ ਤਾਂ ਪਤਾ ਲੱਗ ਜਾਂਦਾ। ਮੈਨੂੰ ਲੱਗਦਾ ਜਿਹੜੀਆਂ ਲੈਬਾਂ ਆ ਨਾ ਉਹ ਬੰਦ ਕਰਾਓਗੇ ਤੁਸੀਂ। ਤੇ ਜੇ ਨਾਭੀ ਨੂੰ ਚੈੱਕ ਕਰਨ ਦਾ ਤਰੀਕਾ ਕੀ ਹੈ, ਕਿ ਤੁਹਾਨੂੰ ਇਹ ਰੋਗ ਹੈ ਜਾਂ ਮਰੀਜ਼ ਤੋਂ ਪੁੱਛਣਾ ਪੈ ਰਿਹਾ? ਦੇਖੋ ਜੀ, ਜਿਸ ਡਾਕਟਰ ਨੂੰ ਨਬਜ਼ ਫੜ ਕੇ ਪਤਾ ਆ ਨਾ, ਨਬਜ਼ ਚੈੱਕ ਕਰ ਲੈਂਦਾ ਆ, ਤਾਂ ਉਹਨੂੰ ਦੱਸਣ ਦੀ ਲੋੜ ਨਹੀਂ ਕਿ ਅੰਦਰ ਕੀ ਰੋਗ ਹੈ। ਤੁਹਾਡੀ ਨਾਭੀ ਤੋਂ ਹੀ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਆਹ ਪ੍ਰੋਬਲਮ ਤੁਹਾਡੇ ਅੰਦਰ ਚੱਲਦੀ ਪਈ ਆ। ਇਲਾਜ ਨਾਭੀ ਰਾਹੀਂ ਹੋ ਜਾਂਦਾ, ਨਬਜ਼ ਰਾਹੀਂ ਦੇਖਿਆ ਜਾਂਦਾ। ਸਕੈਨਿੰਗ ਸੈਂਟਰ ਸਾਡਾ ਨਬਜ਼ ਹੈ। ਠੀਕ। ਤੇ ਨਾਭੀ ਵਿੱਚ ਜਿਹੜਾ ਤੁਸੀਂ ਨੋਬਲ ਅੰਮ੍ਰਿਤ ਦੀਆਂ ਬੂੰਦਾਂ ਪਾਉਣ ਦੀ ਗੱਲ ਕਰਦੇ ਹੋ, ਤੇ ਬੋਡੀ ਦੀ ਹਰ ਬਿਮਾਰੀ ਦੇ ਉੱਤੇ ਠੀਕ ਕਰਨ ਦਾ ਦਾਅਵਾ ਕਰਦੇ ਹੋ, ਕਿ ਇਹ ਕੋਈ ਯੰਤਰ ਮੰਤਰ ਹੈ, ਕੋਈ ਜਾਦੂ ਦੀ ਛੜੀ ਹੈ, ਜਾਂ ਵਾਕਿਆ ਇਹਦੇ ਪਿੱਛੇ ਕੋਈ ਖੋਜ ਖੜੀ ਹੈ? ਦੇਖੋ ਮੈਂ ਤੁਹਾਨੂੰ ਅੱਜ ਗੱਲ ਕਰਦਾ, ਜੋ ਸਾਡਾ ਅਮਰੀਕਾ ਇੱਕ ਇਹੋ ਜਿਹੀ ਕੰਟਰੀ ਆ, ਸਭ ਤੋਂ ਡਿਵੈਲਪ ਹੈ। ਸਾਡੇ ਨਾੜੂ ਇਹਨੂੰ ਸਾਂਭਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਅਮਰੀਕਾ 'ਚ ਜੇ ਤੁਹਾਡੇ ਦਰਸ਼ਕ ਬੈਠੇ ਹੋਣਗੇ, ਉਹ ਦੇਖਣਗੇ, ਜ਼ਰੂਰ ਦੱਸ ਦੇਣਗੇ ਤੁਹਾਨੂੰ ਕਿ ਹਾਂ, ਕਿ ਇੱਥੇ ਇਹ ਬੈਂਕਾਂ ਬਣ ਚੁੱਕੀਆਂ ਆ। ਠੀਕ ਹੈ ਜੀ। ਬਟ ਸਾਡੇ ਬਜ਼ੁਰਗਾਂ ਨੇ ਪਹਿਲਾਂ ਸ਼ੁਰੂ ਕੀਤਾ ਸੀ। ਸਾਡੇ ਬਜ਼ੁਰਗਾਂ ਕੋਲੋਂ ਪਹਿਲਾਂ ਪਤਾ ਸੀ ਇਸ ਚੀਜ਼ ਦਾ ਕਿ ਨਾਭੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਸਾਰੇ ਇਲਾਜ ਕੀਤੇ। ਸਾਡੇ ਵੈਦ ਸੀ ਜਿਹੜੇ ਪੁਰਾਣੇ, ਉਹ ਕੰਮ ਕੀ ਕਰਦੇ ਸੀ, 100 ਸਾਲ ਤੋਂ ਉੱਪਰ ਦੀ ਏਜ ਸੀਗੀ। ਮਤਲਬ ਜਿਹੜੀਆਂ ਸਾਡੀਆਂ ਪੁਰਾਣੀਆਂ ਤਕਨੀਕਾਂ ਸੀ, ਉਹ ਵਿਕਸਿਤ ਮੁਲਕਾਂ ਨੇ ਤਾਂ ਫੜ ਲਈਆਂ, ਅਸੀਂ ਕਿਤੇ ਨਾ ਕਿਤੇ ਛੱਡ ਗਏ। ਮੈਂ ਸਰ ਗੱਲ ਕਰਨਾ ਚਾਹੁੰਦਾ ਆ, ਸਾਡੇ ਕੋਲ ਹਰ ਤਰ੍ਹਾਂ ਦਾ ਪੇਸਟ ਪਿਆ, ਸਾਡੀ ਦਾਤਣ ਕਿੱਥੇ ਗਈ? ਤੁਸੀਂ ਅਮਰੀਕਾ, ਕੈਨੇਡਾ, ਫਰਾਂਸ, ਜਰਮਨ, ਹਾਲੈਂਡ ਕਿਤੇ ਵੀ ਜਾਓ, ਉੱਥੇ ਤੁਹਾਨੂੰ ਨਿੰਮ ਦੀ ਦਾਤਣ ਮਿਲੂਗੀ, ਪਰ ਉਹ ਡਾਲਰਾਂ 'ਚ ਗਿਣੀ ਜਾਂਦੀ ਆ। ਨਿੰਮਾਂ ਹੀ ਨਹੀਂ ਰਹੀਆਂ, ਲੋਕਾਂ ਨੇ ਵਾਤਾਵਰਨ ਨੂੰ ਗੰਦਲਾ ਕਰ ਦਿੱਤਾ। ਖਤਮ ਅਸੀਂ ਹਾਂ, ਅਸੀਂ ਕੀਤਾ ਜੀ। ਖਤਮ ਕਿਸੇ ਨੇ ਨਹੀਂ ਕੀਤਾ, ਕੁਦਰਤ ਨੂੰ ਖਤਮ ਅਸੀਂ ਕਰ ਰਹੇ ਹਾਂ। ਜੇ ਇਸੇ ਲਾਈਨ ਨਾਲ ਚੱਲੀ ਗਏ ਤਾਂ ਇੱਕ ਦਿਨ ਇੱਦਾਂ ਦਾ ਆ ਜਾਣਾ ਕਿ ਸਾਡੀ ਪੰਜਾਬੀਅਤ, ਸਾਡੀ ਸਭ ਕੁਝ ਖਤਮ ਹੋ ਜਾਣੀ ਆ। ਜਿਹੜੇ ਸਰੀਰ ਤੁਸੀਂ ਦੇਖੋ, ਯੋਧੇ ਹੋਏ ਆ ਸਾਡੇ ਦੇਸ਼ 'ਚ, ਜਿਨ੍ਹਾਂ ਦੀਆਂ 7-7 ਫੁੱਟ ਦੀਆਂ ਹਾਈਟਾਂ ਸੀਗੀਆਂ, ਔਰ ਉਹ ਸਵਾ ਮਣ ਦੇ ਹਥਿਆਰ ਚਲਾਉਂਦੇ ਰਹੇ ਆ। ਅੱਜ ਸਵਾ ਮਣ ਕਰਨਾ ਬਹੁਤ ਹੈ। ਮੈਨੂੰ ਮੇਰੇ ਦਾਦਾ ਜੀ ਦੀ ਗੱਲ ਯਾਦ ਆਉਂਦੀ ਆ ਕਿ ਮੈਂ ਗੁੜ ਕੱਢ ਕੇ ਸਵਾ ਮਣ ਫਗਵਾੜੇ ਨੂੰ ਆ ਜਾਂਦਾ ਹੁੰਦਾ ਸੀ ਸਿਰ ਤੇ ਰੱਖ ਕੇ, ਤੇ ਉਹ ਬਹੁਤ ਵੱਡੀ ਚੀਜ਼ ਸੀ ਸਾਡੇ ਲਈ। ਮੈਂ ਕਹਿੰਦਾ ਸਾਡੇ ਕੋਲ 10 ਕਿਲੋਮੀਟਰ ਨਹੀਂ ਚੱਲ ਹੋਣਾ। ਸੋ ਅਸੀਂ ਕੁਦਰਤ ਤੋਂ ਪਿੱਛੇ ਨੂੰ ਹੋ ਗਏ ਹਾਂ। ਕੁਦਰਤ ਤਾਂ ਨਹੀਂ ਸਾਡੇ ਤੋਂ ਪਿੱਛੇ ਹੋਈ। ਇੱਕ ਛੋਟਾ ਜਿਹਾ ਕਣ ਆਇਆ ਜਿਹਨੂੰ ਅਸੀਂ ਕਰੋਨਾ ਵਾਇਰਸ ਕਿਹਾ, ਕੁਦਰਤ ਨੇ ਸਿਖਾ ਦਿੱਤਾ ਰਹਿਣਾ ਕਿੱਦਾਂ ਰਹਿਣਾ ਇੱਥੇ। ਸੋ ਸਾਨੂੰ ਕੁਦਰਤ ਨਾਲ ਅੱਜ ਵੀ ਜੁੜਨ ਦੀ ਲੋੜ ਆ। ਨੰਗੇ ਪੈਰੀ ਤੁਰੋ, ਨਹੀਂ ਤੁਰਦੇ ਅਸੀਂ, ਅੱਜ ਖਤਮ ਹੋ ਗਏ ਹਾਂ ਇਸ ਚੀਜ਼ 'ਚੋਂ ਲੈ ਕੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਮੁੜ ਕੇ ਲੈ ਕੇ ਆਉਣੀ ਪੈਣਗੀਆਂ। ਬਿਲਕੁਲ, ਇਹ ਚੀਜ਼ਾਂ ਕਿਤੇ ਨਾ ਕਿਤੇ ਮੁੜ ਕੇ ਲੈ ਕੇ ਆਉਣੀਆਂ ਪੈਣਗੀਆਂ। ਡਾਕਟਰ ਸਾਹਿਬ, ਬਹੁਤ ਸਾਰੀਆਂ ਬਿਮਾਰੀਆਂ, BP ਆ, ਸ਼ੂਗਰ ਆ, ਗੈਸ ਦੀ ਪ੍ਰੋਬਲਮ ਆ, ਜਿਨ੍ਹਾਂ ਨੂੰ ਲਗਾਤਾਰ ਗੋਲੀਆਂ ਖਾਣੀਆਂ ਪੈਣਗੀਆਂ। ਐਲੋਪੈਥੀ ਕਹਿੰਦੇ ਵਿੱਚ ਥਾਇਰਾਇਡ ਵੀ ਆ। ਕਿ ਨੋਬਲ ਅੰਮ੍ਰਿਤ ਆ, ਇਹ ਸਦਾ ਲਈ ਨਿਜਾਤ ਦਵਾ ਸਕਦਾ, ਔਰ ਕਿੰਨਾ ਚਿਰ ਇਹਨੂੰ ਸੇਵਨ ਕਰਨਾ ਪੈਣਾ? ਇੱਦਾਂ ਹੁੰਦੀ ਆ ਜੀ, ਬਿਮਾਰੀ ਦੇ ਹਿਸਾਬ ਨਾਲ ਅਸੀਂ ਦੱਸਦੇ ਹੈਗੇ ਆ ਕਿ ਇਹ ਜਿਹੜੀ ਦਵਾਈ ਹੈਗੀ ਆ ਨਾਭੀ ਦੇ ਵਿੱਚ ਕਿੰਨਾ ਚਿਰ ਪਾਉਣੇ ਆ। ਫਿਰ ਵੀ ਘੱਟ ਤੋਂ ਘੱਟ ਦਾ ਇਹਦਾ ਜਿਹੜਾ ਕੋਰਸ ਹੁੰਦਾ ਉਹ 6 ਮਹੀਨੇ ਦਾ ਹੁੰਦਾ, ਲੇਕਿਨ ਇਹਦੇ ਨਾਲ ਪਰਹੇਜ਼ ਬਹੁਤ ਜ਼ਰੂਰੀ ਹੁੰਦੇ ਆ। ਐਲੋਪੈਥੀ ਦੇ ਵਿੱਚ ਪਰਹੇਜ਼ ਦੀ ਮਹੱਤਤਾ ਘੱਟ ਹੋ ਸਕਦੀ ਆ, ਲੇਕਿਨ ਜਦੋਂ ਆਪਾਂ ਆਯੁਰਵੇਦ ਮੈਡੀਸਨ ਜਿਹੜੀ ਯੂਜ਼ ਕਰਨੀ ਆ, ਉਹ ਚਾਹੇ ਆਪਾਂ ਨੇਵਲ ਅੰਮ੍ਰਿਤ ਕਰੀਏ ਜਾਂ ਹੋਰ ਵੀ ਕੋਈ ਆਯੁਰਵੇਦ ਦੀ ਕੋਈ ਦਵਾਈ ਜਿਹੜੀ ਆਪਾਂ ਲੈਣੇ ਹੈਗੇ ਆ, ਉਹਦੇ ਨਾਲ ਪਰਹੇਜ਼ ਦੀ ਮਹੱਤਤਾ ਹੈ। ਕਿਉਂਕਿ ਜਿਹੜੀ ਐਲੋਪੈਥੀ ਆ ਇਹ ਸਾਨੂੰ ਇਨਸਟੈਂਟ ਰਿਜ਼ਲਟ ਦਿੰਦੀ ਆ, ਪਰ ਇਹ ਹੋ ਸਕਦਾ ਕਈ ਵਾਰੀ ਪਰਮਾਨੈਂਟ ਰਿਜ਼ਲਟ ਨਾ ਦੇਵੇ। ਲੇਕਿਨ ਜਿਹੜੀ ਆਯੁਰਵੇਦ ਹੈ ਇਹਨੇ ਸਾਨੂੰ ਰਿਜ਼ਲਟ ਹੌਲੀ ਹੌਲੀ ਦੇਣਾ ਹੁੰਦਾ, ਲੇਕਿਨ ਪਰਮਾਨੈਂਟ ਦੇਣਾ ਹੁੰਦਾ। ਪਰ ਇੱਕ ਸਾਡੀ ਗੱਲ ਉੱਥੇ ਆ ਜਾਂਦੀ ਹੈ ਕਿ ਅਸੀਂ ਕਿਉਂਕਿ ਕੁਦਰਤ ਨਾਲੋਂ ਟੁੱਟੇ ਹੋਏ ਆ, ਆਯੁਰਵੇਦ ਨਾਲੋਂ ਟੁੱਟੇ ਹੋਏ ਆ, ਅਸੀਂ ਦੇਖੋ ਦੇਖੀ ਪੱਛਮ ਦਾ ਕਲਚਰ ਜਿਹੜਾ ਸਾਨੂੰ ਸੂਟ ਵੀ ਨਹੀਂ ਕਰਦਾ, ਅਸੀਂ ਉਹ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਕਰਕੇ ਅਸੀਂ ਆਯੁਰਵੇਦ ਤੋਂ ਦੂਰ ਹੋ ਗਏ। ਲੋਕ ਆਯੁਰਵੇਦ ਕੋਲ ਉਦੋਂ ਆਉਂਦੇ ਆ ਜਦੋਂ ਸਾਰੇ ਐਲੋਪੈਥੀ ਵਾਲੇ ਜਵਾਬ ਦੇ ਦਿੰਦੇ ਆ। ਫਿਰ ਉਹ ਕਈ ਵਾਰੀ ਐਲੋਪੈਥੀ ਵੀ ਆਯੁਰਵੇਦ ਵੀ ਉਹਨੂੰ ਠੀਕ ਨਹੀਂ ਕਰ ਪਾਉਂਦੀ ਹੈਗੀ। ਫਿਰ ਉਦੋਂ ਉਹ ਕਹਿੰਦੇ ਜੀ ਅਸੀਂ ਤਾਂ ਆਯੁਰਵੇਦੀਆਂ ਵੀ ਆ ਦਵਾਈਆਂ ਵਰਤ ਕੇ ਦੇਖ ਲਈਆਂ। ਹੋਣਾ ਇਹ ਚਾਹੀਦਾ ਕਿ ਜਦੋਂ ਅਸੀਂ ਥੋੜ੍ਹਾ ਬਹੁਤ ਬਿਮਾਰ ਹੁੰਦੇ ਆ, ਅਸੀਂ ਪਹਿਲਾਂ ਹੀ ਆਯੁਰਵੇਦ ਦੀ ਕੁਦਰਤ ਦੀ ਗੋਦ ਵਿੱਚ ਚਲ ਜਾਈਏ, ਉਹਦਾ ਨਿੱਘ ਮਾਣੀਏ ਕੁਦਰਤ ਦਾ, ਔਰ ਬਿਮਾਰੀਆਂ ਤੋਂ ਆਪਾਂ ਸਦਾ ਲਈ ਨਿਜਾਤ ਪਾ ਲਈਏ। ਬਾਕੀ ਜਿੰਨੀਆਂ ਵੀ ਬਿਮਾਰੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਡਾਕਟਰ ਦੱਸਦੇ ਹੈਗੇ ਆ ਕਿ ਲਗਾਤਾਰ ਦਵਾਈ ਖਾਣੀ ਪੈਂਦੀ ਆ, ਚਾਹੇ ਉਹ ਜਿਹਦਾ ਤੁਸੀਂ ਨਾਮ ਲਿਆ, ਯੂਰਿਕ ਐਸਿਡ ਹੈ ਜਾਂ BP ਹੈ ਜਾਂ ਥਾਇਰਾਇਡ ਹੈ ਜਾਂ ਸ਼ੂਗਰ ਹੈ, ਉਹਨਾਂ ਸਾਰੀਆਂ ਦੀ ਅਸੀਂ ਗੋਲੀ ਜਿਹੜੀ ਹੈਗੀ ਆ ਉਹ ਛੁਡਵਾ ਦਿੰਦੇ ਆ।
ਮਤਲਬ ਬਹੁਤ ਸਾਡੇ ਕੋਲ ਇਦਾਂ ਦੇ ਰਿਜ਼ਲਟ ਹੈਗੇ ਆ ਜਿਹੜੇ ਸ਼ੂਗਰ ਦੀ ਸਵੇਰੇ ਉੱਠਦੇ ਹੀ ਗੋਲੀਆਂ ਦਾ ਫੱਕਾ ਮਾਰਦੇ ਸੀ ਜਾਂ ਥਾਇਰਾਇਡ ਦੀ ਗੋਲੀ ਖਾਂਦੇ ਸੀ ਖਾਲੀ ਪੇਟ ਵੇ ਪਾਣੀ ਦੇ ਨਾਲ ਪਹਿਲਾਂ ਉਹ ਲੈਣੀ ਹੈਗੀ ਆ, ਉਹ ਗੋਲੀਆਂ ਮਰੀਜ਼ ਛੱਡ ਚੁੱਕੇ ਆ। ਲੇਕਿਨ ਪਰਹੇਜ਼ ਜਿਹੜੇ ਹੈਗੇ ਆ ਉਹ ਨਾਲ ਜ਼ਰੂਰ ਕਰਨੇ ਪੈਂਦੇ ਆ। ਔਰ ਖਾਣ ਪੀਣ ਜੇ ਆਪਾਂ ਆਪਣਾ ਸੁਧਾਰ ਲਾਂਗੇ, ਠੀਕ ਹੈ ਜੀ, ਤੇ ਉਹਦੇ ਨਾਲ ਇਹ ਹੋ ਜਾਏਗਾ ਕਿ ਬਿਮਾਰੀਆਂ ਜਿਹੜੀਆਂ ਹੈਗੀਆਂ ਆ ਉਹ ਤੋਂ ਆਪਾਂ ਕੁਦਰਤੀ ਰੂਪ 'ਚ ਉੱਦਾਂ ਹੀ ਨਿਜਾਤ ਪਾਉਣੀ ਸ਼ੁਰੂ ਆਪਾਂ ਕਰਨਾ। ਇਹੀ ਚਾਹੁੰਦੇ ਸੀ ਕਿ ਜ਼ਰੂਰੀ ਨਹੀਂ ਕਿ ਦਵਾਈ ਖਾਧੀ ਜਾਵੇ। ਦਵਾਈ ਖਾਧੀ ਤੋਂ ਬਗੈਰ ਅਗਰ ਤੁਸੀਂ ਏਡੀ ਵੱਡੀ ਖੋਜ ਕਰ ਸਕਦੇ ਹੋ ਕਿ ਇੱਕ ਨੋਬਲ ਅੰਮ੍ਰਿਤ ਤਿਆਰ ਕਰਕੇ ਸਰੀਰ ਦੀਆਂ ਲਗਭਗ ਬਿਮਾਰੀਆਂ ਤੇ ਅਸਰ ਕਰਦਾ ਹੈ, ਤੇ ਕੀ ਗੱਲ ਇਹੋ ਜਿਹਾ ਕੋਈ ਸੁਝਾਅ ਨਹੀਂ ਜਾਂ ਇਹੋ ਜਿਹੇ ਪਰਹੇਜ਼ ਨਹੀਂ ਕਿ ਬਿਮਾਰੀ ਲੱਗੇ ਹੀ ਨਾ? ਬਿਲਕੁਲ ਹੈਗਾ ਜੀ। ਅਸਲ ਦੇ ਵਿੱਚ ਜਦੋਂ ਆਪਾਂ ਆਪਣੇ ਬਜ਼ੁਰਗਾਂ ਨੂੰ ਦੇਖਦੇ ਹਾਂ, ਉਮਰ 100 ਸਾਲ ਤੋਂ ਉੱਤੇ ਔਰ ਜੁੱਸੇ ਬਿਲਕੁਲ ਤੰਦਰੁਸਤ, ਬਿਮਾਰੀ ਹੈ ਨਹੀਂ, ਉਹਦੇ ਪਿੱਛੇ ਕਾਰਨ ਦੋ ਸੀਗੇ। ਇੱਕ ਤਾਂ ਉਹਨਾਂ ਦੀ ਖੁਰਾਕ ਜਿਹੜੀ ਆ ਉਹ ਬੜੀ ਨਪੀ ਤੁਲੀ ਔਰ ਵਧੀਆ ਪੌਸ਼ਟਿਕ ਤੱਤਾਂ ਵਾਲੀ ਖੁਰਾਕ ਔਰ ਹੱਥੀਂ ਕੰਮ ਕਰਦੇ ਹੁੰਦੇ ਸੀ। ਔਰ ਇਸ ਵੇਲੇ ਜਿੰਨੇ ਲੋਕ ਬਿਮਾਰ ਹੈਗੇ ਆ ਉਹਨਾਂ ਵੱਲ ਆਪਾਂ ਝਾਤ ਮਾਰ ਕੇ ਦੇਖ ਲਈਏ, ਇੱਕ ਤਾਂ ਉਹਨਾਂ ਦੀ ਖੁਰਾਕ ਜਿਹੜੀ ਹੈਗੀ ਆ ਉਹ ਤੰਦਰੁਸਤੀ ਵਾਲੀ ਖੁਰਾਕ ਨਹੀਂ ਹੈ, ਦੂਜੇ ਨੰਬਰ ਤੇ ਸੁੱਖ ਜਾਨ ਪਾਈ ਹੋਆ ਹੱਥੀਂ ਕੰਮ ਨਹੀਂ ਹੈਗਾ। ਜੇ ਆਪਾਂ ਹੁਣ ਵੀ ਉਹ ਖੁਰਾਕ ਜਿਹੜੀ ਖੁਰਾਕ ਸਾਡੇ ਬਜ਼ੁਰਗ ਖਾਂਦੇ ਸੀ ਆਪਾਂ ਉਧਰਲੇ ਪਾਸੇ ਨੂੰ ਮੁੜ ਜਾਈਏ ਤੇ ਮੈਨੂੰ ਇਦਾਂ ਲੱਗਦਾ ਆ ਵੀ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਹੋਣੇ ਹੀ ਨਹੀਂ ਦੇਵਾਂਗੇ ਆਪਾਂ। ਹੁਣ 5-5 7-7 ਕਿਲੋ ਗੁੜ ਕਿੱਥੋਂ ਖਾ ਲਾਂਗੇ ਆਪਾਂ? ਸਰ 5-7 ਕਿਲੋ ਗੁੜ ਜਿਹੜੇ ਬਜ਼ੁਰਗ ਖਾਂਦੇ ਸੀ ਨਾ, ਉਹ 5-7 ਕਿਲੋ ਗੁੜ ਖਾ ਕੇ ਕੰਮ ਵੀ ਉਨਾ ਹੀ ਕਰਦੇ ਸੀ। ਉਹ એનર્ਜੀ ਜਿਹੜੀ ਹੈਗੀ ਲੱਗਣੀ ਚਾਹੀਦੀ ਆ ਕਿਤੇ। ਹੁਣ ਤਾਂ ਤੁਸੀਂ ਅੱਧਾ ਗਲਾਸ ਦੁੱਧ ਦਾ ਪੀ ਲਓ ਤਾਂ ਗੈਸ ਬਣ ਜਾਂਦੀ ਹੈ, ਕਿਉਂਕਿ ਉਹ ਦੁੱਧ ਵੀ ਜਿਹੜਾ ਹੈਗਾ ਪਹਿਲੀ ਗੱਲ ਤਾਂ ਸਾਨੂੰ ਸ਼ੁੱਧ ਨਹੀਂ ਮਿਲ ਰਿਹਾ। ਜੇ ਕਿਤੇ ਉਹ ਸ਼ੁੱਧ ਮਿਲ ਵੀ ਜਾਵੇ ਤਾਂ ਆਪਾਂ ਉਹ ਕੰਮ ਨਹੀਂ ਉਨਾ ਕਰ ਪਾਉਂਦੇ ਹੈਗੇ। ਲੇਕਿਨ ਫਿਰ ਵੀ ਦੇਖੋ, ਬਿਮਾਰੀਆਂ ਤੋਂ ਬਚਣ ਦੇ ਲਈ ਜਿਹੜੀਆਂ ਚੀਜ਼ਾਂ ਸਾਡੇ ਬਜ਼ੁਰਗ ਇਸਤੇਮਾਲ ਕਰਦੇ ਸੀ, ਖੜੇ ਮਸਾਲਿਆਂ ਦੀ ਜੇ ਆਪਾਂ ਗੱਲ ਕਰ ਲਈਏ, ਮਸਾਲਿਆਂ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਘਰਾਂ ਦੇ ਵਿੱਚ ਜੀਰਾ ਵਰਤਦੇ ਸੀ, ਅਜਵਾਇਣ ਵਰਤਦੇ ਸੀ, ਲੌਂਗ ਹੁੰਦੇ ਸੀ, ਛੋਟੀ ਇਲਾਇਚੀ, ਬੜੀ ਇਲਾਇਚੀ, ਮਗਾਂ ਹੁੰਦੀਆਂ ਸੀ, ਪਿੱਪਲੀ ਹੁੰਦੀ ਸੀ, ਦਾਰੂ ਹਲਦੀ ਹੁੰਦੀ ਸੀ, ਜਾਇਫਲ ਸੀ, ਜਵਿਤਰੀ ਸੀ, ਜੀਰਾ ਸੀਗਾ। ਨਹੀਂ ਰਹੀਆਂ ਸਾਡੇ। ਮੰਨ ਲਓ ਤੁਸੀਂ ਚਾਵਲ ਬਣਾ ਲਓ, ਘਰ ਦੇ ਵਿੱਚ ਚੌਲ ਬਣਾਓ ਤੁਸੀਂ, ਜੇ ਕਾਲੀ ਮਿਰਚ ਪਾਈ ਹੋਊਗੀ ਤਾਂ ਨਿਆਣਿਆਂ ਨੇ ਕੱਢ ਕੇ ਲਾਈਨ ਲਾਈ ਹੁੰਦੀ ਆ ਪਲੇਟ ਦੇ ਕੰਢੇ ਦੇ ਉੱਤੇ, ਖਾ ਨਹੀਂ ਰਹੇ, ਕਿਉਂਕਿ ਅਸੀਂ ਪ੍ਰੋਤਸਾਹਿਤ ਹੀ ਨਹੀਂ ਕਰ ਪਾ ਰਹੇ ਬੱਚਿਆਂ ਨੂੰ ਕਿ ਇਹ ਚੀਜ਼ ਤੁਹਾਡੇ ਲਈ ਫਾਇਦੇਮੰਦ ਹੈਗੀ ਆ। ਲੇਕਿਨ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਕੋਈ ਸੁਝਾਅ ਜਾਂ ਕੁਛ ਇੱਦਾਂ ਦੀ ਚੀਜ਼ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਇਹੋ ਜਿਹੀ ਚੀਜ਼ ਤਿਆਰ ਕਰਨੇ ਦੀ, ਜਿਹਦਾ ਨਾਮ ਜਿਹੜਾ ਹੈਗਾ ਆ ਕੋਈ ਡਾਈਟ ਚਾਰਟ ਇਦਾਂ ਦੀ? ਡਾਈਟ ਚਾਰਟ ਵੀ ਹੋਏਗੀ ਸਰ। ਅਸੀਂ ਉਹ ਮਸਾਲਿਆਂ ਦੀ ਵਾਪਸੀ ਕਰਵਾ ਰਹੇ ਹਾਂ। ਉਹ ਮਸਾਲੇ ਜਿਨ੍ਹਾਂ MDH ਵਾਲੇ ਕੇਸ ਨਾ ਕਰ ਦੇਣ ਸਰ। MDH ਦੀ ਅਸੀਂ ਗੱਲ ਨਹੀਂ ਕਰ ਰਹੇ, ਕਿਉਂਕਿ ਉਹਨਾਂ ਦਾ ਆਪਣਾ ਪਲੇਟਫਾਰਮ ਹੈਗਾ, ਸਾਡਾ ਇੱਕ ਆਪਣਾ ਪਲੇਟਫਾਰਮ ਹੋਏਗਾ। ਲੇਕਿਨ ਇਹਦੇ ਵਿੱਚ ਇਹ ਚੀਜ਼ ਹੈਗੀ ਆ ਕਿ ਆਪਾਂ ਅਗਰ ਕੋਈ ਵੀ ਮਸਾਲਾ ਜਿਹੜਾ ਮਾਰਕੀਟ ਤੋਂ ਲੈ ਕੇ ਆਉਂਦੇ ਆ, ਜਿਹੜਾ ਪੀਸਿਆ ਹੋਇਆ ਮਸਾਲਾ ਲੈ ਕੇ ਆਉਂਦੇ ਆ ਸਰ, ਕੀ ਸਾਨੂੰ ਯਕੀਨ ਹੁੰਦਾ ਹੈ ਕਿ ਉਹਦੇ ਵਿੱਚ ਉਹ ਚੀਜ਼ ਹੁੰਦੀ ਹੈ ਨਾ? ਤੁਸੀਂ ਪੇਟ ਦੀਆਂ ਬਿਮਾਰੀਆਂ ਜਿਨ੍ਹਾਂ ਤੋਂ ਜ਼ਿਆਦਾਤਰ ਬਿਮਾਰੀਆਂ ਸ਼ੁਰੂ ਹੁੰਦੀਆਂ ਆ, ਕਿ ਇਹ ਜਿਹੜਾ ਨੋਬਲ ਅੰਮ੍ਰਿਤ ਆ ਇਹ ਪੇਟ ਦੀਆਂ ਬਿਮਾਰੀਆਂ ਨੂੰ ਵੀ ਹੱਲ ਕਰਦਾ ਹੈ? ਕਿਉਂਕਿ ਲਗਭਗ ਬਿਮਾਰੀਆਂ, ਪੇਟ ਤੁਹਾਡਾ ਸਾਫ਼ ਹੋ ਗਿਆ ਤਾਂ ਬਿਮਾਰੀਆਂ ਦਾ ਆਪੇ ਹੱਲ ਹੋ ਜਾਂਦਾ। ਬਿਲਕੁਲ ਸਰ, ਪੇਟ ਦੀਆਂ ਜਿੰਨੀਆਂ ਬਿਮਾਰੀਆਂ ਆ ਉਹਨਾਂ ਦੇ ਉੱਤੇ ਅਸੀਂ ਬਹੁਤ ਸਾਰੇ ਰਿਜ਼ਲਟ ਲਏ ਆ, ਚਾਹੇ ਉਹ ਲੀਵਰ ਦੀਆਂ ਪ੍ਰੋਬਲਮਸ ਹੋਣ, ਇੱਥੋਂ ਤੱਕ ਕਿ ਜਿਨ੍ਹਾਂ ਨੂੰ ਬਹੁਤ ਵੱਡੇ ਵੱਡੇ ਹਸਪਤਾਲਾਂ ਨੇ ਕਿਹਾ ਸੀ ਕਿ ਲੀਵਰ ਟ੍ਰਾਂਸਪਲਾਂਟ ਕਰਨੇ ਪੈਣੇ ਆ, ਅੱਜ ਬਿਲਕੁਲ ਉਹ ਤੰਦਰੁਸਤ ਹੈਗੇ ਆ, ਕੋਈ ਲੀਵਰ ਟ੍ਰਾਂਸਪਲਾਂਟ ਕਰਨ ਦੀ ਜ਼ਰੂਰਤ ਨਹੀਂ ਪਈ। ਉਹੀ ਲੀਵਰ, ਕਿਉਂਕਿ ਲੀਵਰ ਸਾਡੇ ਸਰੀਰ ਦਾ ਇੱਕ ਇੱਦਾਂ ਦਾ ਅੰਗ ਹੈ ਸਰ, ਕੁਦਰਤੀ ਰੂਪ ਦੇ ਵਿੱਚ ਇਹ ਆਪਣੀ ਰਿਕਵਰੀ ਖੁਦ ਕਰ ਲੈਂਦਾ ਹੈਗਾ ਸਰ, ਖੁਰਾਕ ਦਾ ਹੇਰ ਫੇਰ ਕਰਨਾ ਪੈਂਦਾ। ਔਰ ਇਹਦੇ ਨਾਲ ਸੰਬੰਧਿਤ ਬਿਮਾਰੀਆਂ ਜਿਹੜੀ ਕਬਜ਼ ਹੋ ਗਈ, ਗੈਸ ਆ, ਐਸਿਡਿਟੀ ਆ ਗਈ, ਕੋਈ ਤੇਜ਼ਾਬ ਬਣਦਾ ਹੈਗਾ ਆ, ਖਾਧਾ ਪੀਤਾ ਪਚਦਾ ਨਹੀਂ, ਸਾਡਾ ਡਾਈਜੈਸਟਿਵ ਸਿਸਟਮ ਸਲੋ ਹੋ ਗਿਆ, ਇਹਨਾਂ ਸਾਰੀਆਂ ਬਿਮਾਰੀਆਂ ਦੇ ਉੱਤੇ ਨੇਵਲ ਅੰਮ੍ਰਿਤ ਕੰਮ ਕਰਦਾ ਹੈ। ਲੇਕਿਨ ਗੱਲ ਉਹ ਫਿਰ ਤੁਹਾਡੇ ਵਾਲੀ ਆ ਜਾਂਦੀ ਹੈਗੀ ਆ ਕਿ ਵੀ ਜੇ ਨੇਵਲ ਅੰਮ੍ਰਿਤ ਦੀ ਵੀ ਜ਼ਰੂਰਤ ਨਾ ਪਵੇ, ਉਹਦੇ ਲਈ ਅਸੀਂ ਉਹ ਮਸਾਲੇ ਦੀ ਗੱਲ ਕਰਦੇ ਹੈਗੇ ਆ ਕਿ ਇੱਕ ਮਸਾਲਾ ਤਿਆਰ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਘੱਟ ਤੋਂ ਘੱਟ 17 ਮਸਾਲੇ ਇਹੋ ਜਿਹੇ ਪਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਸਾਡੇ ਬਜ਼ੁਰਗ ਘਰਾਂ ਦੇ ਵਿੱਚ ਵਰਤਦੇ ਸੀ, ਜਿਹਦੇ ਵਿੱਚ ਕਾਲੀ ਮਿਰਚ ਵੀ ਹੈ, ਧਨੀਆ ਵੀ ਹੈਗਾ, ਸੁੱਕਾ ਸਾਬਤ ਧਨੀਆ ਜਿਹੜਾ ਹੁੰਦਾ ਆ, ਉਹਦੇ ਵਿੱਚ ਦਾਲ ਚੀਨੀ ਵੀ ਹੈ, ਉਹਦੇ ਵਿੱਚ ਮਗਾਂ ਵੀ ਹੈ, ਉਹਦੇ ਜਵਿਤਰੀ, ਜਾਇਫਲ, ਦਾਰੂ ਹਲਦੀ ਵੀ ਹੈਗੀ, ਉਹਦੇ ਵਿੱਚ ਜੀਰਾ ਵੀ ਹੈਗਾ ਆ, ਉਹਦੇ ਵਿੱਚ ਹਿੰਗ ਵੀ ਹੈਗੀ ਆ। ਮੰਨ ਲਓ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਕੁਦਰਤੀ ਰੂਪ 'ਚ ਬਿਮਾਰੀ ਤੋਂ ਬਚਾਉਂਦੀਆਂ ਸੀ, ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ। ਜਲਦੀ ਤੁਹਾਡੇ ਨਾਲ ਉਹ ਚੀਜ਼ ਦੀ ਵੀ ਸਾਂਝ ਪਾਵਾਂਗੇ ਆਪਾਂ ਕਿ ਉਹ ਮਸਾਲਾ ਤਿਆਰ ਹੋ ਗਿਆ ਹੈਗਾ ਆ, ਤਾਂ ਕਿ ਮਨੁੱਖ ਦਾ ਪੇਟ ਸਾਫ਼ ਰਹੇ। ਔਰ ਜੇ ਪੇਟ ਸਾਫ਼ ਆ, ਅੱਛਾ ਇੱਕ ਗੱਲ ਹੈਗੀ ਆ ਵੀ ਜੇ ਸਵੇਰ ਨੂੰ ਉੱਠ ਕੇ ਨਾ ਬੰਦੇ ਦਾ ਪੇਟ ਸਾਫ਼ ਹੋ ਜਾਏ ਚੰਗੀ ਤਰ੍ਹਾਂ ਤਾਂ ਸਮਝ ਲਓ ਬੰਦੇ ਦਾ ਅੱਧਾ ਦਿਨ ਆ ਜਿਹੜਾ
ਉਹ ਖੁਸ਼ੀ ਭਰਿਆ ਬਤੀਤ ਹੋਏਗਾ ਔਰ ਉਹਨੂੰ ਕੋਈ ਦਿਮਾਗ ਦੇ ਉੱਤੇ ਟੈਨਸ਼ਨ ਨਹੀਂ ਰਹੇਗੀ, ਕਿਉਂਕਿ ਜੇ ਬੰਦੇ ਦਾ ਪੇਟ ਨਹੀਂ ਨਾ ਸਾਫ਼ ਹੋਇਆ ਉਹਦਾ ਦਿਮਾਗ ਪੇਟ 'ਚ ਰਹਿੰਦਾ। ਡਾਕਟਰ ਸਾਹਿਬ ਗੱਲ ਟੈਨਸ਼ਨ ਤੋਂ ਜ਼ਿਆਦਾ ਗਈ, ਬਿਮਾਰੀਆਂ ਹੋਰ ਵੀ ਬਹੁਤ ਸਾਰੀਆਂ ਪੁੱਛਣੀਆਂ, ਕਿਉਂਕਿ ਜਿਹੜਾ ਮਨੁੱਖ ਜਿਹੜਾ ਨਾ ਖਾਸ ਕਰਕੇ ਪੰਜਾਬ ਦਾ ਮਨੁੱਖ ਬਹੁਤ ਬਿਮਾਰ ਹੈ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਸਾਡੇ ਜ਼ਰੀਏ ਦੇ ਨਾਲ ਲੋਕਾਂ ਨੂੰ ਤੰਦਰੁਸਤੀ ਦੇਈਏ, ਪੰਜਾਬ ਤੰਦਰੁਸਤ ਹੋਵੇ। ਤੇ ਇੱਕ ਮਾਈਂਡ ਦੀ ਬਿਮਾਰੀ ਆਉਂਦੀ ਜਿਹੜੀ ਤੁਸੀਂ ਟੈਨਸ਼ਨ ਦਾ ਨਾਂ ਲਿਆ ਨਾ, ਕੀ ਨੋਬਲ ਅਮਰਤ ਉਹਦੇ ਤੇ ਵੀ ਕੰਮ ਕਰੂ? ਬਿਲਕੁਲ ਕੰਮ ਕਰੂਗੀ ਜੀ। ਕਿਸੇ ਨੂੰ ਡਿਪਰੈਸ਼ਨ ਆ, ਸਟ੍ਰੈਸ ਰਹਿੰਦੀ ਹੈ, ਨੀਂਦ ਨਹੀਂ ਆਉਂਦੀ, ਤੁਸੀਂ 15 ਤੋਂ 20 ਦਿਨ ਦੇ ਵਿੱਚ ਰਿਜ਼ਲਟ ਲੈ ਸਕਦੇ ਹੋ। ਉਹ ਲੋਕ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਗੋਲੀ ਵੀ ਖਾ ਲਈਏ ਨੀਂਦ ਦੀ ਤਾਂ ਸੌਂ ਨਹੀਂ ਪਾਉਂਦੇ, ਤੇ ਜਦੋਂ ਨੇਵਲ ਅੰਮ੍ਰਿਤ ਵਰਤਦੇ ਹੈਗੇ ਆ ਤੇ ਸਾਨੂੰ ਫਿਰ ਆ ਕੇ ਦੱਸਦੇ ਆ ਜੀ ਵੀ ਨੀਂਦ ਬੜੀ ਪਿਆਰੀ ਆ ਜੀ। ਐਨੀ ਮਤਲਬ ਇਹ ਮੈਡੀਸਨ ਜਿਹੜੀ ਹੈਗੀ ਆ, ਕਿਉਂਕਿ ਇਹਦਾ ਨਾਭੀ ਦੇ ਨਾਲ ਸਿੱਧਾ ਸਭ ਤੋਂ ਪਹਿਲਾਂ ਬ੍ਰੇਨ 'ਤੇ ਅਸਰ ਕਰਦੀ ਹੈਗੀ ਆ, ਜਾ ਕੇ ਉਹਨੂੰ ਸ਼ਾਂਤ ਕਰਨਾ ਹੁੰਦਾ ਹੈ, ਪਹਿਲਾਂ ਸਟ੍ਰੈਸ ਫ੍ਰੀ ਕਰਦੀ ਹੈ ਸਾਡੇ ਦਿਮਾਗ ਨੂੰ, ਔਰ ਨੀਂਦ ਪ੍ਰੋਪਰ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਛਾ, ਜਿਹੜਾ ਬੰਦਾ ਦੇਖੋ 2-4 ਚੀਜ਼ਾਂ ਹੁੰਦੀਆਂ ਸਾਡੀ ਤੰਦਰੁਸਤੀ ਦੇ ਲਈ, ਕਹਿੰਦੇ ਖੂਬ ਹੱਸੋ, ਖੂਬ ਸੌਵੋ, ਹੈ ਨਾ। ਜਿਹੜਾ ਬੰਦਾ ਜ਼ਿਆਦਾ ਹੱਸਦਾ ਔਰ 8 ਘੰਟੇ ਦੀ ਨੀਂਦ ਘੱਟੋ ਘੱਟ ਉਹਦੀ ਬਿਨਾਂ ਡਿਸਟਰਬਿੰਗ ਤੋਂ ਪੂਰੀ ਹੁੰਦੀ ਹੈਗੀ ਆ, ਉਹ ਬਿਮਾਰੀਆਂ ਤੋਂ ਜਿਹੜਾ ਹੈਗਾ ਉਹ ਨਿਜਾਤ ਪਾਉਣੀ ਸ਼ੁਰੂ ਕਰ ਦਿੰਦਾ। ਹੱਥੀਂ ਮਿਹਨਤ ਜਿਹੜਾ ਕਰਦਾ ਉਹਦਾ ਮੋਟਾਪਾ ਵੀ ਘਟਣਾ ਸ਼ੁਰੂ ਹੋ ਜਾਂਦਾ, ਔਰ ਉਹਦੇ ਨਾਲ ਨਾਲ ਜਿਹੜੀਆਂ ਨਸਾਂ ਦੀ ਬਲੋਕੇਜ ਹੈ ਉਹ ਵੀ ਖੁੱਲਣੀ ਸ਼ੁਰੂ ਹੋ ਜਾਂਦੀ ਹੈ। ਸਟ੍ਰੈਸ ਹੀ ਜਿਹੜਾ ਖੁਦਕਸ਼ੀਆਂ ਦਾ ਕਾਰਨ ਬਣਦਾ ਹੈ। ਡਾਕਟਰ ਸਾਹਿਬ ਗੱਲ ਕਰਾਂਗੇ ਆਪਾਂ ਵੀ ਜਿਹੜਾ ਪੇਟ ਦੀਆਂ ਬਿਮਾਰੀਆਂ ਦੀ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਹਟੇ ਹਨ, ਉਸ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਇਸ ਤਰ੍ਹਾਂ ਦੀਆਂ ਜਿਹੜਾ ਔਰਤਾਂ ਦੇ ਗੁਪਤ ਰੋਗ ਹੈ, ਕਿਉਂਕਿ ਇਹ ਜਿਹੜੇ ਰਸੌਲੀਆਂ ਵਾ ਜਾਂ ਹੋਰ ਹੈ, ਇਹਨਾਂ ਦੇ ਆਪਰੇਸ਼ਨ ਹੀ ਹੱਲ ਹੈ ਐਲੋਪੈਥੀ ਦੇ ਵਿੱਚ। ਇਹ ਬਹੁਤ ਵੱਡੀ ਤਾਦਾਦ ਵਿੱਚ ਇਹ ਰਸੌਲੀਆਂ ਦੀ ਬਿਮਾਰੀ ਹੈ, ਇਹਦਾ ਵੀ ਹੱਲ ਹੈ ਆਪਣੇ ਕੋਲ? ਬਿਲਕੁਲ ਜੀ, ਨੇਵਲ ਅੰਮ੍ਰਿਤ ਦੇ ਕੋਲ ਇਹੋ ਜਿਹੇ ਰਿਜ਼ਲਟ ਪਏ ਆ, ਸਾਡੇ ਕੋਲ ਇਹੋ ਜਿਹੇ ਰਿਜ਼ਲਟ ਜਿਨ੍ਹਾਂ ਕੋਲ ਬਹੁਤ ਵੱਡੀਆਂ ਵੱਡੀਆਂ ਰਸੌਲੀਆਂ ਸੀ ਅੱਜ ਬਿਲਕੁਲ ਠੀਕ ਹੋ ਚੁੱਕੇ ਆ। ਮੈਂ ਤੁਹਾਨੂੰ ਇੱਕ ਚੀਜ਼, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਕੁਦਰਤ, ਕੁੜੀਆਂ ਸਾਡੀਆਂ ਜਿਹੜੀਆਂ ਅੱਜ ਦੀਆਂ ਯੰਗ ਆ ਇਹਨਾਂ ਨੂੰ ਰਸੌਲੀਆਂ ਹੋ ਕਿਉਂ ਰਹੀਆਂ, ਵਜ੍ਹਾ ਕਾਰਨ ਕੀ ਆ? ਠੀਕ ਹੈ ਨਾ, ਸਭ ਤੋਂ ਪਹਿਲਾਂ ਤਾਂ ਜਿਹੜਾ ਪੈਡ ਯੂਜ਼ ਕਰਨੀਆਂ, ਸਿੰਥੈਟਿਕ ਪੈਡ ਹੈ, ਇਹ ਯੂਜ਼ ਕਰਨਾ ਬੰਦ ਕਰ ਦੇਣ। ਮੇਰਾ ਮੈਸੇਜ ਆ ਸਾਰੀਆਂ ਭੈਣਾਂ ਨੂੰ, ਬਹੁਤ ਵੱਡੀ ਗੱਲ ਆ, ਇਹ ਗੱਲ ਨੂੰ ਬਿਲਕੁਲ ਧਿਆਨ ਨਾਲ ਸੁਣਿਓ। ਪੈਡ ਬੰਦ ਕਰ ਦੇਣ। ਸਾਡੇ ਬਜ਼ੁਰਗ ਕੱਪੜਾ ਯੂਜ਼ ਕਰਦੇ ਸੀ, ਮੈਨੂੰ ਕੋਈ ਸ਼ਰਮ ਨਹੀਂ ਇਸ ਗੱਲ 'ਚ ਕਹਿਣ ਦੀ, ਔਰ ਸ਼ਰਮ ਕਰਨੀ ਵੀ ਨਹੀਂ ਚਾਹੀਦੀ। ਜਿਨ੍ਹਾਂ ਤੱਕ ਭੈਣਾਂ ਤੱਕ ਇਹ ਮੇਰੀ ਮੈਸੇਜ ਜਾ ਰਿਹਾ, ਉਹ ਪਲੀਜ਼ ਆਪਣੀਆਂ ਬੱਚੀਆਂ ਨੂੰ ਵੀ ਕੱਪੜਾ ਯੂਜ਼ ਕਰਵਾਉਣ, ਕਿਉਂਕਿ ਜਦੋਂ ਵੀ ਕਿਸੇ ਔਰਗਨ ਨੂੰ ਆਕਸੀਜਨ ਨਹੀਂ ਜਾਂਦੀ ਤਾਂ ਉਹ ਔਰਗਨ ਹਮੇਸ਼ਾ ਡੈਮੇਜ ਹੋਣ ਲੱਗ ਪੈਂਦਾ। ਮੰਨ ਕੇ ਚੱਲੋ ਮੇਰੀ ਇਸ ਉਂਗਲ ਨੂੰ, ਇੱਥੇ ਤੁਸੀਂ ਕਈ ਵਾਰੀ ਦੇਖਿਆ ਹੋਣਾ ਆਪਾਂ ਰਬੜ ਪਾ ਦਈਏ, ਉਹ ਉੱਪਰੋਂ ਕਾਲਾ ਹੋਣ ਲੱਗ ਪੈਂਦਾ, ਮੀਨਸ ਕਿ ਕਾਰਨ ਕਿ ਉੱਥੇ ਔਰਗਨ ਨੂੰ ਆਕਸੀਜਨ ਨਹੀਂ ਜਾ ਰਹੀ। ਪੀਰੀਅਡ ਦੌਰਾਨ ਲੇਡੀਜ਼ ਨੂੰ ਜਦੋਂ ਪੈਡ ਯੂਜ਼ ਕਰਦੀਆਂ ਉਹਦੇ ਵਿੱਚ ਇੱਕ ਪੋਲੀਥੀਨ ਲਿਫਾਫਾ ਹੁੰਦਾ ਜਿਹਦੇ ਕਾਰਨ ਆਕਸੀਜਨ ਨਹੀਂ ਜਾਂਦੀ ਸਾਡੇ ਔਰਗਨ ਨੂੰ। ਸੋ ਉਹਦੇ ਕਾਰਨ ਨਾਲ ਇਹ ਰਸੌਲੀਆਂ ਦਾ ਵੱਡਾ ਕਾਰਨ ਹੈ। ਔਰ ਦੂਜੀ ਵੱਡੀ ਕਾਰਨ ਹੈਗਾ ਜੀ, ਜਿਹੜੀਆਂ ਸਾਡੀਆਂ ਅੱਜ ਦੀਆਂ ਕੁੜੀਆਂ ਹੈਗੀਆਂ ਉਹ ਜੀਨਾਂ ਪਾਉਣ ਲੱਗ ਪਈਆਂ। ਦੇਖੋ ਜੀਨਾਂ ਸਾਡਾ ਜਿਹੜਾ ਪਿੰਟੂ ਹੁੰਦਾ ਨਾ, ਇਹ ਲੇਡੀਜ਼ ਲਈ ਖਾਸ ਕਰਕੇ ਹੁੰਦਾ ਇਸ ਚੀਜ਼ ਨੂੰ, ਤਾਂ ਮੈਂ ਰਿਕੁਐਸਟ ਕਰਨਾ ਚਾਹੂੰਗਾ ਕਿ ਜੀਨਾਂ ਤੋਂ ਥੋੜ੍ਹਾ ਜਿਹਾ ਪਿੱਛੇ ਹਟ ਜਾਣ ਤਾਂ ਇਹ ਬਿਮਾਰੀਆਂ ਹਟ ਜਾਣਗੇ। ਦੋ ਕੁ ਪਰਹੇਜ਼ ਹੈਗੇ ਆ ਜੀ, ਇੱਕ ਤਾਂ ਪੈਡ ਯੂਜ਼ ਕਰਨਾ ਬੰਦ ਕਰ ਦੇਣ, ਕੱਪੜਾ ਯੂਜ਼ ਕਰਨ। ਦੂਜੀ ਚੀਜ਼ ਹੈ ਕਿ ਜੀਨ ਤੋਂ ਥੋੜ੍ਹਾ ਪਰਹੇਜ਼ ਕਰਨ, PCOD ਦੀ ਪ੍ਰੋਬਲਮ ਖਤਮ ਹੋ ਜਾਣੀ ਆ। ਰਸੌਲੀਆਂ ਦੀ ਜਿਹੜੀ ਆ ਉਹ ਨਿਜਾਤ ਮਿਲ ਸਕਦੀ ਹੈ ਜੇ ਪਰਹੇਜ਼ ਹੀ ਕਰ ਲੈਣ, ਤੇ ਜੇ ਹੋ ਚੁੱਕੀਆਂ ਤਾਂ ਉਹਨਾਂ ਦਾ ਹੱਲ? ਬਿਲਕੁਲ ਜੀ, ਜਿਹਨੂੰ ਹੋ ਚੁੱਕਿਆ ਨੇਵਲ ਅੰਮ੍ਰਿਤ ਕੰਮ ਕਰ ਰਿਹਾ, ਠੀਕ ਹੈ ਜੀ, ਉਹ ਤਾਂ ਮਾਲਕ ਨੇ ਦਿੱਤੀ ਹੋਈ ਸਾਨੂੰ। ਕਿੰਨਾ ਟਾਈਮ ਇਹਨੂੰ ਵਰਤਣਾ ਪਊਗਾ? ਇਹ 6 ਮੰਥ ਦਾ ਹੈਗਾ ਆ ਜੀ, 6 ਮਹੀਨੇ ਦਾ ਹੈਗਾ ਆ। ਗਵਰਨਮੈਂਟ ਦੇ ਮੁਤਾਬਕ ਜਾਂ ਸਾਡੇ ਮੁਤਾਬਕ ਇੱਕ ਚੀਜ਼ ਅਸੀਂ ਕਹਿੰਦੇ ਕਿ ਜਿਹੜਾ ਆਯੁਰਵੈਦਾ ਆ ਉਹ ਕਹਿੰਦਾ 6 ਮਹੀਨੇ ਤੋਂ ਘੱਟ ਕੋਈ ਵੀ ਨਹੀਂ। ਟਿਸ਼ੂ ਤੇ ਕੰਮ ਹਮੇਸ਼ਾ 3 ਮਹੀਨੇ ਲਈ ਹੁੰਦਾ, ਸੈੱਲ ਤੇ ਕੰਮ ਹਮੇਸ਼ਾ 6 ਮਹੀਨੇ ਲਈ ਹੁੰਦਾ, ਤੇ ਔਰਗਨ ਤੇ ਕੰਮ ਹਮੇਸ਼ਾ 9 ਮਹੀਨੇ ਲਈ ਹੁੰਦਾ। ਸੋ ਔਰਗਨ ਦਾ ਕੰਮ ਹਮੇਸ਼ਾ ਹੀ 9 ਮਹੀਨੇ ਤੇ ਜਾਣਾ ਚਾਹੀਦਾ, ਕਿਉਂਕਿ ਆਪਾਂ ਜੇ ਐਲੋਪੈਥੀ 'ਚ ਵੀ ਚੱਲਦੇ ਵਾਪਸ ਨਾ, ਮੰਨ ਕੇ ਮੈਂ ਬਲੱਡ ਕਿਸੇ ਨੂੰ ਡੋਨੇਟ ਕਰਨਾ ਤਾਂ ਕਿੰਨੇ ਮਹੀਨੇ ਬਾਅਦ ਦੁਬਾਰਾ ਕਰੂੰਗਾ? ਅੱਜ ਕਰਤਾ 3 ਮਹੀਨੇ ਬਾਅਦ। ਉਹਦੀ ਵਜ੍ਹਾ ਕਿਉਂ ਆ? ਬਲੱਡ ਤਾਂ ਬਲੱਡ ਹੈ, ਤਾਂ ਦੂਜੇ ਦਿਨ ਵੀ ਕਰ ਸਕਦੇ, 24 ਘੰਟੇ 'ਚ ਵੀ ਪੂਰਾ ਹੋ ਜਾਂਦਾ ਜੀ। ਕਿਉਂ ਕਰ ਰਹੇ ਆ? ਉਹਦੇ ਕਾਰਨ ਕਿ ਜਿਹੜਾ ਸੈੱਲ ਆ ਨਾ ਉਹ ਰੀਜਨਰੇਟ ਹੀ 3 ਮਹੀਨੇ ਬਾਅਦ ਜਾ ਕੇ ਹੁੰਦਾ। ਸੋ ਇਸ ਕਾਰਨ ਕਰਕੇ ਸਾਨੂੰ ਬਹੁਤ ਸਾਰੇ ਦੋਸਤ ਆ ਜਿਹੜੇ ਫੋਨ ਕਰ ਦਿੰਦੇ ਆ ਕਿ ਸਾਨੂੰ 1 ਮਹੀਨੇ ਦੀ ਦੇ ਦਿਓ ਦਵਾਈ, ਹੈ ਨਾ। ਪਰ ਮੈਂ ਸੁਜੈਸਟ ਨਹੀਂ ਕਰੂੰਗਾ ਮੇਰੇ ਤੋਂ ਫ੍ਰੀ ਲੈ ਜਾਓ, ਪਰ ਵਰਤੋਂ ਘੱਟ ਤੋਂ ਘੱਟ 6 ਮਹੀਨੇ। ਪੰਜਾਬ ਦਾ ਇੱਕ ਮੇਜਰ ਰੋਗ ਮੈਂ ਕਹੂੰਗਾ ਯੂਰਿਕ ਐਸਿਡ ਜਾਂ ਜੋੜਾਂ ਦੇ ਦਰਦ। ਘਰਾਂ ਦੇ ਵਿੱਚ ਲਗਭਗ ਲੋਕ ਜੋੜਾਂ ਦੇ ਦਰਦ ਤੋਂ ਹੀ ਦੁਖੀ ਹੈ, ਤੇ ਇਹ ਨੋਬਲ ਅੰਮ੍ਰਿਤ ਜੋੜਾਂ ਦੇ ਦਰਦ ਤੇ ਜੇ ਅਸਰ ਕਰਦਾ ਹੈ ਤਾਂ ਕਿੰਨਾ ਚਿਰ ਵਰਤਣਾ ਚਾਹੀਦਾ? 6 ਮਹੀਨੇ ਘੱਟ ਤੋਂ ਘੱਟ ਵਰਤੋ। ਰਿਜ਼ਲਟ ਤੁਹਾਨੂੰ 20 ਤੋਂ 25 ਦਿਨਾਂ 'ਚ ਦੇਖਣ ਲੱਗ ਪੈਂਦੇ ਆ,
ਕਿ ਗੋਡੇ ਪਾਉਣ ਤੋਂ ਨਿਜਾਤ ਮਿਲ ਸਕਦੀ ਹੈ? ਬਹੁਤ ਸਾਰੇ ਪੇਸ਼ੈਂਟ ਆ ਜੀ ਜਿਨ੍ਹਾਂ ਦਾ ਆਪਰੇਟ ਲਈ ਗਏ ਹੋਏ ਸੀਗੇ। ਤੁਸੀਂ YouTube ਤੇ ਕਿਤੇ ਸਰਚ ਕਰ ਲਿਓ ਨਾਭੀ ਅੰਮ੍ਰਿਤ ਜਾਂ ਨੇਵਲ ਅੰਮ੍ਰਿਤ ਭਰ ਕੇ, ਉਹ ਪੇਸ਼ੈਂਟ ਆਪਰੇਟ ਕਰਾਉਣ ਲਈ ਟਾਈਮਿੰਗ ਦਿੱਤਾ ਸੀ। ਅੱਜ ਉਹ ਬੰਦੇ ਬੜੇ ਵਧੀਆ ਨਜ਼ਾਰੇ ਨਾਲ ਘੁੰਮ ਰਹੇ ਆ। ਤੇ ਮੈਂ ਫਿਰ ਕਹੂੰਗਾ ਕਿ ਇਹਦਾ ਤਿਆਰ ਕਰਨ ਦਾ ਜਿਹੜਾ ਤਰੀਕਾ ਕੀ ਹੈ ਕਿ ਇੱਕ ਜਾਦੂ ਦੀ ਛੜੀ ਵਾਂਗੂ ਕੰਮ ਕਰਦਾ, ਜਿਹੜਾ ਉਹਦੇ ਕਿਤੇ ਨਾ ਕਿਤੇ ਮਰੀਜ਼ ਦੇ ਅੰਦਰ ਵੀ ਇਹ ਸ਼ੱਕ ਬਣ ਜਾਂਦੀ ਹੈ ਕਿ ਹਰੇਕ ਬਿਮਾਰੀ ਤੇ ਇਲਾਜ ਇਹ ਹੋ ਕਿਵੇਂ ਸੰਭਵ ਕਿਵੇਂ ਹੋ ਸਕਦਾ ਤੇ ਇਹ ਕਿਵੇਂ ਅਸਰ ਕਰਦਾ ਹੈ ਤੇ ਬਣਾਉਣ ਦੀ ਵਿਧੀ ਕੀ ਹੈ? ਸਾਡੇ ਬਜ਼ੁਰਗਾਂ ਨੂੰ ਅੱਜ ਵੀ ਪੁੱਛ ਲਓ, ਜੇ ਹਾਲੇ ਬਜ਼ੁਰਗ ਸਾਡੇ ਕੋਲ ਹੈਗੇ ਆ, ਸਾਂਭੇ ਹੋਏ ਆ। ਅਸੀਂ ਕਹ ਲਈਏ 30-40 ਸਾਲ ਦੇ ਹੋ ਗਏ ਆ ਤਾਂ ਸਾਡੇ ਕੋਲ ਬਜ਼ੁਰਗ ਹੈਗੇ 80-90 ਸਾਲ ਦੇ ਹੈਗੇ ਆ। ਉਹਨਾਂ ਨੂੰ ਪੁੱਛ ਲਓ ਨਾਭੀ ਕੀ ਕਰਦੀ ਸੀ, ਇਲਾਜ ਕਿਵੇਂ ਕਰਦੀ ਸੀ, ਪਤਾ ਸੀ ਉਹਨਾਂ ਨੂੰ। ਅੱਜ ਵੀ ਬਜ਼ੁਰਗ ਔਰਤਾਂ ਨੂੰ ਪੁੱਛ ਲਓ, ਜੇਕਰ ਰਾਤ ਨੂੰ ਬੱਚਾ ਸੌਂਦਾ ਨਾ, ਹੁਣ ਬਿਮਾਰ ਹੋ ਜਾਂਦਾ ਹੈ, ਮੰਨ ਕੇ ਚਲੋ ਬਿਮਾਰ ਹੋ ਗਿਆ ਤਾਂ ਉਹਦੀ ਰੋਣ ਲੱਗ ਪਿਆ, ਉਹਦੀ ਧੁੰਨੀ ਦੇ ਉੱਤੇ ਅਸੀਂ ਮਾਲਿਸ਼ ਕਰ ਦਿੰਦੇ ਸੀਗੇ। ਉਹਦੀ ਕਾਰਨ ਕੀ ਸੀ? ਉਦੋਂ ਕਾਰਨਾਂ ਦਾ ਪਤਾ ਨਹੀਂ ਸੀ, ਪਰ ਵਿਧੀ ਚੱਲਦੀ ਵਿਧੀ ਦਾ ਪਤਾ ਸੀ, ਕਿਉਂਕਿ ਬਜ਼ੁਰਗਾਂ ਤੋਂ ਮਿਲੀ ਹੋਈ ਚੀਜ਼ ਅੱਗੇ ਤੋਂ ਅੱਗੇ ਚੀਜ਼ ਆਉਂਦੀ ਰਹੇ। ਸੋ ਅਸੀਂ ਸਾਂਭ ਰਹੇ ਹਾਂ ਇਸ ਚੀਜ਼ ਨੂੰ। ਜਿਹੜਾ ਤੁਸੀਂ ਕਹਿੰਦੇ ਨਾ ਵੀ ਗੋਡਿਆਂ ਦੇ ਦਰਦ ਜਾਂ ਹੋਰ ਜੋੜਾਂ ਦੇ ਦਰਦ ਆ, ਇਹ ਸਾਡੀ ਰਸੋਈ ਚੋਂ ਬਾਹਰ ਨਿਕਲੇ ਆ। ਸਾਨੂੰ ਗੋਡਿਆਂ ਦੇ ਦਰਦ ਨਹੀਂ ਸੀਗੇ। ਸਾਨੂੰ ਤੁਸੀਂ ਦੇਖੋ ਸਰ, ਬਜ਼ੁਰਗ ਦੇਖੇ ਆਪਾਂ, ਉਹ ਕਿੰਨਾ ਕੰਮ ਕਰਕੇ ਵੀ ਉਹਨਾਂ ਦੇ ਜੋੜ ਨਹੀਂ ਸੀ ਕਦੇ ਦੁਖਦੇ, ਉਹਨਾਂ ਦੀ ਬੈਕ ਪ੍ਰੋਬਲਮ ਕਦੇ ਹੈ ਹੀ ਨਹੀਂ ਸੀ। ਬੌਲਦਾਂ ਵਾਂਗੂ ਕੰਮ ਕਰਦੇ ਸੀ। ਬਿਲਕੁਲ ਠੀਕ ਹੈ ਜੀ। ਸਵੇਰੇ ਤੜਕੇ ਉੱਠ ਕੇ ਰਾਤ ਨੂੰ 10 ਵਜੇ ਤੱਕ ਕੰਮ ਕਰਨੇ, ਫਿਰ ਵੀ ਉੱਦਾਂ ਦੇ ਫਿੱਟ ਐਂਡ ਫਾਈਨ। ਬਟ ਕਿੱਥੇ ਗਿਆ? ਪਰ ਸਾਡੀ ਰਸੋਈ 'ਚ, ਜਿੱਦਾਂ ਸੰਜੀਵ ਭਾਜੀ ਨੇ ਦੱਸਿਆ ਨਾ ਕਿ ਰਸੋਈ ਤੋਂ ਖਤਮ ਹੋ ਗਏ ਅਸੀਂ। ਅੱਜ ਵੀ ਰਸੋਈ 'ਚ ਵਾਪਸੀ ਕਰ ਜਾਓ, ਮੈਂ ਕਹਿੰਦਾ ਅੱਜ ਵੀ ਰਸੋਈ 'ਚ ਵਾਪਸੀ ਕਰ ਜਾਓ, ਇਹ ਜੋੜਾਂ ਦੇ ਦਰਦ, ਇਹ ਗਠੀਏ, ਇਹ ਪ੍ਰੋਬਲਮਾਂ ਸਾਰੀਆਂ, ਯੂਰਿਕ ਐਸਿਡ ਖਤਮ ਹੋ ਜਾਣਗੀਆਂ। ਇਹ ਹਾਰਟ ਦੀ ਬਿਮਾਰੀ ਜਿਹੜੀ ਆ ਨਾ, ਇਹ ਵੀ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ। ਔਰ ਡਾਕਟਰ ਕੋਲ ਤੁਸੀਂ ਜਾਓ ਤਾਂ ਉਹ ਸਟੰਟ ਹੀ ਪਾਉਂਦਾ ਹੈ, ਕਿਉਂਕਿ ਸਿੱਧਾ 1.5 ਲੱਖ ਰੁਪਈਆ ਜਿਹੜਾ ਉਹ ਆ। ਤੇ ਜੇ ਹਾਰਟ ਦੇ ਉੱਤੇ ਵੀ ਆਪਣਾ ਨੋਬਲ ਅੰਮ੍ਰਿਤ ਕੰਮ ਕਰ ਸਕਦਾ? ਬਿਲਕੁਲ, ਸੈੱਲਾਂ ਦੇ ਉੱਤੇ ਕੰਮ ਕਰਦਾ। ਸਾਡੀ ਬੋਡੀ 'ਚ ਕਲੋਟੇਜ ਬਣਦਾ। ਅਸੀਂ ਕੋਈ ਵੀ ਬਲੋਕੇਜ ਜਿੱਥੇ ਹੋ ਜਾਂਦੀ ਹੈ ਨਾ, ਉਹ ਤੁਹਾਡੇ ਲਈ ਇੱਕ ਸਟੰਟ ਦਾ ਕਾਰਨ ਬਣ ਜਾਂਦੀ। ਮੰਨ ਕੇ ਉਸ ਪਾਈਪ ਨੂੰ ਖੋਲ ਦੇਣਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਆਪਾਂ ਸਾਰੇ ਜ਼ਿਮੀਂਦਾਰਾਂ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ। ਕੋਈ ਵੀ ਫਸਲ ਬੀਜਣੀ ਆ, ਉਹ ਤੋਂ ਪਹਿਲਾਂ ਆਪਾਂ ਆਪਣੀ ਆੜ ਕੱਢਦੇ ਹਾਂ। ਉਹ ਕਾਹਲੇ ਕੱਢਦੇ ਹਾਂ ਕਿਉਂਕਿ ਮੋਟਰ ਦਾ ਪਾਣੀ ਸਿੱਧਾ ਖੇਤ 'ਚ ਚਲਾ ਜਾਏ। ਜੇ ਆੜ ਨਾ ਘੜੀ ਹੋਊਗੀ ਤਾਂ ਉਹ ਆਲੇ ਦੁਆਲੇ ਬਿਲਕੁਲ ਜਾਣ ਲੱਗ ਪੈਂਦਾ। ਸੇਮ ਸਾਡੀ ਇਹ ਹੈਰਾਨ ਮੈਂ ਵੀ ਐ ਤੇ ਦਰਸ਼ਕ ਵੀ ਜ਼ਰੂਰ ਹੋਣਗੇ ਕਿ ਇੱਕ ਬੂੰਦਾਂ ਜਿਹੜੀਆਂ ਨਾਭੀ 'ਚ ਪਾਉਣ ਦੇ ਨਾਲ ਸਾਰੇ ਸਰੀਰ ਦਾ ਹੱਲ ਕਿਵੇਂ ਹੋ ਸਕਦਾ, ਬਿਮਾਰੀਆਂ ਦਾ ਹੱਲ ਕਿਵੇਂ ਹੋ ਸਕਦਾ। ਡਾਕਟਰ ਸਾਹਿਬ, ਜੇ ਇਹ ਸਾਰੀਆਂ ਬਿਮਾਰੀਆਂ ਦਾ ਹੱਲ ਕਰਦਾ ਨੋਬਲ ਅੰਮ੍ਰਿਤ ਤਾਂ ਬਹੁਤ ਮਹਿੰਗਾ ਹੋਊਗਾ। ਸਰ, ਜਿਹੜਾ ਨਾ ਪ੍ਰੋਸੈਸ ਚੱਲ ਰਿਹਾ ਦੁਨੀਆ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਵੀ ਜੇ ਤਾਂ ਸਾਡੇ ਦਿਮਾਗ 'ਚ ਇੱਕ ਗੱਲ ਹੋਵੇ ਨਾ ਕਿ ਆਪਾਂ ਮਨੁੱਖਤਾ ਦੀ ਸੇਵਾ ਕਰਨੇ ਆ, ਫਿਰ ਤਾਂ ਪੈਸਾ ਅਹਿਮੀਅਤ ਨਹੀਂ ਰੱਖਦਾ। ਪਰ ਜੇ ਸਾਡੇ ਦਿਮਾਗ ਦੇ ਵਿੱਚ ਲਾਲਚ ਆ ਜਾਏ ਕਿਤੇ ਵੀ ਅਸੀਂ ਇਹਦੇ ਤੋਂ ਬਹੁਤ ਸਾਰੇ ਮੁਨਾਫੇ ਲੈਣੇ ਹੈਗੇ ਆ, ਫਿਰ ਕਿਤੇ ਨਾ ਕਿਤੇ ਬੰਦਾ ਜਿਹੜਾ ਹੈਗਾ ਆ, ਜਿਵੇਂ ਆਪਾਂ ਐਗਜ਼ਾਮਪਲ ਲਈਏ, ਜਦੋਂ ਕੇਦਾਰਨਾਥ ਦੇ ਵਿੱਚ ਤਰਾਸਦੀ ਹੋਈ, ਜਦੋਂ ਬੱਦਲ ਫਟੇ ਉੱਥੇ, ਤੇ ਜਿਹੜੇ ਲੋਕ ਗਏ ਹੋਏ ਸੀਗੇ, ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋਈਆਂ। ਜਿਹੜੇ ਲੋਕ ਬਚ ਗਏ ਉਹਨਾਂ ਦੇ ਕੋਲ ਪੀਣ ਲਈ ਸਾਫ਼ ਪਾਣੀ ਨਹੀਂ ਸੀ, ਖਾਣ ਲਈ ਰੋਟੀ ਨਹੀਂ ਸੀ। ਯਕੀਨ ਮੰਨੋ ਸਰ, ਅਸੀਂ ਜਦੋਂ ਖਬਰਾਂ ਸੁਣਦੇ ਸੀ ਨਾ, ਜਿਹੜੇ ਆਲੇ ਦੁਆਲੇ ਦੇ ਘਰ ਸੀਗੇ ਬਚੇ ਹੋਏ, ਇੱਕ ਰੋਟੀ ਜਿਹੜੀ ਆ ਨਾ, ਉਹ 500-500 ਦੀ, 1000 ਰੁਪਏ ਦੀ ਵੇਚ ਰਹੇ ਸੀ। ਕਿਉਂਕਿ ਕੁਝ ਲੋਕਾਂ ਦਾ ਹੁੰਦਾ ਵੀ ਆਪਦਾ ਦੇ ਵਿੱਚ ਅਫਸਰ ਟੋਲਣਾ। ਲੇਕਿਨ ਸਾਨੂੰ ਮਤਲਬ ਇਸ ਗੱਲ ਦੇ ਵਿੱਚ ਹੈਗੀ ਆ ਵੀ ਕਰੋਨਾ ਦੇ ਵਿੱਚ ਤਾਂ ਟਿਸ਼ੂ ਪੇਪਰ ਹੀ ਲੋਕਾਂ ਨੇ ਕਮਾਈ ਕਰ ਲਈ। ਮੈਂ ਕਿਹਾ ਜੀ, ਸੈਨੀਟਾਈਜ਼ਰ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ, ਉਹ ਵੀ ਜੇ ਕੋਈ 100 ਰੁਪਏ ਦਾ ਮਿਲਦਾ ਸੀਗਾ ਤਾਂ 500 ਰੁਪਏ ਦਾ ਹੋ ਗਿਆ, ਹੈ ਨਾ। ਮੰਨ ਲਓ ਹਰ ਚੀਜ਼ ਦੇ ਵਿੱਚ ਕਮਾਈ ਦਾ ਸਾਧਨ ਲੱਭਦੇ ਹੈਗੇ ਜਦੋਂ ਪ੍ਰੋਬਲਮ ਆ ਜਾਂਦੀ ਹੈਗੀ ਆ। ਲੇਕਿਨ ਸਾਨੂੰ ਇਸ ਗੱਲ ਦਾ ਹੈਗਾ ਕਿ ਜਦੋਂ ਕੁਦਰਤ ਨੇ ਜੇ ਸਾਨੂੰ ਚੁਣਿਆ, ਜੇ ਅਸੀਂ ਜ਼ਰੀਆ ਬਣੇ ਆ, ਕੁਦਰਤ ਦੀ ਕਿਰਪਾ ਹੋਈ ਹੈਗੀ ਆ, ਤੇ ਅਸੀਂ ਇਹਨੂੰ ਕਮਾਈ ਦਾ ਜ਼ਰੀਆ ਵੀ ਨਹੀਂ ਬਣਾਉਣਾ ਚਾਹੁੰਦੇ। ਅਸੀਂ ਇਸ ਹਿਸਾਬ ਦੇ ਨਾਲ ਇਹਦਾ ਜਿਹੜਾ ਰੇਟ ਹੈਗਾ ਉਹ ਰੱਖਿਆ ਕਿ ਸਾਡੀ ਜਿਹੜੀ ਇਹ ਮੈਡੀਸਨ ਹੈਗੀ ਆ, ਇਹ 6 ਮਹੀਨੇ ਦਾ ਕੋਰਸ ਜਿਹੜਾ ਹੈਗਾ ਆ, 180 ਦਿਨ ਦਾ ਕੋਰਸ ਹੈ ਜਿਹੜਾ, ਉਹ ਸਿਰਫ 1650 ਰੁਪਏ ਦਾ ਹੈ। ਔਰ ਜੇ ਆਪਾਂ 1650 ਨੂੰ 180 ਤੇ ਡਿਵਾਈਡ ਕਰਦੇ ਹਾਂ ਤੇ ਇਹ ਲਗਭਗ 9 ਰੁਪਏ ਜਿਹੜੇ ਹੈਗੇ ਆ ਉਹ ਰੋਜ਼ ਦੇ ਬਣਦੇ ਆ, ਹੈ ਨਾ। ਤੇ 16 ਦਰਸ਼ਕਾਂ ਨੂੰ ਦਿਖਾਇਆ ਜਾਵੇ ਕਿ ਨੋਬਲ ਅੰਮ੍ਰਿਤ ਜਿਹੜੀ ਦੀ ਪੈਕਿੰਗ ਕਿੱਦਾਂ ਦੀ ਹੈ, ਕਿਉਂਕਿ ਡੁਪਲੀਕੇਸੀ ਵੀ ਬਹੁਤ ਆਉਂਦੀ ਹੈ। ਤੁਸੀਂ ਇਹਨੂੰ ਡੁਪਲੀਕੇਸੀ ਤੋਂ ਰੋਕਣ ਲਈ ਵੀ ਕੋਈ ਉਪਾਅ ਰੱਖਿਆ, ਇਹਦਾ ਕੋਈ ਢੰਗ ਤਰੀਕਾ? ਜੀ ਬਿਲਕੁਲ, ਸਾਡੀ ਜਿਹੜੀ ਇਹ ਡੱਬੀ ਹੈਗੀ ਆ ਜੀ, ਪਹਿਲਾਂ ਤਾਂ ਇਹਦਾ ਨਾਮ ਜਿਹੜਾ ਹੈਗਾ ਉਹ ਨੇਵਲ ਅੰਮ੍ਰਿਤ ਹੈ। ਇਹਦਾ ਨਾਮ ਪਹਿਲਾਂ ਨਾਭੀ ਅੰਮ੍ਰਿਤ ਹੁੰਦਾ ਸੀ,
ਲੇਕਿਨ ਨਾਭੀ ਜਿਹੜੀ ਹੈਗੀ ਆ ਉਹ ਸਾਨੂੰ ਸਮਝ ਆਉਂਦੀ ਆ, ਪੰਜਾਬੀਆਂ ਨੂੰ ਜਾਂ ਹਿੰਦੀ ਬੋਲਣ ਵਾਲੇ ਲੋਕਾਂ ਨੂੰ ਸਮਝ ਆਉਂਦੀ ਆ। ਪਰ ਜਿਹੜੇ ਹਿੰਦੀ ਭਾਸ਼ੀ ਰਾਜ ਵੀ ਆ, ਜਦੋਂ ਅਸੀਂ ਉਹਨਾਂ ਦੇ ਪਿੰਡਾਂ 'ਚ ਜਾਂਦੇ ਆ, ਸਾਡੇ ਗੁਆਂਢ 'ਚ ਹਰਿਆਣਾ ਪੈਂਦਾ, ਉਹ ਨਾਭੀ ਨਹੀਂ ਸਾਦੇ, ਉਹ ਸੁੰਡੀ ਸਾਦੇ ਆ। ਤੇ ਰਲਦਾ ਮਿਲਦਾ ਇੱਕ ਸਾਂਝਾ ਨਾਮ ਰੱਖਿਆ। ਅਸੀਂ ਫਿਰ ਨੇਵਲ ਅੰਮ੍ਰਿਤ, ਨਾਭੀ ਤੋਂ ਫਿਰ ਨੇਵਲ ਅੰਮ੍ਰਿਤ ਇਸ ਕਰਕੇ ਕੀਤਾ ਤਾਂ ਕਿ ਜਦੋਂ ਸਾਡਾ ਨਾ ਸਾਊਥ ਇੰਡੀਅਨ ਦੇ ਵਿੱਚ ਜਦੋਂ ਮੈਡੀਸਨ ਗਈ, ਉਹ ਨਾਭੀ ਸਮਝਾਉਣਾ ਮੁਸ਼ਕਲ ਹੁੰਦਾ ਸੀ। ਨੇਵਲ ਸਰ ਅਮਰੀਕਾ ਵਾਲਿਆਂ ਨੂੰ ਵੀ ਸਮਝ ਆਉਂਦਾ, ਇੰਗਲੈਂਡ ਵਾਲਿਆਂ ਨੂੰ ਵੀ ਸਮਝ ਆਉਂਦਾ ਹੈਗਾ। ਇਸ ਕਰਕੇ ਸਭ ਤੋਂ ਪਹਿਲੀ ਗੱਲ ਇਹਦਾ ਨਾਮ ਨੇਵਲ ਅੰਮ੍ਰਿਤ ਹੈ। ਤੇ ਤੁਸੀਂ ਇਹ ਉਪਲਬਧ ਕਿੱਥੇ ਹੋ ਸਕਦਾ, ਕਿਉਂਕਿ ਮਰੀਜ਼ਾਂ ਨੂੰ ਉਕਸੁਕਤਾ ਹੁੰਦੀ, ਬਿਮਾਰ ਬੰਦਾ ਹਮੇਸ਼ਾ ਚਾਹੁੰਦਾ ਕਿ ਮੇਰੇ ਕੋਲ ਦਵਾਈ ਜਲਦੀ ਪਹੁੰਚੇ, ਤੇ ਕਿੱਥੋਂ ਲੈ ਸਕਦੇ ਨੇ ਲੋਕ? ਹਾਂਜੀ ਬਿਲਕੁਲ ਸਰ, ਸਾਰੀ ਜਾਣਕਾਰੀ ਤੁਹਾਨੂੰ ਦਿੰਦਾ ਜੀ। ਪਹਿਲਾਂ ਤਾਂ ਆਪਾਂ ਇਹਦੀ ਡੁਪਲੀਕੇਸੀ ਤੇ ਗੱਲ ਕਰ ਲਈਏ ਵੀ ਯੈਲੋ ਕਲਰ ਦੇ ਵਿੱਚ, ਪੀਲੇ ਰੰਗ ਦੇ ਵਿੱਚ ਸਾਡੀ ਇਹ ਜਿਹੜੀ ਡੱਬੀ ਹੈਗੀ ਆ ਉਹ ਆਉਂਦੀ ਆ। ਸੋ ਸਾਵਧਾਨ ਰਹਿਣਾ, ਕੋਈ ਹਰੀਆਂ ਨੀਲੀਆਂ ਕਾਲੀਆਂ ਡੱਬੀਆਂ ਅਗਰ ਆ ਜਾਂਦੀਆਂ ਹੈਗੀਆਂ ਮਾਰਕੀਟ ਦੇ ਵਿੱਚ ਤੇ ਉਹਨਾਂ ਤੋਂ ਸੁਚੇਤ ਰਹਿਣਾ ਹੈਗਾ। ਕੁਝ ਲੋਕ ਮਿਲਦੇ ਜੁਲਦੇ ਨਾਮਾਂ ਦੇ ਨਾਲ ਆ ਸਕਦੇ ਆ ਵੀ ਨਾਭੀ ਦੇ ਬਾਅਦ ਵਿੱਚ ਕੁਝ ਹੋਰ ਲਾ ਲਿਆ, ਜਾਂ ਕੋਈ ਜਿੱਦਾਂ ਅਸੀਂ ਤੁਹਾਨੂੰ ਦੱਸ ਕੇ ਹਟਿਆ ਵੀ ਨਾਭੀ ਅੰਮ੍ਰਿਤ ਸਾਡਾ ਨਾਮ ਪਹਿਲਾਂ ਸੀਗਾ, ਹੁਣ ਨੇਵਲ ਅੰਮ੍ਰਿਤ ਹੈ, ਤੇ ਨਾਭੀ ਔਰ ਅੰਮ੍ਰਿਤ ਦੇ ਵਿਚਾਲੇ ਕੁਝ ਲਾ ਲਿਆ, ਛੋਟਾ ਵੱਡਾ ਕਰਕੇ ਲਿਖ ਲਓਗੇ, ਜਾਂ ਨਾਭੀ ਤੋਂ ਪਹਿਲਾਂ ਕੁਝ ਲਿਖ ਲਓਗੇ, ਨਾਭੀ ਤੋਂ ਬਾਅਦ 'ਚ ਕੁਝ ਲਿਖ ਲਓਗੇ, ਹੈ ਨਾ, ਡੱਬੀ ਦਾ ਰੰਗ ਚੇਂਜ ਕਰਕੇ ਉਹ ਮਾਰਕੀਟ ਦੇ ਵਿੱਚ ਆ ਸਕਦੇ ਆ। ਲੇਕਿਨ ਸਾਡੇ ਜਿਹੜੇ ਲੋਕ ਹੈਗੇ ਆ, ਜਿਹੜੇ ਤੁਹਾਡਾ ਚੈਨਲ ਦੇਖ ਰਹੇ, ਉਹਨਾਂ ਨੂੰ ਰਿਕੁਐਸਟ ਹੈ ਕਿ ਯੈਲੋ ਕਲਰ ਦੇਖਣਾ, ਨੇਵਲ ਅੰਮ੍ਰਿਤ ਦੇਖਣਾ, ਇਹਦੇ ਉੱਤੇ ਸਾਡੀ ਇਹ ਸੀਲ ਲੱਗੀ ਹੁੰਦੀ ਆ। ਸਾਡੀ ਕੰਪਨੀ ਦਾ ਨਾਮ ਡ੍ਰੀਮਰਸ ਡੈਸਟੀਨੇਸ਼ਨ ਹੈਗਾ। DZD ਦੀ ਜਿਹੜੀ ਸੀਲ ਹੈ, ਇਹਦੇ ਨਾਲ ਇਹ ਪੈਕ ਜਿਹੜਾ ਹੈਗਾ ਬੰਦ ਹੁੰਦਾ, ਔਰ ਇਹਦੇ ਉੱਤੇ ਹੀ, ਡੱਬੀ ਦੇ ਉੱਤੇ ਹੀ ਸਾਡਾ ਜਿਹੜਾ ਮੈਨੂਫੈਕਚਰਿੰਗ ਲਾਇਸੈਂਸ ਨੰਬਰ ਹੈਗਾ ਰਜਿਸਟ੍ਰੇਸ਼ਨ ਹੈ ਤੁਹਾਡੀ ਜੀ। ਕਿਉਂਕਿ ਅਸੀਂ ਜਿਹੜੀ ਸਾਡੀ ਭਾਈਵਾਲ ਜਿਹੜੀ ਫਾਰਮਾਸੂਟੀਕਲ ਹੈ, NV ਫਾਰਮਾਸੂਟੀਕਲਸ, ਜਿਹਦੇ ਥਰੂ ਜਿੱਥੇ ਅਸੀਂ ਇਹਦੀ ਮੈਨੂਫੈਕਚਰਿੰਗ ਕਰਦੇ ਹੈਗੇ ਆ, ਤੇ ਨਾਲ ਸਾਡਾ ਲਾਇਸੈਂਸ ਨੰਬਰ ਹੈਗਾ ਜੀ 655 ਆਯੁਰਵੇਦ ਪੰਜਾਬ, ਹੈ ਨਾ, AYU ਨਾਲ ਲਿਖਿਆ 655। ਇਹ ਦੇਖ ਲੈਣਾ ਹੈਗਾ ਵੀ ਇਹਦੇ ਉੱਤੇ 655 ਹੀ ਲਿਖਿਆ ਹੈ। ਅਗਰ ਕੁਝ ਹੋਰ ਲਿਖਿਆ ਹੋਇਆ ਹੋਵੇ, ਸਮਝੋ ਇਹ ਡੁਪਲੀਕੇਟ ਤੇ ਡੁਪਲੀਕੇਟ ਹੈ ਜਾਂ ਕਾਪੀ ਕੀਤਾ ਹੋਇਆ ਜਿਹੜਾ ਹੈਗਾ ਇਹ ਮੈਡੀਸਨ ਹੈਗੀ ਆ, ਤੇ ਆਪਾਂ ਇਹਦੇ ਤੋਂ ਬਚਣਾ ਹੈਗਾ। ਬਾਕੀ ਸਰ ਸਾਡਾ ਜਿਹੜਾ ਐਡਰੈਸ ਹੈਗਾ, ਉਹ ਐਡਰੈਸ ਅਸੀਂ ਸ਼ਹਿਰ ਬੰਗਿਆਂ ਦੇ ਵਿੱਚ ਬੈਠੇ ਹਾਂ, ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ, ਜਿਹਨੂੰ ਪਹਿਲਾਂ ਨਵਾਂ ਸ਼ਹਿਰ ਕਹਿੰਦੇ ਸੀ, ਤੇ ਅੱਜ ਕੱਲ੍ਹ ਉਹਨੂੰ ਆਪਾਂ ਸ਼ਹੀਦ ਭਗਤ ਸਿੰਘ ਨਗਰ ਕਹਿੰਦੇ ਆ, ਕਿਉਂਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਪਿੰਡ ਜਿਹੜਾ ਆ ਉਹ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ 'ਚ ਪੈਂਦਾ, ਔਰ ਬੰਗਿਆਂ ਦੇ ਬਿਲਕੁਲ ਨਾਲ ਹੈ ਖਟਕੜ ਕਲਾਂ, ਤੇ ਇੱਕ ਦੂਜੇ ਦੇ ਨਾਲ ਬਿਲਕੁਲ ਜੂਹ ਦੇ ਨਾਲ ਜੂਹ ਜੁੜਦੀ ਹੈਗੀ ਆ। ਵੀ ਜਦੋਂ ਆਪਾਂ ਬੰਗਿਆਂ 'ਚੋਂ ਬਾਹਰ ਨਿਕਲਦੇ ਹਾਂ ਤਾਂ ਪਹਿਲਾਂ ਖਟਕੜ ਕਲਾਂ ਹੀ ਆਉਂਦਾ ਹੈਗਾ। ਔਰ ਇਹ ਜਿਹੜਾ ਬੰਗਾ ਸ਼ਹਿਰ ਹੈ ਸਰ, ਇਹਦੇ ਵਿੱਚ ਜਿਹੜਾ ਗੜ੍ਹਸ਼ੰਕਰ ਰੋਡ ਹੈਗਾ, ਇਹਨੂੰ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਰੋਡ ਵੀ ਕਹਿੰਦੇ ਆ। ਉਸ ਰੋਡ ਦੇ ਉੱਤੇ ਅਸੀਂ ਹੈਗੇ ਆ, ਬਿਲਕੁਲ ਮੇਨ ਰੋਡ ਤੇ ਆ। ਜੇ ਕਿਸੇ ਪਾਸਿਓਂ ਵੀ ਆਪਾਂ ਆਉਣੇ ਹੈਗੇ ਆ, ਕਿਸੇ ਨੂੰ ਪੁੱਛਣ ਦੀ ਵੀ ਜ਼ਰੂਰਤ ਨਹੀਂ ਹੈ। ਸਿੰਪਲ ਆਪਾਂ ਗੜ੍ਹਸ਼ੰਕਰ ਰੋਡ ਪੁੱਛ ਲੈਣਾ ਕਿ ਗੜ੍ਹਸ਼ੰਕਰ ਰੋਡ ਤੇ ਜਾਣਾ। ਗੜ੍ਹਸ਼ੰਕਰ ਰੋਡ ਤੇ ਆਪਾਂ ਮੇਨ ਰੋਡ ਤੇ ਆਉਣੇ ਹੈਗੇ ਆ, ਤੇ ਸਾਡਾ ਉੱਥੇ ਕਲੀਨਿਕ ਬਣਿਆ ਹੋਇਆ, ਬੋਰਡ ਲੱਗੇ ਹੋਏ ਆ, ਤੇ ਮੇਨ ਰੋਡ ਦੇ ਉੱਤੇ ਹੈਗਾ ਜੀ। 7 ਦਿਨ ਅਸੀਂ ਉਪਲਬਧ ਹੈਗੇ ਆ, ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ। ਤੇ ਕੋਈ ਡਿਸਟ੍ਰੀਬਿਊਟਰ ਨਹੀਂ ਹੈ, ਜਿਵੇਂ ਕਈ ਇਦਾਂ ਦੇ ਹੁੰਦੇ ਲੋਕ ਵੀ ਉਹ ਜਾ ਨਹੀਂ ਸਕਦੇ, ਬਜ਼ੁਰਗ ਹੁੰਦੇ ਆ, ਤੇ ਕੋਈ ਡਿਸਟ੍ਰੀਬਿਊਟਰ ਹੋਰਾਂ ਜ਼ਿਲ੍ਹਿਆਂ 'ਚ ਕੋਈ? ਬਿਲਕੁਲ ਡਿਸਟ੍ਰੀਬਿਊਟਰ ਹੈਗੇ ਆ ਜੀ, ਸਾਡੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿਕਅਪ ਸੈਂਟਰ ਬਣੇ ਹੋਏ ਆ। ਜਿਹੜਾ ਕੋਈ ਦੂਰੋਂ ਆਉਣ ਵਾਲਾ ਮਰੀਜ਼ ਹੈਗਾ ਆ, ਉਹ ਅਗਰ ਸਾਨੂੰ ਕਾਲ ਕਰ ਲੈਂਦਾ ਹੈਗਾ, ਤੇ ਅਸੀਂ ਉਹਨਾਂ ਨੂੰ ਉਸ ਸੰਬੰਧਿਤ ਏਰੀਏ ਦਾ ਜਿਹੜਾ ਪਿਕਅਪ ਸੈਂਟਰ ਹੁੰਦਾ, ਉਹਨਾਂ ਦੇ ਨੰਬਰ ਅਸੀਂ ਸੁਜੈਸਟ ਕਰ ਦਿੰਦੇ ਹੈਗੇ ਆ ਕਿ ਤੁਸੀਂ ਇਹ ਮੈਡੀਸਨ ਆਪਣੇ ਐਸੇ ਸ਼ਹਿਰ ਦੇ ਵਿੱਚੋਂ ਲੈ ਸਕਦੇ ਹੋ। ਲੇਕਿਨ ਫਿਰ ਵੀ ਅਗਰ ਕਿਸੇ ਦੀ ਕੋਈ ਗੰਭੀਰ ਬਿਮਾਰੀ ਹੈਗੀ ਆ, ਤੇ ਫਿਰ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਇੱਕ ਵਾਰੀ ਉਹ ਸਾਡੇ ਕੋਲ, ਸਾਡੇ ਮੁੱਖ ਦਫ਼ਤਰ ਜਿਹੜਾ ਹੈਗਾ, ਹੈੱਡ ਆਫਿਸ ਹੈ ਜਿਹੜਾ ਬੰਗਿਆਂ ਦੇ ਵਿੱਚ, ਉੱਥੇ ਸਾਡੇ ਕੋਲ ਆ ਜਾਣ, ਤਾਂ ਕਿ ਉਹਨਾਂ ਦੇ ਨਾਲ ਡਿਟੇਲ 'ਚ ਬੈਠ ਕੇ ਗੱਲਬਾਤ ਹੋਵੇ। ਬਿਮਾਰੀ ਜਿਹੜੀ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਹੈਗੀ ਆ, ਕਿੱਦਾਂ ਆਈ, ਕੇਸ ਹਿਸਟਰੀ ਜਾਣਦੇ ਹਨ। ਆਪਾਂ ਸ਼ੂਗਰ ਦੀ ਗੱਲ ਕਰ ਲਈਏ, ਕਈ ਵਾਰੀ ਇਹ ਸਾਡੀ ਖਾਨਦਾਨੀ ਪ੍ਰੋਬਲਮ ਹੁੰਦੀ ਹੈਗੀ ਆ, ਸਾਡੇ ਨਾਨਕਿਆਂ 'ਚ ਦਾਦਕਿਆਂ 'ਚ ਹੁੰਦੇ ਆ, ਤੇ ਉਹਦੇ ਨਾਲ ਫਿਰ ਅਸੀਂ ਉਹਨਾਂ ਨੂੰ ਡਾਈਟ ਚਾਰਟ ਬਣਾ ਕੇ ਦਿੰਦੇ ਹੈਗੇ ਆ ਵੀ ਕੀ ਖਾਣਾ, ਕੀ ਬੰਦ ਕਰਨਾ, ਪਰਹੇਜ਼ ਜ਼ਰੂਰੀ ਹੁੰਦੇ ਹੈਗੇ ਆ। ਔਰ ਜੇ ਪਰਹੇਜ਼ ਆਪਾਂ ਜੇ ਅਗਰ ਕੁਝ ਕਹਿੰਦੇ ਆ ਨਾ ਕਿ ਆਹ ਚੀਜ਼ਾਂ ਤੁਸੀਂ ਬੰਦ ਕਰਨੀਆਂ ਖਾਣੀਆਂ, ਕੁਝ ਚੀਜ਼ਾਂ ਅਸੀਂ ਲਾਜ਼ਮੀ ਤੌਰ ਤੇ ਦੱਸਦੇ ਵੀ ਹਾਂ ਵੀ ਆਹ ਚੀਜ਼ ਤੁਹਾਨੂੰ ਫਾਇਦਾ ਕਰੂਗੀ, ਇਹ ਚੀਜ਼ ਜ਼ਿਆਦਾ ਖਾਣੀ ਹੈਗੀ ਆ। ਜਦੋਂ ਇਹਨੂੰ ਲੈਂਦੇ ਹੋ ਤੁਸੀਂ, ਉਦੋਂ ਪਰਹੇਜ਼ ਕੁਝ ਜ਼ਰੂਰੀ, ਜਿੱਦਾਂ ਮੂੰਹ ਨਾਲ ਖਾਣ ਵਾਲੀਆਂ ਚੀਜ਼ਾਂ ਦਾ ਤਾਂ ਪਰਹੇਜ਼ ਸੁਣਿਆ ਸੀ, ਲਾਉਣ ਵਾਲੀਆਂ ਮਰੀਜ਼ਾਂ ਦੇ ਨਾਲ ਵੀ ਇਹਦੇ ਨਾਲ ਵੀ ਪਰਹੇਜ਼ ਹੈ? ਦੇਖੋ ਇੱਦਾਂ ਹੁੰਦੀ ਹੈਗੀ ਆ ਜੀ ਵੀ ਇਹ ਦਵਾਈ ਬੇਸ਼ੱਕ ਆਪਾਂ ਨਾਭੀ ਦੇ ਵਿੱਚ ਪਾਉਣੀ ਹੈਗੀ ਆ, ਲੇਕਿਨ ਨਾਭੀ ਰਾਹੀਂ ਵੀ ਇਹਨੇ ਨਸਾਂ 'ਚ ਜਾਣਾ, ਤੇ ਜਿਹੜੀ ਆਪਾਂ ਕੋਈ ਦਵਾਈ ਖਾਂਦੇ ਆ ਉਹ ਆਪਾਂ ਮੂੰਹ ਰਾਹੀਂ ਖਾ ਲੈਂਦੇ ਆ, ਉਹ ਵੀ ਪੇਟ ਤੋਂ ਹੋ ਕੇ ਨਸਾਂ ਦੇ ਵਿੱਚ ਹੀ ਜਾਂਦੀ ਆ। ਤਰੀਕਾ ਬਦਲਿਆ,
ਲੇਕਿਨ ਜਿਹੜੀਆਂ ਆਪਾਂ ਗੋਲੀਆਂ ਖਾਂਦੇ ਐਲੋਪੈਥੀ ਦੀਆਂ, ਆਪਾਂ ਉਹ ਅਗਰ ਕੰਟੀਨਿਊ ਵਰਤਦੇ ਆ, ਉਹ ਸਾਨੂੰ ਅਗਰ ਇੱਕ ਬਿਮਾਰੀ ਠੀਕ ਕਰਦੀ ਹੈ, ਕਈ ਵਾਰੀ ਉਹ ਨਾਲ 4 ਬਿਮਾਰੀਆਂ ਹੋਰ ਲਾ ਦਿੰਦੀ ਆ। ਆਪਾਂ ਕੋਈ ਵੀ ਅਗਰ ਕਿਸੇ ਵੀ ਗੋਲੀ ਦਾ ਨਾਮ ਲੈ ਦਈਏ, ਅੱਜ ਕੱਲ੍ਹ ਸਾਡੇ ਕੋਲ ਗੂਗਲ ਹੈਗਾ, ਆਪਾਂ ਗੂਗਲ ਕਰ ਸਕਦੇ ਹੈਗੇ ਆ ਵੀ ਹਰ ਦਵਾਈ ਦੇ ਨਾਲ ਜਿੱਥੇ ਉਹਦੇ ਪ੍ਰਭਾਵ ਲਿਖੇ ਹੋਏ ਆ, ਨਾਲ ਦੁਸ਼ਪ੍ਰਭਾਵ ਵੀ ਲਿਖੇ ਹੋਏ ਆ, ਸਾਈਡ ਇਫੈਕਟ ਲਿਖੇ ਹੋਏ ਆ, ਨਾਲ ਅਸੀਂ ਦੇਖ ਸਕਦੇ ਆ। ਲੇਕਿਨ ਜਿਹੜੀ ਇਹ ਆਯੁਰਵੇਦ ਹੈਗਾ ਆ, ਇਹਦਾ ਸਾਈਡ ਇਫੈਕਟ ਕੋਈ ਨਹੀਂ ਹੁੰਦਾ। ਲੇਕਿਨ ਆਯੁਰਵੇਦ ਜਿਹੜਾ ਕੰਮ ਉਦੋਂ ਕਰਦਾ ਜਦੋਂ ਆਪਾਂ ਪਰਹੇਜ਼ ਕਰਦੇ ਆ। ਡਾਕਟਰ ਸਾਹਿਬ, ਜਿਹੜੇ ਪ੍ਰੋਡਕਟ ਤਿਆਰ ਕੀਤੇ ਆ ਬਹੁਤ ਸਾਰੇ ਮਾਰਕੀਟ ਦੇ ਵਿੱਚ ਵੀ ਆਉਂਦੇ ਆ, ਤੇ ਇਹ ਦੋ ਰਾਵਾਂ ਨਹੀਂ ਕਿ ਲੋਕ ਵੀ ਡਰੇ ਹੋਏ ਨੇ, ਕਿਉਂਕਿ ਕੰਪਨੀ ਆਉਂਦੀ ਆ, ਉਹ ਮੈਂਬਰ ਤਿਆਰ ਕਰਦੀ ਆ, ਉਹਨਾਂ ਨੂੰ ਵਿੱਚ ਕਮਾਈ ਦੀ ਕੁਝ ਪਰਸੈਂਟੇਜ ਹੁੰਦੀ ਆ, ਉਹ ਝੂਠ ਬੋਲ ਕੇ ਉਹ ਪ੍ਰੋਡਕਟ ਜਿਹੜਾ ਉਹ ਵੇਚ ਜਾਂਦੇ ਆ। ਕਿਉਂਕਿ ਜਦੋਂ ਸੂਰਜ ਤੋਂ ਡਰੀ, ਕਹਿੰਦੇ ਟਟਹਿਣੇ ਤੋਂ ਵੀ ਡਰ ਲੱਗਦਾ, ਤੇ ਕੀ ਆਪਾਂ ਦਿਲਾਸਾ ਦੇ ਸਕਦੇ ਹਾਂ ਉਹ ਲੋਕਾਂ ਨੂੰ ਕਿ ਇਹ ਬਿਲਕੁਲ ਠੀਕ ਹੈ? ਨੇਬਲ ਅੰਮ੍ਰਿਤ ਆਯੁਰਵੈਦਾ ਦੀ ਕੁੱਖ 'ਚੋਂ ਜੰਮਿਆ ਹੋਇਆ ਇੱਕ ਉਹ ਪ੍ਰੋਡਕਟ ਹੈ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ। ਸਾਨੂੰ ਕੋਈ ਨਵਾਂ ਨਹੀਂ ਹੈਗਾ। ਲੋਕ ਸਾਡੇ ਇੱਕ ਵਾਰੀ ਇੱਥੇ ਵਿਸ਼ਵਾਸ ਕਰਕੇ ਦੇਖਣ, ਸਾਡੇ ਕੋਲ ਹਜ਼ਾਰਾਂ ਲੋਕ ਆ ਜਿਹੜੇ ਠੀਕ ਹੋ ਚੁੱਕੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੱਲ ਪਰਸੋਂ ਸਾਡੇ ਕੋਲ ਇੱਕ ਰਿਜ਼ਲਟ ਆਇਆ ਜੀ। ਇੱਕ ਬੱਚੀ ਸੀ ਅੰਮ੍ਰਿਤਸਰ ਤੋਂ, ਉਹਨਾਂ ਦੇ ਕੋਈ ਬੇਬੀ ਹੈ ਨਹੀਂ ਸੀ। ਸਵਾ ਸਾਲ ਪਹਿਲਾਂ ਸਾਡੇ ਤੋਂ ਨੇਬਲ ਅੰਮ੍ਰਿਤ ਲੈ ਕੇ ਗਏ ਸੀ। ਸੋ ਮਾਲਕ ਦੀ ਕਿਰਪਾ ਦੇ ਨਾਲ 7 ਸਾਲ ਤੋਂ ਉਹਨਾਂ ਦੇ ਕੋਈ ਬੱਚਾ ਨਹੀਂ ਸੀ, ਉਹਨਾਂ ਦੇ ਘਰੇ ਟਵਿੰਸ ਹੋਏ ਆ। ਸੋ ਬਹੁਤ ਵੱਡੀ ਚੀਜ਼ ਹੈ, ਕੁਦਰਤ ਨੇ ਸਾਨੂੰ ਬਹੁਤ ਵੱਡੀ ਚੀਜ਼ ਦਿੱਤੀ ਹੋਈ ਆ। ਪਰਸੋਂ ਇੱਕ ਰਿਜ਼ਲਟ ਸੀ ਜੀ, ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰਦਾ, ਉਹਦੀ ਵੀਡੀਓ ਬਣੀ ਹੋਈ ਆ, ਵੀਡੀਓ ਦਿਖਾਉਂਦਾ ਕਿ ਉਸ ਬੰਦੇ ਦੇ ਇੱਥੇ ਗੰਜ ਪੈ ਚੁੱਕੀ ਸੀ ਜੀ, ਮਤਲਬ ਪੂਰਾ ਵਾਲ ਉੜ ਚੁੱਕੇ ਸੀਗੇ। ਉਸ ਬੰਦੇ ਨੇ, ਸਾਨੂੰ ਨਹੀਂ ਪਤਾ, 1-2 ਬੋਟਲਾਂ ਹੁੰਦੀਆਂ, ਇੱਕ ਬੋਟਲ ਤਾਂ ਉਹ ਨਾਭੀ 'ਚ ਪਾਈ ਗਿਆ, ਦੂਜੀ ਬੋਟਲ ਉਹ ਇੱਥੇ ਮਲੀ ਗਿਆ। ਸਾਨੂੰ ਵੀ ਨਹੀਂ ਪਤਾ ਉਹਨੇ ਕਿੱਦਾਂ ਰਿਜ਼ਲਟ ਲੈ ਲਿਆ। ਤੁਸੀਂ ਯਕੀਨ ਕਰਨਾ, ਉਹਦੇ ਧੱਬੇ ਬਣ ਕੇ ਵਾਲ ਇੱਦਾਂ ਉੱਗ ਚੁੱਕੇ, ਐਡੇ ਐਡੇ ਵਾਲ ਹੋ ਚੁੱਕੇ ਆ। ਮਤਲਬ ਅਮੇਜ਼ਿੰਗ ਰਿਜ਼ਲਟ ਹੈਗੇ ਆ। ਕੁਦਰਤ ਨੇ ਕੋਈ ਵੀ ਚੀਜ਼ ਸਾਨੂੰ ਮਾੜੀ ਨਹੀਂ ਦਿੱਤੀ, ਸਿਰਫ ਕੁਦਰਤ ਨਾਲ ਜੁੜਨ ਦੀ ਲੋੜ ਹੈ। ਬਿਲਕੁਲ, ਕਿਉਂਕਿ ਇਹਦੇ ਆਪਾਂ ਵੀਡੀਓ ਦੇਖੀਏ ਤਾਂ ਲੋਕਾਂ ਨੇ ਤੁਹਾਡੇ ਤੋਂ ਆਰਾਮ ਤੋਂ ਬਾਅਦ ਵੀਡੀਓ ਪਾਈਆਂ ਕਿ ਸਾਨੂੰ ਆਰਾਮ ਆਇਆ, ਪਰ ਕਿਤੇ ਨਾ ਕਿਤੇ ਕਿਉਂਕਿ ਸ਼ੱਕ ਜਿਹੜੀ ਆ ਉਹ ਕਰਨੀ ਬਣਦੀ ਹੁੰਦੀ ਆ। ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਤੁਹਾਡਾ ਰਿਜ਼ਲਟ ਹੈ ਇਹ ਬਣਿਆ, ਇਹ ਨੈਚੁਰਲ ਬਣਿਆ ਆ। ਤੇ ਮੈਂ ਚਾਹੁੰਦਾ ਸੀ ਕਿ ਇਹਦੀ ਜਿਹੜੀ ਇੱਕ ਵਿਧੀ ਹੈ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਵਾਕਿਆ ਨੈਚੁਰਲਪੈਥੀ ਦੀ ਵਿਧੀ ਆ। ਤਾਂ ਔਰ ਕਿਹੜੇ ਕਿਹੜੇ ਇਹਦੇ ਵਿੱਚ ਤੁਸੀਂ ਤੇਲ ਦੱਸ ਦਿਓ, ਤੇਲ ਕਿਹੜੇ ਕਿਹੜੇ ਪਾਏ ਆ? 17 ਤਰ੍ਹਾਂ ਦੇ 18 ਤਰ੍ਹਾਂ ਦੇ ਸਾਡੇ ਤੇਲ ਹੈਗੇ। ਇਹ ਅਲੱਗ ਵਿਧੀ ਨਾਲ, ਇਕੱਲੇ ਤੇਲ ਹੀ ਨਹੀਂ ਹੈਗੇ ਆ, ਫਰੂਟਾਂ ਤੋਂ ਵੀ ਲਿਆ ਗਿਆ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਦੇਖੋ ਇਹਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਸੀ, ਕੈਸਟਰ ਆਇਲ, ਆਮਲਾ, ਰੰਡੀ ਦਾ ਤੇਲ, ਹੈ ਨਾ, ਹਰ ਇੱਕ ਚੀਜ਼ ਕੱਲੀ ਅਸੀਂ ਆਪਣੀ ਡੱਬੀ 'ਤੇ ਵੀ ਦਿੱਤੀ ਹੋਈ ਆ। ਬਟ ਇਹਦੀ ਇੱਕ ਵਿਧੀ ਆ, ਕਿੰਨੀ ਮਾਤਰਾ 'ਚ ਪਾਣੀ ਆ। ਦੇਖੋ ਕੋਲਡ ਪ੍ਰੋਸੈਸ ਆ, ਜਿੱਦਾਂ ਹੁਣ ਤੁਸੀਂ ਗੱਲ ਪਹਿਲਾਂ ਕੀਤੀ ਕਿ ਡੁਪਲੀਕੇਟ ਕਿਤੇ ਇੱਦਾਂ ਦਾ ਨਹੀਂ ਹੋਦਾ। ਜੇਕਰ ਹੌਟ ਪ੍ਰੋਸੈਸ ਦਾ ਕੋਈ ਵੀ ਤੇਲ ਤੁਸੀਂ ਨਾਭੀ 'ਚ ਪਾਉਣਾ ਸ਼ੁਰੂ ਕਰ ਦਿਓ, ਤੁਹਾਨੂੰ ਸਾਈਡ ਇਫੈਕਟ ਦੇਣ ਲੱਗ ਪਊ। ਬਟ ਜੇਕਰ ਉਹੀ ਵਿਧੀ ਨਾਲ ਤਿਆਰ ਹੋਇਆ ਹੈ, ਕੋਲਡ ਪ੍ਰੋਸੈਸ ਦੀ ਵਿਧੀ ਨਾਲ ਤਿਆਰ ਹੋਇਆ, ਉਹ ਤੁਹਾਨੂੰ ਬੈਨੀਫਿਟ ਦੇਣ ਸਕਦਾ। ਸੋ ਸਾਨੂੰ ਉਸ ਵਿਧੀ ਨੂੰ ਸਮਝਣ ਦੀ ਲੋੜ ਹੈ। ਆਯੁਰਵੈਦਾ ਹਮੇਸ਼ਾ ਆਪਾਂ ਹੁਣ ਮੋਰੇ ਉਹ ਆਂਦਾ ਨਾ, ਦੁਸਹਿਰਾ ਆਉਣ ਵਾਲਾ ਆ, ਆਪਾਂ ਰਾਵਣ ਦੀ ਧੁੰਨੀ 'ਚ ਤੀਰ ਮਾਰਦੇ ਆ। ਕਿਉਂ ਮਾਰਦੇ ਆ? ਦੋਸ਼ੀ ਸਮਝਦੇ ਆ ਨਾ, ਧੁੰਨੀ 'ਚ ਮਾਰ। ਉਹਦੇ ਕਿਤੇ ਹੋਰ ਵੀ ਤੀਰ ਮਾਰਿਆ ਜਾ ਸਕਦਾ ਸੀ, ਮਰ ਸਕਦਾ ਸੀ, ਪਰ ਨਹੀਂ, ਧੁੰਨੀ 'ਚ ਤੀਰ ਇਸ ਕਰਕੇ ਮਾਰਿਆ ਗਿਆ ਕਿਉਂਕਿ ਇੱਥੇ ਕਨੈਕਸ਼ਨ ਆ ਸਾਡਾ ਸਾਰਾ। ਜਦੋਂ ਕੋਈ ਕਨੈਕਸ਼ਨ ਕੱਟਿਆ ਜਾਵੇ ਤਾਂ ਉਸ ਆਰਗਨ ਨੂੰ ਸੈੱਲ ਨਹੀਂ ਪਹੁੰਚਣੇ, ਉਸ ਆਰਗਨ ਨੇ ਹੌਲੀ ਡੈਮੇਜ ਹੋ ਜਾਣਾ। ਤੇ ਇਹਦੇ ਸਾਈਡ ਇਫੈਕਟ ਕੀ ਹੋ ਸਕਦੇ ਬੋਡੀ ਤੇ? ਜਿਵੇਂ ਕੋਈ ਕੁਝ ਬਿਮਾਰੀਆਂ ਹੁੰਦੀਆਂ, ਵੀ ਥੋੜਾ ਘਬਰਾ ਹੋ ਸਕਦਾ, ਲੂਜ਼ ਮੋਸ਼ਨ ਲੱਗ ਸਕਦੇ ਆ ਵਗੈਰਾ, ਕਿਤੇ ਫੀਵਰ ਹੋ ਸਕਦਾ, ਕੋਈ ਇਹਦਾ ਕੋਈ ਸਾਈਡ? ਜੀ ਬਿਲਕੁਲ। ਜਦੋਂ ਅਸੀਂ ਨੇਵਲ ਅੰਮ੍ਰਿਤ ਪਾਉਂਦੇ ਆ, ਜਿਹੜੀ ਬੋਡੀ 'ਚ ਪ੍ਰੋਬਲਮ ਪਈ ਹੋਈ ਆ, ਇਹਨੂੰ ਬਾਹਰ ਨੂੰ ਕੱਢਣਾ ਇਹਨੇ। ਹੋ ਸਕਦਾ ਕਿਸੇ ਨੂੰ ਬੁਖਾਰ ਵੀ ਹੋਵੇ, ਪਰ ਡਰਨ ਦੀ ਲੋੜ ਨਹੀਂ। ਜੇ ਮੇਰੇ ਗੋਡੇ 'ਚ ਦਰਦ ਆ ਤਾਂ ਗੋਡੇ ਦਾ ਦਰਦ ਵੱਧ ਸਕਦਾ, ਡਰਨਾ ਨਹੀਂ ਹੈਗਾ। ਕਿਉਂਕਿ ਮੇਰੇ ਘਰ 'ਚ ਤੁਸੀਂ ਕਬਜ਼ਾ ਕਰ ਲਿਆ, ਮੈਂ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕਰਾਂ ਤਾਂ ਤੁਸੀਂ ਤਾਂ ਪੰਗਾ ਲੈਣਾ ਹੀ ਆ ਮੈਨਾਂ, ਵੀ ਮੈਂ ਤਾਂ ਨਹੀਂ ਛੱਡਦਾ। ਸੋ ਨੈਚੁਰਲੀ ਜਿਹਨੇ ਕਬਜ਼ਾ ਕੀਤਾ ਹੋਇਆ ਹੈ ਉਹਨੂੰ ਕੱਢਣ ਦੀ ਉਹਨੇ ਤਾਂ ਥੋੜਾ ਤਾਂ ਕਹਿਣਾ ਹੀ ਆ ਵੀ ਮੈਂ ਨਹੀਂ ਜਾਂਦਾ ਹਾਲੇ। ਸੋ ਇਹ ਚੀਜ਼ ਕਰਕੇ ਇਹ ਸਾਈਡ ਇਫੈਕਟ ਨਹੀਂ ਹੈਗੇ, ਥੋੜਾ ਜਿਹਾ ਹੋ ਸਕਦਾ, ਅਦਰਵਾਈਜ਼ ਨਹੀਂ, ਕੋਈ ਦਿੱਕਤ ਨਹੀਂ। ਇਸ ਮੈਡੀਸਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ। ਆਮ ਕਰਕੇ ਸਾਡੀਆਂ ਖੁਰਾਕਾਂ ਦਾ ਕਰਕੇ ਨਾ ਬਹੁਤ ਸਾਰੇ ਤੱਤ ਸਰੀਰ ਚੋਂ ਘਟ ਜਾਂਦੇ ਆ।
ਜਿਨ੍ਹਾਂ ਨੂੰ ਡਾਕਟਰ ਤੁਹਾਨੂੰ ਜਿਹੜੀਆਂ ਪਾਵਰ ਵਾਲੀਆਂ ਗੋਲੀਆਂ ਜਾਂ ਟੀਕੇ ਜਿਹੜੀ ਆ 2-4 ਦਾ 10 ਦਿਨ ਲਈ ਵਾਦ ਕਰਦੇ ਕਿ ਉਹਨਾਂ ਤੇ ਵੀ ਇਹ ਖਾਸ ਕਰਕੇ ਮੈਂ ਜਦੋਂ ਤੱਤ ਘਟਦੇ ਆ ਤਾਂ ਬੰਦਾ ਥਕੇਵਾਂ ਮੰਨਦਾ। ਅੱਜ ਕੱਲ੍ਹ ਬਹੁਤੇ ਲੋਕ ਜਿਹੜੇ ਥੱਕੇ ਜਿਹੇ ਮਹਿਸੂਸ ਹੁੰਦੇ ਆ, ਅਸਰ ਹੈ ਉਹਨਾਂ ਤੇ? ਜਦੋਂ ਸੈੱਲ ਕਮਜ਼ੋਰ ਹੋ ਗਿਆ ਜੀ, ਦੇਖੋ ਜੇਕਰ ਇਨਸਾਨ ਤੰਦਰੁਸਤ ਹੈ ਤਾਂ ਉਸ ਤੋਂ ਪਹਿਲਾਂ ਉਹਦਾ ਸੈੱਲ ਤੰਦਰੁਸਤ ਹੈ। ਜੇਕਰ ਇਨਸਾਨ ਬਿਮਾਰ ਹੈ ਤਾਂ ਉਹਦਾ ਸੈੱਲ ਬਿਮਾਰ ਹੈ। ਜੇਕਰ ਇਨਸਾਨ ਦੀ ਡੈਥ ਹੋ ਜਾਂਦੀ ਉਸ ਤੋਂ ਪਹਿਲਾਂ ਉਹਦੇ ਸੈੱਲ ਦੀ ਡੈਥ ਹੁੰਦੀ ਆ। ਸੋ ਇਸ ਕਰਕੇ ਸਾਨੂੰ ਆਪਣੇ ਸੈੱਲ ਨੂੰ ਸਮਝਣ ਦੀ ਲੋੜ ਹੈ। ਬਣਿਆ ਸਰੀਰ ਕਿੱਥੋਂ? ਸੈੱਲਾਂ ਤੋਂ ਬਣਿਆ, ਠੀਕ ਹੈ ਨਾ। ਜਿਸ ਇਨਸਾਨ ਨੂੰ ਆਪਣਾ ਸੈੱਲ ਸਾਂਭਣ ਆਉਂਦਾ ਆ, ਉਹ ਮੈਨੂੰ ਨਹੀਂ ਲੱਗਦਾ ਬਿਮਾਰ ਹੋਊਗਾ, ਫਿੱਟ ਹੋਊਗਾ। ਫਿਰ ਉਸੇ ਗੱਲ ਤੇ ਆਨੇ ਕਿ 100 ਸਾਲ ਦੀ ਉਮਰ ਕਿੱਦਾਂ ਜੀਂਦੇ ਸੀ, ਸੈੱਲ ਸਾਂਭਣਾ ਆਉਂਦਾ ਸੀ। ਕਿਹੜੇ ਮਰੀਜ਼ ਆ ਜਿਹੜੇ ਤਾਤੋਂ ਠੀਕ ਹੋ ਕੇ ਗਏ ਆ ਤਾਂ ਵਾਪਸ ਆ ਕੇ ਦੱਸਿਆ ਵੀ ਅਸੀਂ ਬਿਲਕੁਲ ਠੀਕ ਆ, ਔਰ ਕਿਹੜੀਆਂ ਬਿਮਾਰੀਆਂ ਦੇ? ਹਜ਼ਾਰਾਂ ਲੋਕ ਹੈ ਜੀ ਇਸ ਵੇਲੇ ਜਿਹੜੇ ਠੀਕ ਹੋ ਚੁੱਕੇ ਆ। ਸ਼ੂਗਰ, ਬੀਪੀ, ਥਾਇਰਾਇਡ, ਰਸੌਲੀਆਂ ਦੀ ਗੱਲ ਕਰੀਏ, ਪਿੱਤੇ ਦੀਆਂ ਪੱਥਰੀਆਂ ਆ, ਕਿਡਨੀਆਂ ਦੀ ਹੈਗੀ ਆ। ਸੋ ਹਜ਼ਾਰਾਂ ਰਿਜ਼ਲਟ ਸਾਡੇ ਕੋਲ ਪਏ ਹੋਏ ਆ ਜਿਨ੍ਹਾਂ ਨੂੰ ਤੁਸੀਂ ਠੀਕ ਕਰਨ ਦਾ ਦਾਅਵਾ ਕੀਤਾ ਹੈ। ਤੇ ਡਾਕਟਰ ਸਾਹਿਬ ਇਹਦੀ ਜਿਹੜੀ ਰਜਿਸਟ੍ਰੇਸ਼ਨ ਹੈ, ਜਿਵੇਂ ਆਪਾਂ ਮੰਨਦੇ ਹਾਂ ਵੀ ਬਹੁਤ ਸਾਰੀਆਂ ਕੰਪਨੀਆਂ ਜਦੋਂ ਆਉਂਦੀਆਂ ਉਹ ਰਜਿਸਟ੍ਰੇਸ਼ਨ ਨਹੀਂ ਕਰਾਉਂਦੀਆਂ, ਐਵੇਂ ਲੋਕਾਂ ਦੇ ਵਿੱਚ ਹਊਆ ਬਣਾ ਕੇ ਚੀਜ਼ ਵੇਚ ਜਾਂਦੀਆਂ, ਕਿ ਇਹਦੇ ਵਿੱਚ ਤੁਹਾਡਾ ਕੋਈ ਹੈ ਸਟੈਂਪ? ਬਿਲਕੁਲ ਜੀ ਬਿਲਕੁਲ। ਤੁਸੀਂ IP ਇੰਡੀਆ ਤੇ ਜਾ ਕੇ ਵੀ ਸਰਚ ਕਰ ਸਕਦੇ ਆ। 5 ਨੰਬਰ ਦੇ ਵਿੱਚ ਜਾ ਕੇ IP ਇੰਡੀਆ 5 ਨੰਬਰ 'ਚ ਜਾ ਕੇ ਨਾਭੀ ਅੰਮ੍ਰਿਤ ਭਰ ਲਓ, ਰਜਿਸਟਰਡ ਹੋਗੀ ਜੀ ਮੇਰੇ ਨਾਮ ਤੇ, ਹਰਦੀਪ ਸਿੰਘ ਦੇ ਨਾਮ ਤੇ ਰਜਿਸਟਰਡ ਹੈ। ਉਸ ਤੋਂ ਬਾਅਦ ਆਯੂਸ਼ ਮੰਤਰਾਲੇ ਦੇ ਕੋਲ ਵੀ ਸਾਡੀ ਰਜਿਸਟ੍ਰੇਸ਼ਨ ਹੈਗੀ ਆ ਜੀ। ਬਿਨਾਂ ਰਜਿਸਟ੍ਰੇਸ਼ਨ ਤੋਂ ਅਸੀਂ ਇਹ ਲੈ ਕੇ ਨਹੀਂ ਆਏ। ਆਯੁਰਵੈਦਾ ਦੀ ਵਿਧੀ ਮੁਤਾਬਕ ਹੀ ਆਇਆ ਹੋਇਆ ਸਾਰਾ ਕੁਝ। ਹੋ ਸਕਦਾ ਬਹੁਤ ਸਾਰੇ ਲੋਕ ਇਹਦੀ ਕਾਪੀ ਕਰਕੇ ਕੁਛ ਇੱਦਾਂ ਦਾ ਕਰਕੇ ਦੇ ਦੇਣ, ਹੋ ਸਕਦਾ ਇਹਦੇ ਰੰਗ ਦੀ ਡੱਬੀ ਵੀ ਬਣਾ ਕੇ ਦੇ ਦੇਣ, ਠੀਕ ਹੈ ਜੀ। ਡਾਕਟਰ ਸਾਹਿਬ ਕੁਝ ਬਿਮਾਰੀਆਂ ਜਿਹੜੀਆਂ ਇਹਨਾਂ ਨੂੰ ਐਲੋਪੈਥੀ ਦੀ ਜਿਹਦਾ ਤੁਰੰਤ ਲੋੜ, ਜਿਹਨੂੰ ਫਸਟ ਏਡ ਕਹਿੰਦੇ ਆ, ਕੁਛ ਯਕਦਮ ਬਿਮਾਰੀਆਂ ਹੁੰਦੀਆਂ ਆਪਾਂ ਹੋਮੋਪੈਥੀ ਦੀ ਗੱਲ ਕਰ, ਲੋਕ ਕਹਿੰਦੇ ਯਾਰ ਪਹਿਲਾਂ ਐਲੋਪੈਥੀ ਤੋਂ ਥੋੜ੍ਹਾ ਜਿਹਾ ਆਰਾਮ ਲੈ ਲਓ ਫਿਰ ਇਹਦੇ 'ਚ ਵੀ ਇਦਾਂ ਹੀ ਹੈ? ਦੇਖੋ ਇਹ ਇਨਸਟੈਂਟ ਰਿਜ਼ਲਟ ਹੈ ਜਿਹੜਾ, ਉਹ ਤਾਂ ਸਾਨੂੰ ਐਲੋਪੈਥੀ ਨੇ ਦੇਣਾ। ਅਸੀਂ ਕਦੇ ਵੀ ਐਲੋਪੈਥੀ ਨੂੰ ਨਕਾਰਦੇ ਨਹੀਂ, ਕਿਉਂਕਿ ਜਿੱਥੇ ਐਲੋਪੈਥੀ ਨੇ ਕੰਮ ਆਉਣਾ ਉੱਥੇ ਐਲੋਪੈਥੀ ਨੇ ਹੀ ਕੰਮ ਆਉਣਾ ਹੈਗਾ। ਕਿਸੇ ਦੇ ਪੇਟ 'ਚ ਅਚਾਨਕ ਦਰਦ ਹੋਣਾ ਸ਼ੁਰੂ ਹੋ ਗਿਆ ਹੈ ਨਾ, ਕਿਉਂਕਿ ਆਯੁਰਵੇਦ ਜਿਹੜਾ ਖਾਸ ਕਰਕੇ ਨੇਵਲ ਅੰਮ੍ਰਿਤ ਹੈ ਬਹੁਤ ਹੌਲੀ ਕੰਮ ਕਰਦਾ ਹੈ, ਉਹ ਤਾਂ ਉਸੇ ਵੇਲੇ ਉਹਨੂੰ ਕੋਈ ਨਾ ਕੋਈ ਜਿਹੜੇ ਪੇਨ ਕਿਲਰ ਆ ਉਹ ਲੈਣੀ ਪੈਗੀ। ਲੇਕਿਨ ਉਹ ਵੀ ਟੈਂਪਰੇਰੀ ਹੋਏਗਾ। ਅਗਰ ਆਪਾਂ ਪਰਮਾਨੈਂਟ ਰਿਜ਼ਲਟ ਲੈਣਾ ਚਾਹੁੰਦੇ ਆ ਤੇ ਫਿਰ ਨਾਲ ਆਪਾਂ ਨੇਵਲ ਅੰਮ੍ਰਿਤ ਜਿਹੜਾ ਹੈਗਾ ਉਹ ਯੂਜ਼ ਕਰ ਲੈਣਾ ਹੈਗਾ, ਠੀਕ ਹੈ ਜੀ। ਤੇ ਤਾਂ ਕਿ ਇਹਦਾ ਕੋਈ ਸਾਈਡ ਇਫੈਕਟ ਨਾ ਹੋਵੇ, ਕਿਉਂਕਿ ਜਿੱਦਾਂ ਆਪਾਂ ਕੋਈ ਸ਼ੂਗਰ ਦੀ ਗੋਲੀ ਖਾਣੇ, ਦੇਖੋ ਸਾਈਡ ਇਫੈਕਟ ਹੁੰਦੇ ਕਿੱਦਾਂ। ਸ਼ੂਗਰ ਦੀ ਗੋਲੀ ਆਪਾਂ ਜਿਸ ਦਿਨ ਸ਼ੂਗਰ ਚੈੱਕ ਕੀਤੀ, ਮੰਨ ਲਓ ਸਾਡੀ ਸ਼ੂਗਰ 350 ਸੀ, ਖਾਣਾ ਖਾਣ ਤੋਂ ਬਾਅਦ ਆਪਾਂ ਚੈੱਕ ਕੀਤੀ, ਡਾਕਟਰ ਕੋਲ ਚਲੇ ਗਏ, ਉਹਨਾਂ ਨੇ ਸਾਨੂੰ ਉਹਦੇ ਹਿਸਾਬ ਦੇ ਨਾਲ ਕੋਈ ਗੋਲੀ ਲਾਤੀ ਵੀ ਇੰਨੇ mg ਦੀ ਇੰਨੀ ਪਾਵਰ ਦੀ ਗੋਲੀ ਤੁਹਾਨੂੰ ਚਾਹੀਦੀ ਆ। ਅਸੀਂ ਉਹ ਖਾਣੀ ਸ਼ੁਰੂ ਕਰ ਲਈ। ਹੁਣ ਅਸੀਂ 10 ਦਿਨ ਤੱਕ ਸ਼ੂਗਰ ਤਾਂ ਚੈੱਕ ਨਹੀਂ ਕੀਤੀ, ਲੇਕਿਨ ਗੋਲੀ ਅਸੀਂ ਰੋਜ਼ ਸਵੇਰੇ ਖਾ ਰਹੇ ਹਾਂ। ਕੁਦਰਤ ਨੇ ਸਾਨੂੰ ਬਹੁਤ ਚੀਜ਼ਾਂ ਦਿੱਤੀਆਂ, ਜਾਮਣਾ ਦਾ ਸੀਜ਼ਨ ਲੰਘ ਕੇ ਗਿਆ ਹੋ। ਔਰ ਜਿਹੜਾ ਨਾ ਬੰਦਾ ਬਿਮਾਰ ਹੁੰਦਾ ਆ, ਮੰਨ ਲਓ ਸ਼ੂਗਰ ਦੇ ਪੇਸ਼ੈਂਟ ਆਪਾਂ ਹੀ ਐਗਜ਼ਾਮਪਲ ਲੈਂਦੇ ਹੈਗੇ ਆ, ਉਹ ਫਿਰ ਜੇ ਜਾਮਣਾ ਦਾ ਸੀਜ਼ਨ ਆਇਆ ਨਾ ਤਾਂ ਉਹਨੇ ਜਾਮਣਾ ਰੱਜ ਕੇ ਖਾਣੀਆਂ, ਜਾਮਣਾ ਖਾਈ ਜਾਣੀਆਂ, ਗਿਟਕਾਂ ਰੱਖੀ ਜਾਣੀਆਂ, ਜਾਮਣਾ ਖਾਈ ਜਾਣੀਆਂ, ਗਿਟਕਾਂ ਰੱਖੀ ਜਾਣੀਆਂ, ਸੁਕਾ ਕੇ ਵੀ ਇਹਦਾ ਪਾਊਡਰ ਬਣਾਵਾਂਗੇ। ਹੁਣ ਜਿਸ ਬੰਦੇ ਨੇ ਸਰ ਪਾਈਆ ਜਾਮਣਾ ਖਾ ਲਈਆਂ, ਉਹਦੀ ਸ਼ੂਗਰ ਆਟੋਮੈਟਿਕਲੀ ਘਟਣੀ ਹੈ, ਠੀਕ ਹੈ ਜੀ। ਲੇਕਿਨ ਅਸੀਂ ਸਵੇਰ ਨੂੰ ਉੱਠ ਕੇ ਗੋਲੀ ਜਿਹੜੀ ਹੈਗੀ ਆ ਫਿਰ 350 ਦੇ ਹਿਸਾਬ ਨਾਲ ਖਾ ਲੈਣੀ ਆ, ਉਹਦੇ ਨਾਲ ਸ਼ੂਗਰ ਹੋਰ ਡਾਊਨ ਹੋਊਗੀ, ਠੀਕ ਹੈ। ਔਰ ਸ਼ੂਗਰ ਡਾਊਨ ਹੋ ਕੇ ਜਾਂਦੀ ਕਿੱਥੇ ਆ? ਇੱਧਰ ਉੱਧਰ ਹੀ ਹੁੰਦੀ ਕਿਤੇ। ਤਾਂ ਇੱਕ ਗੱਲ ਜਦੋਂ ਤੁਸੀਂ ਡੋਜ਼ ਦੀ ਗੱਲ ਕੀਤੀ ਕਿ ਅਸੀਂ ਰੋਜ਼ ਸਵੇਰ ਨੂੰ ਇੱਕ ਗੋਲੀ ਖਾਂਦੇ ਇੰਨੇ mg ਦੀ, ਉਹਦੇ ਵਿੱਚ ਕੀ ਕਰਦੇ ਆ ਡਾਕਟਰ? ਜਾਂ ਤੇ ਬਿਮਾਰੀ ਵੱਧਦੀ ਗਈ ਤੇ ਡੋਜ਼ ਵਧਾਈ ਜਾਣੀ, ਜੇ ਬਿਮਾਰੀ ਥੱਲੇ ਆਉਂਦੀ ਗਈ ਤੇ ਡੋਜ਼ ਘਟਾਈ ਜਾਣੀ, ਇਹਦੇ ਵਿੱਚ ਵੀ ਹੈ ਇੱਦਾਂ? ਸਰ ਇਹਦੇ ਵਿੱਚ ਇੱਦਾਂ ਤਾਂ ਨਹੀਂ ਹੈਗੀ, ਲੇਕਿਨ ਉਹ ਜਿਹੜੀ ਡੋਜ਼ ਤਾਂ ਆਪਾਂ ਉਦੋਂ ਘਟਾਵਾਂਗੇ ਨਾ ਜਦੋਂ ਆਪਾਂ ਚੈੱਕ ਕਰਕੇ ਰੋਜ਼ ਖਾਵਾਂਗੇ। ਜੇ ਦੇਖੋ 350 ਦੀ ਗੋਲੀ ਸਾਨੂੰ ਲਾਈ ਹੋਆ, ਹੁਣ ਸਾਡੀ ਸ਼ੂਗਰ 200, ਅਸੀਂ ਜਿਹੜੀ ਗੋਲੀ ਖਾ ਰਹੇ ਹਾਂ ਉਹ 350 ਦੇ ਹਿਸਾਬ ਨਾਲ ਖਾ ਰਹੇ ਹਾਂ, ਸਾਈਡ ਇਫੈਕਟ ਕਰੂਗੀ ਨਾ। ਜਾਂ ਤਾਂ ਆਪਾਂ ਰੋਜ਼ ਚੈੱਕ ਕਰਕੇ 5-7 ਪ੍ਰਕਾਰ ਦੀਆਂ ਗੋਲੀਆਂ ਰੱਖੀਆਂ ਹੁਣ, ਵੀ ਆਹ 300 ਵਾਲੀ ਲਈ, ਆਹ 200 ਵਾਲੀ ਲਈ, ਆਹ 100 ਵਾਲੀ ਲਈ, ਹੈ ਨਾ। ਜਾਂ ਤਾਂ ਇੱਦਾਂ ਕਰੀਏ ਆਪਾਂ, ਤੇ ਜਾਂ ਫਿਰ ਆਪਾਂ ਗੋਲੀਆਂ ਤੋਂ ਜੇ ਨਿਜਾਤ ਪਾਉਣੀ ਹੈਗੀ ਆ ਤਾਂ ਆਪਣੀ ਖੁਰਾਕ ਨੂੰ, ਉਹ ਜਿਹੜੀਆਂ ਚੀਜ਼ਾਂ ਸਾਡੀ ਸ਼ੂਗਰ ਨੂੰ ਵਧਾਉਂਦੀਆਂ ਉਹਨਾਂ ਦੇ ਪਰਹੇਜ਼ ਕਰਕੇ ਨੇਵਲ ਅੰਮ੍ਰਿਤ ਯੂਜ਼ ਕਰ ਲਈਏ, ਤੇ ਸਦਾ ਲਈ ਆਪਾਂ ਜਿਹੜੀ ਹੈਗੀ ਆ ਗੋਲੀ ਤੋਂ ਨਿਜਾਤ ਪਾ ਸਕਦੇ ਹਾਂ, ਇੰਜੈਕਸ਼ਨ ਤੋਂ ਨਿਜਾਤ ਪਾ ਸਕਦੇ ਹੈਗੇ ਆ। ਬਾਕੀ ਇਹਦੀ ਡੋਜ਼ ਜਿਹੜੀ ਹੁੰਦੀ ਹੈ ਸਰ ਆਪਾਂ ਉਮਰ ਦੇ ਹਿਸਾਬ ਨਾਲ ਦੱਸਦੇ ਹੈਗੇ ਆ, ਕਿਉਂਕਿ ਇਹ 3 ਪ੍ਰਕਾਰ ਦੇ ਲੋਕ ਇਸ ਮੈਡੀਸਨ ਨੂੰ ਨਹੀਂ ਵਰਤ ਸਕਦੇ, ਅਸੀਂ ਉਹਨਾਂ ਨੂੰ ਸੁਜੈਸਟ ਨਹੀਂ ਕਰਦੇ। ਇੱਕ ਤਾਂ ਜਿਹੜੀ ਪ੍ਰੈਗਨੈਂਟ ਲੇਡੀ ਹੈਗੀ ਆ, ਗਰਭਵਤੀ ਔਰਤ ਜਿਹੜੀ ਹੈ, ਉਹਨਾਂ ਨੂੰ ਅਸੀਂ ਸੁਜੈਸਟ ਨਹੀਂ ਕਰਦੇ, ਕਿਉਂਕਿ ਬੱਚਾ ਹੁੰਦਾ ਅੰਦਰ, ਪੇਟ ਦੇ ਅੰਦਰ ਬੱਚਾ ਹੈ,
ਔਰ ਬੱਚਾ ਜੋ ਵੀ ਮਾਂ ਖੁਰਾਕ ਲੈਂਦੀ ਹੈ, ਉਹ ਚਾਹੇ ਮੂੰਹ ਰਾਹੀਂ ਖੁਰਾਕ ਲਵੇ ਚਾਹੇ ਨਾਭੀ ਰਾਹੀਂ ਲਵੇ, ਉਹਦਾ ਅਸਰ ਬੱਚੇ ਤੇ ਹੋਣਾ। ਬੱਚਾ ਸੌਫਟ ਹੈ। ਔਰ ਦੂਜੇ ਨੰਬਰ ਤੇ ਜਿਹੜੀ ਨਰਸਿੰਗ ਮਦਰ ਹੈ, ਮਦਰ ਫੀਡ ਦੇ ਰਹੀ ਹੈ, ਉਹ ਵੀ ਇਹਨੂੰ ਯੂਜ਼ ਨਹੀਂ ਕਰ ਸਕਦੀ, ਕਿਉਂਕਿ ਉਹਨੇ ਵੀ ਜਿਹੜੀ ਚੀਜ਼ ਲੈਣੀ ਆ ਉਹਦਾ ਬੱਚੇ ਤੇ ਅਸਰ ਹੋਣਾ ਹੈ ਨਾ। ਤੇ 5 ਸਾਲ ਤੋਂ ਛੋਟੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਸੁਜੈਸਟ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਆਰਗਨ ਅਜੇ ਸੌਫਟ ਹੁੰਦੇ ਹੈਗੇ ਆ। ਉਸ ਤੋਂ ਇਲਾਵਾ ਅਸੀਂ ਜਿਹੜਾ ਹੈਗਾ ਉਮਰ ਦੇ ਲਿਹਾਜ਼ ਦੇ ਨਾਲ ਵੀ ਕਿਸੇ ਨੂੰ ਆਪਾਂ ਦਿਨ ਦੇ ਵਿੱਚ 1 ਬੂੰਦ ਦੱਸਦੇ ਹਾਂ, ਕਿਸੇ ਨੂੰ 1 ਬੂੰਦ ਸਵੇਰੇ ਸ਼ਾਮ ਦੱਸਣੀ ਆ, ਕਿਸੇ ਨੂੰ ਅਸੀਂ ਇਹ ਕਹਿਣਾ ਹੈ ਕਿ ਤੁਸੀਂ ਇੱਕੋ ਟਾਈਮ 2 ਬੂੰਦਾਂ ਪਾਉਣੀਆਂ, ਕਿਸੇ ਦੇ ਸਵੇਰੇ ਸ਼ਾਮ 2 ਬੂੰਦਾਂ ਹੁੰਦੀਆਂ, ਕਿਸੇ ਦੇ 3 ਜਾਂ 4 ਬੂੰਦਾਂ ਵੀ ਹੁੰਦੀਆਂ। ਬਿਮਾਰੀ ਦੇ ਹਿਸਾਬ ਨਾਲ ਉਸ ਬੰਦੇ ਨੂੰ ਦੇਖ ਕੇ, ਉਹਦੀ ਇਮਿਊਨਿਟੀ ਦੇ ਹਿਸਾਬ ਨਾਲ, ਉਹਦੀ ਸਮੱਸਿਆ ਕਿੰਨੀ ਪੁਰਾਣੀ ਹੈਗੀ ਆ ਤੇ ਕਿੰਨੀ ਜਲਦੀ ਆਪਾਂ ਇਹਨੂੰ ਕਵਰ ਕਰ ਸਕਦੇ ਹਾਂ, ਸਾਰਾ ਕੁਝ ਅਸੀਂ ਦੇਖਣ ਤੋਂ ਬਾਅਦ ਫਿਰ ਉਹਨੂੰ ਸੁਜੈਸਟ ਕਰਦੇ ਹਾਂ। ਨਾਲ ਪਰਹੇਜ਼ ਦੱਸਣੇ ਹੁੰਦੇ ਹੈਗੇ ਆ, ਤੇ ਕੁਝ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਨੂੰ ਨੁਕਸਾਨ ਕਰਦੀਆਂ ਅਸੀਂ ਲਾਜ਼ਮੀ ਤੌਰ ਤੇ ਬੰਦ ਕਰਵਾਉਣੀਆਂ ਹੁੰਦੀਆਂ, ਤੇ ਕੁਦਰਤ ਦੇ ਨਾਲ ਜੋੜਨ ਦੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿੰਨੀ ਜਲਦੀ ਉਹ ਕੁਦਰਤ ਦੇ ਨਾਲ, ਆਯੁਰਵੇਦ ਦੇ ਨਾਲ ਜੁੜਨਗੇ, ਉਹ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਆਪਣੀ ਰਸੋਈ ਚੋਂ ਕੱਢ ਚੁੱਕੇ ਆ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ, ਤੇ ਉਹਦੇ ਨਾਲ ਸਾਡੀਆਂ ਬਿਮਾਰੀਆਂ ਜਿਹੜੀਆਂ ਜਲਦੀ ਖਤਮ ਹੋ ਜਾਣੀਆਂ। ਤੇ ਆਰਾਮਦਾਇਕ ਜਿਹੜੀ ਜ਼ਿੰਦਗੀ ਹੈਗੀ ਆ, ਮਤਲਬ ਜਿੰਨੇ ਆਪਾਂ ਸੌਖੇ ਹੋਣ ਦੀ ਕੋਸ਼ਿਸ਼ ਕੀਤੀ ਆ ਉਨੇ ਅਸੀਂ ਔਖੇ ਹੋ ਗਏ। ਅਸੀਂ ਕਹਿੰਦੇ ਆ ਵੀ ਥੋੜ੍ਹਾ ਜਿਹਾ ਆਪਾਂ ਔਖੇ ਰਹਿ ਲਈਏ, ਮਤਲਬ ਹੱਥੀਂ ਕੰਮ ਕਰ ਲਈਏ। ਦੇਖੋ ਸਾਡੇ ਘਰਾਂ ਚੋਂ ਬਾਣ ਵਾਲੇ ਮੰਜੇ ਨਿਕਲੇ, ਬੈੱਡ ਆ ਗਿਆ, ਐਡੇ ਮੋਟੇ ਗੱਦੇ ਹੈਗੇ ਆ, ਤਾਂ ਡਿਸਕਾਂ ਹਿੱਲਣੀਆਂ ਸ਼ੁਰੂ ਹੋ ਗਈਆਂ, ਜੋੜਾਂ ਦੇ ਦਰਦ, ਲੱਕ ਦਰਦ ਜਿਹੜਾ ਹੈਗਾ ਆ, ਕਮਰ ਦਰਦ, ਮੋਢੇ ਦੁਖਦੇ ਹੈਗੇ ਆ ਸਾਡੇ। ਜਦੋਂ ਅਸੀਂ ਬਾਣ ਵਾਲੇ ਮੰਜਿਆਂ ਤੇ ਇਕੱਲੀ ਚਾਦਰ ਵਿਛਾ ਕੇ ਸੌਂਦੇ ਸੀ ਤੇ ਉਹ ਨਸਾਂ ਦੇ ਉੱਤੇ ਉਹ ਪ੍ਰੈਸ਼ਰ ਪੈਂਦਾ ਸੀ, ਉਹ ਰੱਸੀਆਂ ਦਾ ਕੁਦਰਤੀ ਰੂਪ ਦੇ ਵਿੱਚ ਐਕੂ ਪ੍ਰੈਸ਼ਰ ਹੁੰਦਾ ਸੀਗਾ, ਤੇ ਉਹ ਬਲੱਡ ਸਰਕੂਲੇਸ਼ਨ ਪ੍ਰੋਪਰ ਹੁੰਦੀ ਸੀ। ਹੁਣ ਅਸੀਂ ਬੈੱਡ ਤੋਂ ਥੱਲੇ ਉਤਰਦੇ ਹਾਂ, ਪੈਰ ਅਸੀਂ ਚੱਪਲ ਤੇ ਰੱਖਦੇ ਹਾਂ, ਪਹਿਲਾਂ ਕਦੇ ਜ਼ਮੀਨ ਤੇ ਪੈਰ ਨਹੀਂ ਰੱਖਦੇ। ਬਜ਼ੁਰਗ ਸਾਡੇ ਖੇਤਾਂ ਦੇ ਵਿੱਚ ਵੀ ਨੰਗੇ ਪੈਰੀ ਘੁੰਮਦੇ ਹੁੰਦੇ ਸੀ, ਮਿੱਟੀ ਤੋਂ ਦੂਰ ਹੋ ਗਏ, ਅਸੀਂ ਬਿਮਾਰ ਰਹਿਣਾ ਸ਼ੁਰੂ ਹੋ ਗਏ। ਇਹਦੇ ਵਿੱਚ ਕੋਈ ਇਦਾਂ ਦਾ ਪਰਹੇਜ਼ ਹੈ ਕਿ ਜਾਂ ਖਾਲੀ ਪੇਟ ਹੀ ਲੈ ਸਕਦੇ ਆ, ਜਾਂ ਸ਼ਾਮ ਦੇ ਟਾਈਮ, ਜਾਂ ਸਵੇਰ ਦੇ ਟਾਈਮ, ਜਾਂ ਕਦੋਂ ਨਹੀਂ ਲੈ ਸਕਦੇ ਤਾਂ ਕਦੋਂ ਲੈ ਸਕਦੇ, ਔਰ ਲੈ ਕੇ ਕਿੰਨਾ ਚਿਰ ਰੈਸਟ ਕਰਨੀ ਹੈ ਜਾਂ ਨਹੀਂ? ਦੇਖੋ ਇਦਾਂ ਹੈਗੀ ਆ, ਇਹਦੇ ਵਿੱਚ ਜਿਹੜੀ ਇਹ ਮੈਡੀਸਨ ਹੈਗੀ ਆ, ਇਹਦਾ ਅਸੀਂ ਜ਼ਿਆਦਾਤਰ ਇਹ ਕਹਿੰਦੇ ਹੈਗੇ ਵੀ ਖਾਣ ਤੋਂ ਬਾਅਦ ਹੀ ਯੂਜ਼ ਕਰੋ, ਹੈ ਨਾ। ਲੇਕਿਨ ਅਗਰ ਕੋਈ ਸਮੇਂ ਦੀ ਸਮੱਸਿਆ ਆਉਂਦੀ ਹੈਗੀ ਆ ਤਾਂ ਇਹਨੂੰ ਖਾਲੀ ਪੇਟ ਲਿਆ ਜਾ ਸਕਦਾ ਹੈਗਾ, ਹੈ ਨਾ, ਕਿਉਂਕਿ ਇਹਨੇ ਨਸਾਂ ਦੇ ਵਿੱਚ ਹੀ ਜਾਣਾ ਹੁੰਦਾ। ਔਰ ਅਸੀਂ ਕਿਉਂਕਿ ਪੈਕਿੰਗ ਦੇ ਵਿੱਚ ਡ੍ਰੌਪਰ ਹੁੰਦਾ ਹੈਗਾ, ਉਸ ਡ੍ਰੌਪਰ ਦੇ ਨਾਲ ਜਿੰਨੀਆਂ ਵੀ ਆਪਾਂ ਡ੍ਰੌਪਸ ਜਿਹੜੀਆਂ ਹੈਗੀਆਂ ਸੁਜੈਸਟ ਕਰਦੇ ਹਾਂ ਉਨੀਆਂ ਡ੍ਰੌਪਸ ਪਾ ਕੇ ਅਸੀਂ ਘੱਟ ਤੋਂ ਘੱਟ ਅੱਧਾ ਘੰਟਾ ਅਸੀਂ ਜ਼ਰੂਰ ਲੇਟਣਾ ਹੁੰਦਾ, ਸਿੱਧੇ ਲੇਟਣਾ ਹੁੰਦਾ, ਜਿਹਨੂੰ ਆਪਾਂ ਸ਼ਵ ਆਸਣ ਕਹਿੰਦੇ ਹਾਂ। ਬਿਨਾਂ ਸਰਾਣੇ ਤੋਂ ਲੱਤਾਂ ਨਹੀਂ ਇਕੱਠੀਆਂ ਕਰਨੀਆਂ, ਪਾਸੇ ਨਹੀਂ ਲੈਣੇ ਹੈਗੇ, ਆਪਾਂ ਬਿਲਕੁਲ ਰਿਲੈਕਸ ਹੋ ਕੇ ਲੰਮੇ ਪੈਣਾ ਹੁੰਦਾ। ਔਰ ਅੱਧੇ ਘੰਟੇ ਬਾਅਦ ਅਸੀਂ ਜਿਹੜਾ ਹੈਗਾ ਆ ਉਹ ਉੱਠ ਕੇ ਕੋਸਾ ਪਾਣੀ ਅਗਰ ਪੀਏ ਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਇਹਦੇ ਬੈਨੀਫਿਟ ਹੁੰਦੇ ਹੈਗੇ ਆ। ਔਰ ਵੈਸੇ ਵੀ ਦਿਨ ਭਰ ਅਸੀਂ ਸੁਜੈਸਟ ਕਰਦੇ ਹਾਂ ਕਿ ਪਾਣੀ ਜਿਹੜਾ ਆ ਉਹ ਜ਼ਿਆਦਾ ਪੀਣਾ ਹੁੰਦਾ ਔਰ ਕੋਸਾ ਪੀਣਾ ਹੁੰਦਾ। ਫਰਿੱਜ ਦਾ ਪਾਣੀ ਸਾਨੂੰ ਨੁਕਸਾਨ ਕਰਦਾ। ਫਰਿੱਜਾਂ ਜਦੋਂ ਦੀਆਂ ਆਈਆਂ ਤੇ ਅਸੀਂ ਤੇ ਆਟਾ ਗੁੰਨ ਕੇ ਵੀ ਫਰਿੱਜ ਰੱਖਣਾ ਸ਼ੁਰੂ ਕਰ ਲਿਆ, ਤੇ ਉਹ ਵੀ ਬਿਮਾਰੀਆਂ ਦਾ ਕਾਰਨ ਬਣਦਾ ਹੈਗਾ। ਜਦੋਂ ਤਾਜ਼ਾ ਆਟਾ ਗੁੰਨ ਕੇ ਰੋਟੀ ਖਾਂਦੇ ਸੀ ਤਾਂ ਬਿਮਾਰੀਆਂ ਤੋਂ ਬਚਦੇ ਸੀ। ਤੇ ਜਿੱਦਾਂ ਜਿੱਦਾਂ ਅਸੀਂ ਗੱਲ ਉਹੀ ਆ ਗਏ ਵੀ ਸੌਖੇ ਹੋਣ ਦੇ ਚੱਕਰ ਦੇ ਵਿੱਚ ਅਸੀਂ ਅਸਲ 'ਚ ਔਖੇ ਹੋ ਰਹੇ ਹਾਂ। ਜਿੰਨਾ ਅਸੀਂ ਸੋਚਦੇ ਹੈਗੇ ਹਾਂ, ਦੇਖੋ ਜੰਕ ਫੂਡ ਆ ਗਿਆ, ਫਾਸਟ ਫੂਡ ਆ ਗਿਆ। ਸਾਡੀਆਂ ਜਿਹੜੀਆਂ ਪੁਸ਼ਤੈਨੀ ਖੁਰਾਕਾਂ ਹੁੰਦੀਆਂ ਸੀ, ਸਾਡੇ ਬਜ਼ੁਰਗ ਜਿਹੜੀਆਂ ਖੁਰਾਕਾਂ ਖਾਂਦੇ ਸੀ, ਉਹਦੇ ਵਿੱਚ ਇੰਨਾ ਮੈਦਾ ਸ਼ਾਮਿਲ ਨਹੀਂ ਹੁੰਦਾ ਸੀ, ਠੀਕ ਹੈ। ਹੁਣ ਹਰ ਚੀਜ਼ ਜਿਹੜੀ ਹੈਗੀ ਆ ਉਹ ਮੈਦੇ ਦੀ ਆ ਗਈ ਆ, ਲੇਕਿਨ ਮੈਦਾ ਸਾਨੂੰ ਇੰਡੀਅਨ ਲੋਕਾਂ ਨੂੰ ਸੂਟ ਨਹੀਂ ਕਰਦਾ। ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਰਸ਼ੀਆ ਦਾ ਜਿਹੜਾ ਟੈਂਪਰੇਚਰ ਹੈ ਉਹ 0 ਤੋਂ 55 ਡਿਗਰੀ ਵੀ ਥੱਲੇ ਚੱਲ ਜਾਂਦਾ। ਉੱਥੇ ਜਿਹੜੇ ਇਲੈਕਟ੍ਰੋਨਿਕ ਪ੍ਰੋਡਕਟ ਬਣਦੇ, ਮੰਨ ਲਓ ਮੋਬਾਈਲ ਬਣਦਾ, ਮੋਬਾਈਲ ਜਿਹੜਾ ਹੈਗਾ ਆ ਉਹ ਲੋੜ ਤੋਂ ਜ਼ਿਆਦਾ ਗਰਮ ਹੁੰਦੇ ਆ ਉਹ, ਕਿਉਂਕਿ ਉਹ ਠੰਡ ਦੇ ਵਿੱਚ ਉੱਦਾਂ ਕੰਮ ਨਹੀਂ ਕਰਨੇ। ਹੁਣ ਸਾਡਾ ਜਿਹੜਾ ਤਾਪਮਾਨ ਆ ਇਹ 0 ਤੋਂ 48 ਡਿਗਰੀ 50 ਡਿਗਰੀ ਉੱਪਰ ਨੂੰ ਚੱਲ ਜਾਂਦਾ। ਜੇ ਉਹ ਮੋਬਾਈਲ ਇੱਥੇ ਲਿਆਵਾਂਗੇ ਆਪਾਂ ਤਾਂ ਉਹ ਉਨੇ ਵਧੀਆ ਤਰੀਕੇ ਨਾਲ ਕੰਮ ਡਾਕਟਰ ਸਾਹਿਬ ਮੈਨੂੰ ਇੱਕ ਗੱਲ ਜ਼ਿਆਦਾ ਹੀ ਆ, ਇਹਦੇ ਵਿੱਚ ਵੈਜ ਨੌਨ ਵੈਜ ਵਾਲੀ ਪ੍ਰੋਬਲਮ ਤੇ ਨਹੀਂ ਕੋਈ? ਨਹੀਂ, ਵੈਜ ਨੌਨ ਵੈਜ ਵਾਲੀ ਪ੍ਰੋਬਲਮ ਵੈਸੇ ਨਹੀਂ ਹੈ ਕੋਈ ਵੀ, ਲੇਕਿਨ ਬਿਮਾਰੀ ਦੇ ਹਿਸਾਬ ਨਾਲ ਜ਼ਰੂਰ ਹੁੰਦੇ ਆ, ਹੈ ਨਾ। ਕੁਝ ਲੋਕਾਂ ਨੂੰ ਤਾਂ ਅਸੀਂ ਸੁਜੈਸਟ ਕਰਦੇ ਹਾਂ ਵੀ ਜੇ ਤੁਸੀਂ ਆਹ ਚੀਜ਼ ਖਾ ਲਓ ਤੇ ਤੁਹਾਨੂੰ ਬੈਨੀਫਿਟ ਰਹੇਗਾ। ਕੁਝ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਵੀ ਤੁਸੀਂ ਇਹ ਦੇਖਣਾ ਵੀ ਨਹੀਂ ਹੈਗਾ ਨੌਨ ਵੈਜ ਵਾਲੇ ਪਾਸੇ। ਨਹੀਂ, ਇਹ ਤਾਂ ਤੁਹਾਡੀ ਆ। ਇਹਦੇ ਵਿੱਚ ਕੋਈ ਕੁਝ ਲੋਕ ਅੰਡਾ ਨਹੀਂ ਖਾਂਦੇ, ਅੰਡੇ ਦਾ ਤੇਲ ਜਿਹਦਾ ਬ੍ਰੈਡ ਵੀ ਤੱਕ ਨਹੀਂ ਖਾਂਦੇ। ਐਕਚੁਅਲੀ ਇਹਦੇ ਵਿੱਚ ਜਿਹੜੇ ਹੈਗੇ ਸਾਡੇ ਕੋਲ ਸਾਰੇ ਪ੍ਰਕਿਰਤੀ ਦੇ ਤੇਲ ਹੈਗੇ ਆ ਜੀ। ਇਹਦੇ ਵਿੱਚ ਕੋਈ ਵੀ ਐਦਾਂ ਦਾ ਤੇਲ ਨਹੀਂ ਹੈਗਾ ਜਿਹਨੂੰ ਆਪਾਂ ਨੌਨ ਵੈਜ ਦੇ ਵਿੱਚ ਸ਼ਾਮਿਲ ਕਰ ਸਕੀਏ। ਇਹਦੇ ਵਿੱਚ ਜਿਹੜੇ ਤੇਲ ਹੈਗੇ ਆ, ਦੇਖੋ ਇਹਦੇ ਵਿੱਚ ਅਰੰਡੀ ਦਾ ਤੇਲ ਹੈ, ਇਹਦੇ ਵਿੱਚ ਨਿੰਬੂ ਦਾ ਤੇਲ ਹੈ, ਨਿੰਮ ਦਾ ਤੇਲ ਹੈ, ਇਹਦੇ ਵਿੱਚ ਜਿਹੜਾ ਹੈਗਾ ਉਹ ਲੌਂਗਾਂ ਦਾ ਤੇਲ ਹੈਗਾ, ਤਿਲਾਂ ਦਾ ਤੇਲ, ਅਲਸੀ ਦਾ ਤੇਲ ਹੈ, ਇਹਦੇ ਵਿੱਚ ਨਾਰੀਅਲ ਦਾ ਤੇਲ ਹੈ, ਇਹਦੇ ਵਿੱਚ ਜਿਹੜਾ ਹੈਗਾ ਆ ਅਲਸੀ ਹੋ ਗਈ, ਜਾਇਫਲ ਦਾ ਤੇਲ ਇਹਦੇ ਵਿੱਚ ਹੈਗਾ, ਸਰੋਂ ਦਾ ਤੇਲ ਹੈ ਇਹਦੇ ਵਿੱਚ, ਹੈ ਨਾ। ਮਤਲਬ ਇਸ ਤਰੀਕੇ ਦੇ ਨਾਲ ਜਿਹੜੇ ਤੇਲ ਸਾਨੂੰ ਕੁਦਰਤ ਨੇ ਦਿੱਤੇ ਆ,
ਉਹ ਤੇਲ ਇਹਦੇ ਵਿੱਚ ਹੈਗੇ ਆ, ਲੇਕਿਨ ਉਹਨਾਂ ਦੀ ਰੇਸ਼ੋ ਅਲੱਗ-ਅਲੱਗ ਹੈਗੀ ਆ। ਇਦਾਂ ਨਹੀਂ ਹੈ ਵੀ ਸਾਰੇ ਤੇਲ ਇਕੱਠੇ ਕਰ ਲਿਆ ਵੀ ਲੀਟਰ ਸੈੱਟ ਲਓ ਤੁਸੀਂ ਕਿਸੇ ਬਾਲਟੀ ਦੇ ਵਿੱਚ ਘੋਲ ਕੇ ਡੱਬੀਆਂ 'ਚ ਪਾ ਲਿਆ, ਇਦਾਂ ਨਹੀਂ ਹੁੰਦੀ ਹੈ, ਉਹ ਫਿਰ ਨੁਕਸਾਨ ਕਰੇਗਾ, ਹੈ ਨਾ। ਡਾਕਟਰ ਸਾਹਿਬ ਅਖੀਰਲਾ ਸਵਾਲ ਹੈ ਮੇਰਾ ਕਿ ਇਹਨੂੰ ਵਿਦੇਸ਼ਾਂ ਦੇ ਵਿੱਚ ਉਪਲਬਧ ਹੈ ਆਲਰੇਡੀ, ਜਾਂ ਇਹ ਵਿਦੇਸ਼ਾਂ ਤੁਸੀਂ ਭੇਜ ਸਕਦੇ ਹੋ, ਜੋ ਭੇਜਦੇ ਆ ਤਾਂ ਕੋਈ ਦਿੱਕਤ ਆਉਂਦੀ ਹੈ? ਬਿਲਕੁਲ ਜੀ, ਵਿਦੇਸ਼ਾਂ ਦੇ ਵਿੱਚ ਜਿੱਦਾਂ ਯੂਕੇ ਹੋ ਗਿਆ, ਅਮਰੀਕਾ, ਕੈਨੇਡਾ, ਹਰ ਜਗ੍ਹਾ ਤੇ ਸਾਡਾ ਜਾ ਰਿਹਾ ਹੈਗਾ। ਅਸੀਂ ਯੂਕੇ 'ਚ ਤਾਂ ਫਰੈਂਚਾਈਜ਼ੀ ਵੀ ਓਪਨ ਕਰ ਦਿੱਤੀ ਹੈਗੀ ਆ ਜੀ, ਕਿ ਉੱਥੇ ਦੇ ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨ ਨੂੰ, ਜਿੰਨਾ ਲਗਾਤਾਰ ਅਸੀਂ ਫੋਨ ਸੁਣ ਰਹੇ ਹਾਂ ਉਹਦੇ ਕਾਰਨ ਕਰਕੇ ਕਿਤੇ ਨਾ ਕਿਤੇ ਲੋਕਾਂ 'ਚ ਪਰੇਸ਼ਾਨੀ ਦਾ ਕਾਰਨ ਸੀ। ਸੋ ਥੋੜ੍ਹੇ ਦਿਨਾਂ ਤੱਕ ਯੂਕੇ ਵਿੱਚ ਹੀ ਮਿਲਣ ਲੱਗ ਪਊਗਾ। ਸੋ ਬਾਕੀ ਜਿਨ੍ਹਾਂ ਕੰਟਰੀਆਂ ਹਾਲੇ ਫਰੈਂਚਾਈਜ਼ੀ ਸਾਡੀ ਨਹੀਂ ਹੈਗੀ ਆ, ਮੈਂ ਗੁਜ਼ਾਰਿਸ਼ ਕਰਾਂਗੇ ਕਿ ਉਹ ਵੀ ਉੱਥੇ ਲੈ ਲੈਣ, ਤਾਂ ਜੋ ਸਾਡੇ ਪੰਜਾਬੀ ਲੋਕ ਵਿਚਾਰੇ ਜ਼ਿਆਦਾ ਪਰੇਸ਼ਾਨ, ਬਾਹਰਲੇ ਜ਼ਿਆਦਾ ਪਰੇਸ਼ਾਨ ਹੈਗੇ ਆ, ਉਹਨਾਂ ਤੱਕ ਅਸੀਂ ਇੱਧਰੋਂ ਬਾਏ ਕੋਰੀਅਰ ਵੀ ਭੇਜ ਰਹੇ ਹਾਂ, ਠੀਕ ਹੈ ਜੀ। ਬਟ ਉਹਨੂੰ ਟਾਈਮ ਲੱਗ ਜਾਂਦਾ, ਕਈ ਵਾਰੀ 10 ਦਿਨ 15 ਦਿਨ ਵੀ ਲੱਗ ਜਾਂਦਾ, ਕਈ ਵਾਰੀ 20 ਦਿਨ ਵੀ ਲੱਗ ਜਾਂਦੇ ਆ। ਸੋ ਕੋਸ਼ਿਸ਼ ਹੈ ਕਿ ਅਸੀਂ ਲਗਾਤਾਰ ਉਹਨਾਂ ਤੱਕ ਪਹੁੰਚਾਉਂਦੇ ਰਹੀਏ। ਸੱਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਰਾ ਜੀਓ। ਮੈਂ ਕਹੂੰਗਾ ਦੇਸ਼ ਵਿਦੇਸ਼ ਦੇ ਲੋਕ ਵੀ ਇਸ ਨੇਬਲ ਅੰਮ੍ਰਿਤ ਨੂੰ ਵਰਤ ਕੇ ਦੇਖਣ, ਪਰ ਮੈਂ ਕਾਮਨਾ ਕਰਦਾ ਕਿ ਮੇਰਾ ਪੰਜਾਬ ਬਿਮਾਰ ਹੈ, ਮੈਂ ਪੰਜਾਬ ਨੂੰ ਤੰਦਰੁਸਤ ਦੇਖਣਾ ਚਾਹੁੰਦਾ, ਤੇ ਸਾਡੇ ਕੋਲ ਬਹੁਤ ਵਧੀਆ ਵਸੀਲਾ ਬਣ ਗਿਆ ਹੈ। ਤੁਸੀਂ ਬੰਗਿਆਂ ਜਾ ਕੇ ਡਾਕਟਰ ਸਾਹਿਬ ਦੇ ਨੰਬਰ ਦਿੱਤੇ ਜਾਣਗੇ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਤੁਸੀਂ ਤੰਦਰੁਸਤ ਹੋਵੋ ਤੇ ਸਾਨੂੰ ਖੁਸ਼ੀ ਮਿਲੇਗੀ।